प्यारे दर्शकों, अपने रंग अनेक प्रोग्राम वेखण वाले सबना नूं जगीर सिंह कालों का आदाब, नमस्कार, सत श्री अकाल। जिवें असीं हर प्रोग्राम दे विच जिंदगी दे वक्रे वक्रे रंगां वाले व्यक्तियों नूं पेश करते हैं, उस तरह उन्हां दे जिंदगी दे अपने भी रंग अनेक हुंदे ने ते हर शख्सियत जिहड़ी हैगी आ वो अपने रंगां करके विलक्षण शख्सियत समझी जाती है। अज असीं इसे तरह की एक विलक्षण शख्सियत नूं तुहाडे रूबरू कर रहे हैं, जिन्हां दा जिंदगी का लंबा तजर्बा है, जिन्हां ने 7.5 दहाके इस जिंदगी दे चंगे, खूबसूरत, माड़े, आस वाले, निराशा वाले रंग जिहड़े आ वो देखे आ। उन्होंने जिंदगी दे विच पतझड़ां भी देखियां ने ते बहारां भी देखियां ने। मेरी मुराद है कि साडी माणमती शख्सियत जंगीर सिंह सैंभी साहब, तुहानूं असीं अपने रंग अनेक प्रोग्राम विच जी आयां कहने आ। थैंक यू कालू साहब, तुहानूं अते प्यारे दर्शकां नूं प्यार भरी सत श्री अकाल। असीं सैंभी साहब आम तौर पर इत्थों शुरू करते हैं, जिंदगी बंदे दी जिੱਥੋਂ शुरू ਹੁੰਦੀ ਆ ਉਹਦੇ ਸੰਬੰਧ ਦੇ ਵਿੱਚ ਹੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਅਸੀਂ ਵੀ ਜਾਣਨਾ ਚਾਹਾਂਗੇ ਕਿ ਜੰਗੀਰ ਸਿੰਘ ਸੈਂਭੀ ਕਿਹੜੇ ਪੰਜਾਬ ਦੇ ਕਿਹੜੇ ਇਲਾਕੇ ਵਿੱਚ ਪੈਦਾ ਹੋਏ, ਉਹ ਕਿਹੜਾ ਨਗਰ ਸੀ ਜਿਹਨੂੰ ਇਹਨਾਂ ਨੇ ਭਾਗ ਲਾਏ, ਉਹ ਕਿਹੜੇ ਮਾਪੇ ਸਨ ਜਿਨ੍ਹਾਂ ਦੇ ਘਰ ਇਦਾਂ ਦਾ ਨੇਕ ਸਪੁੱਤਰ ਜਿਹੜਾ ਹੈ ਉਹ ਜੰਮਿਆ, ਤੇ ਉਸ ਇਲਾਕੇ ਦੇ ਵਿੱਚ ਕਿਸ ਕਿਸਮ ਦੀ ਪ੍ਰਾਇਮਰੀ ਸਿੱਖਿਆ ਸੀਗੀ ਜਿੱਥੋਂ ਜੰਗੀਰ ਸਿੰਘ ਸੈਂਭੀ ਨੇ ਸ਼ੁਰੂ ਕੀਤਾ। ਥੈਂਕ ਯੂ ਕਾਲੂ ਸਾਹਿਬ। ਕਾਲੂ ਸਾਹਿਬ, ਮੈਂ ਇੱਕ ਛੋਟੇ ਜਿਹੇ ਪਿੰਡ ਮਾਲਵੇ ਵਿੱਚ ਕਹਿ ਸਕਦੇ ਹਾਂ, ਪੰਜਾਬ ਦਾ ਜਿਹੜਾ ਮਾਲਵਾ ਖੇਤਰ ਹੈ ਉਹਦੇ ਵਿੱਚ, ਹਾਂਜੀ, ਉਗੋਕੇ ਨਾਂ ਦਾ ਪਿੰਡ ਹੈ ਜੀ, ਉਹਦੇ ਵਿੱਚ ਮੇਰਾ ਜਨਮ ਹੋਇਆ। ਇਹ ਆਪਣੇ ਸੈਂਭੀ ਸਾਹਿਬ, ਉਗੋਕੇ ਤਾਂ ਹੁਣ ਬਹੁਤ ਮਸ਼ਹੂਰ ਹੋ ਗਿਆ। ਤੁਹਾਡੇ ਪਿੰਡ ਦਾ ਇੱਕ ਸਧਾਰਨ ਬੰਦਾ MLA ਬਣ ਗਿਆ, ਬਿਲਕੁਲ ਉਹੀ ਉਗੋਕੇ ਆ। ਬਿਲਕੁਲ, ਵਾਹ ਜੀ ਵਾਹ, ਕੀ ਬਾਤ, ਕੀ ਬਾਤ ਆ ਜੀ। ਫਿਰ ਹੁਣ ਉਹਨੂੰ ਛੋਟਾ ਜਿਹਾ ਨਹੀਂ ਕਹਿਣਾ, ਹੁਣ ਉਹਨੂੰ ਪਿੰਡ ਹੀ ਕਹਿਣਾ। ਮੰਨਦੇ ਹਾਂ, ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ। ਉਹ ਛੋਟਾ ਇਸ ਵਾਸਤੇ ਕਹਿ ਰਹੇ ਹਾਂ ਕਿਉਂਕਿ ਪ੍ਰਾਇਮਰੀ ਸਕੂਲ ਕਿੰਨੇ ਦੇਰ ਤੱਕ ਰਿਹਾ, ਉੱਥੇ ਹਾਈ ਸਕੂਲ ਵੀ ਨਹੀਂ ਸੀਗਾ ਜੀ। ਹੁਣ ਜ਼ਰੂਰ ਪ੍ਰਫੁੱਲਤ ਹੋ ਗਿਆ, ਹੁਣ ਉੱਥੇ ਹਾਈ ਸਕੂਲ ਵੀ ਹੈ, ਸਭ ਕੁਛ ਹੈ, ਕਿਉਂਕਿ ਉੱਥੇ ਦੇ MLA ਇੱਕ ਗਰੀਬ ਪਰਿਵਾਰ ਦੇ ਵਿੱਚੋਂ ਆ ਕੇ ਇੱਕ ਉਸ ਪੋਸਟ 'ਤੇ ਪਹੁੰਚੇ ਨੇ। ਬੜੀ ਉਪਲਬਧੀ ਹੈ ਉਹਨਾਂ ਦੀ ਜੀ। ਇਸੇ ਤਰ੍ਹਾਂ ਉਸ ਪਿੰਡ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਵੱਡੇ ਸੱਜਣ ਰਹੇ ਨੇ, ਕਰਨਲ ਤੱਕ ਰਹੇ ਨੇ, ਔਰ ਉਹ ਪਿੰਡ ਦੇ ਵਿੱਚੋਂ DIG IG ਬਹੁਤ ਵੱਡੀਆਂ ਵੱਡੀਆਂ ਹਸਤੀਆਂ ਵੀ ਆਈਆਂ ਨੇ, ਔਰ ਮਿਲਟਰੀ ਦੇ ਵਿੱਚ ਬਹੁਤ ਰਹਿੰਦੇ ਆਏ ਨੇ। ਮੇਰਾ ਜਨਮ ਉਸ ਜਗ੍ਹਾ ਵਿੱਚ ਹੋਇਆ, ਔਰ ਉੱਥੇ ਇੱਕ ਗਰੀਬ ਪਰਿਵਾਰ ਦੇ ਵਿੱਚ ਜੀ। ਪਰ ਉਹ ਮਨਾਂ ਦੇ ਬਹੁਤ ਅਮੀਰ ਸੀਗੇ। ਉਹਨਾਂ ਦੀ ਜਿਹੜੀ ਸੋਚਣੀ ਹੈ ਇਮਾਨਦਾਰੀ 'ਤੇ, ਔਰ ਬਹੁਤ ਅੱਛੇ ਢੰਗ ਨਾਲ ਪਾਲਣਾ ਪੋਸ਼ਣ ਕਰਨੀ, ਔਰ ਅੱਛੇ ਗੁਣ ਦੇਣੇ ਬੱਚਿਆਂ ਨੂੰ ਜੀ, ਸਭ ਤੋਂ ਵੱਡੀ ਗੱਲ ਸੀ। ਔਰ ਇਸ ਢੰਗ ਨਾਲ ਉੱਥੇ ਸਾਡੀ ਪਰਵਰਿਸ਼ ਹੋਈ। ਉੱਥੇ ਪ੍ਰਾਇਮਰੀ ਸਕੂਲ ਸਿੱਖਿਆ ਲਈ, ਸਿੱਖਿਆ ਲੈਣ ਤੋਂ ਬਾਅਦ ਉਦੋਂ ਇੰਨੇ ਸਾਧਨ ਨਹੀਂ ਹੁੰਦੇ ਸਨ, ਬਿਜਲੀ ਵੀ ਨਹੀਂ ਹੁੰਦੀ ਸੀ, ਦੀਵੇ ਬੱਤੀ ਦੀ ਲੋ ਦੇ ਵਿੱਚ ਹੀ ਪੜ੍ਹਨਾ ਪੈਂਦਾ ਸੀ। ਔਰ ਇਹ ਹੋਣ ਦੇ ਬਾਵਜੂਦ ਵੀ ਜੀ ਮੈਂ ਅੱਛੇ ਨੰਬਰਾਂ 'ਚ ਹਮੇਸ਼ਾ ਫਸਟ ਹੀ ਰਿਹਾ, ਕਲਾਸ ਦੇ ਵਿੱਚ ਵੀ, ਔਰ ਈਵਨ ਅਗਲੀ ਜ਼ਿੰਦਗੀ ਦੇ ਵਿੱਚ ਵੀ ਮੈਂ ਕਦੇ ਸੈਕਿੰਡ ਦਾ ਮੂੰਹ ਨਹੀਂ ਸੀ ਦੇਖਿਆ। ਤੁਸੀਂ ਸੈਂਭੀ ਸਾਹਿਬ, ਤੁਹਾਡੇ ਮਾਪੇ ਜਿਹੜੇ ਸੀਗੇ ਜਿਨ੍ਹਾਂ ਬਾਰੇ ਤੁਸੀਂ ਕਿਹਾ ਕਿ ਵੀ ਉਹ ਦਿਲ ਦੇ ਬੜੇ ਅਮੀਰ ਸੀਗੇ, ਔਰ ਉਹਨਾਂ ਨੇ ਤੁਹਾਨੂੰ ਚੰਗੀ ਸਿੱਖਿਆ ਦੇਣ ਦਾ ਯਤਨ ਕੀਤਾ, ਉਹਨਾਂ ਦੇ ਵੀ ਜੇ ਤੁਸੀਂ ਨਾਂ ਦੱਸੋ ਤਾਂ ਚੰਗਾ ਲੱਗੇਗਾ। ਬਿਲਕੁਲ, ਮੇਰੇ ਪਿਤਾ ਜੀ ਦਾ ਨਾਮ ਸਰਾ ਈਸ਼ਰ ਸਿੰਘ ਮਿਸਤਰੀ ਜੀ, ਔਰ ਉਹਨਾਂ ਨੇ ਬਹੁਤ ਅੱਛੇ ਢੰਗ ਨਾਲ ਇਮਾਨਦਾਰੀ ਦੀ ਕਿਰਤ ਕੀਤੀ। ਹਮੇਸ਼ਾ ਕਿਰਤ ਨੂੰ ਫਲ ਲੱਗਦੇ ਨੇ। ਜੋ ਉਹਨਾਂ ਨਾਲ ਦਿੱਕਤਾਂ ਵੀ ਬਹੁਤ ਸਾਰੀਆਂ ਆਈਆਂ, ਉਹਨਾਂ ਨੇ ਬਾਹਰ ਦੂਰ ਦੂਰ ਤੱਕ ਕੰਮ ਕੀਤਾ, ਔਰ ਉਹ ਹਮੇਸ਼ਾ ਇਮਾਨਦਾਰੀ ਨਾਲ ਹੀ ਜਿਉਂਦੇ ਰਹੇ ਨੇ ਜੀ। ਔਰ ਮਾਤਾ ਜੀ ਵੀ ਬਹੁਤ ਅੱਛੇ ਘਰਾਣੇ 'ਚ ਸਨ,
ਉਹਨਾਂ ਨੇ ਹਮੇਸ਼ਾ ਘਰ ਦਾ ਕੰਮ ਅੱਛਾ ਸੰਭਾਲਣਾ, ਅੱਛੀ ਸਿੱਖਿਆ ਦੇਣੀ, ਅੱਛੀਆਂ ਗੱਲਾਂ ਬਾਤਾਂ ਦੱਸਣੀਆਂ ਬੱਚਿਆਂ ਨੂੰ, ਔਰ ਇਸ ਢੰਗ ਨਾਲ ਸਾਡੇ ਵਿੱਚ ਉਹੀ ਗੁਣ ਆ ਸਕੇ ਤਾਂ ਜੋ ਕਿ ਉਹ ਲੋਕ ਸੇਵਾ ਕਰਨੀ, ਜੀ ਮੰਦਰ ਗੁਰਦੁਆਰੇ ਵੀ ਜਾਣਾ, ਔਰ ਅੜੋਸ ਪੜੋਸ ਦੇ ਵਿੱਚ ਅੱਛੀ ਢੰਗ ਦੇ ਨਾਲ ਉਹਨਾਂ ਨੇ ਵਿਹਾਰ ਕੀਤੇ। ਕੀ ਸ਼ੁਭ ਨਾਮ ਸੀ ਉਹਨਾਂ ਦਾ? ਉਹਨਾਂ ਦੇ ਮਾਤਾ ਸਦਾ ਕੌਰ ਸੀਗਾ। ਜੀ ਜੀ, ਵਾਹ ਵਾਹ। ਯਾ ਤੇ ਇਸ ਢੰਗ ਨਾਲ ਉਹ ਖੈਰ ਉਹ ਬੇਸ਼ੱਕ ਅਨਪੜ੍ਹ ਸਨ ਉਸ ਟਾਈਮ ਤੇ, ਕਿ ਪਹਿਲਾਂ ਸਿੱਖਿਆ ਬਹੁਤ ਘੱਟ ਹੁੰਦੀ ਸੀਗੀ, ਪਰ ਅਨਪੜ੍ਹ ਹੁੰਦੇ ਹੋਏ ਵੀ ਬਹੁਤ ਸਮਝਦਾਰ ਸਨ, ਸੂਝਵਾਨ ਸਨ। ਉਹ ਨਿਰੱਖਰ ਸਨ, ਮਤਲਬ ਕਿ ਉਹਨਾਂ ਨੂੰ ਅੱਖਰਾਂ ਦੀ ਪਛਾਣ ਨਹੀਂ ਸੀਗੀ, ਪਰ ਉਹਨਾਂ ਨੂੰ ਜ਼ਿੰਦਗੀ ਦੀ ਪਛਾਣ ਸੀ, ਇਹ ਆਪਾਂ ਕਹਿ ਸਕਦੇ ਹਾਂ। ਸੋ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹੀ ਤੁਸੀਂ ਪ੍ਰਾਇਮਰੀ ਕੀਤੀ? ਹਾਂਜੀ। ਤੇ ਉਸ ਤੋਂ ਅੱਗੇ ਫਿਰ ਤੁਹਾਡੀ ਕੋਈ ਪ੍ਰਾਇਮਰੀ ਸਕੂਲ ਦੀ ਯਾਦ ਤੁਹਾਨੂੰ ਹੈ? ਮਤਲਬ ਦੇਖੋ ਤੁਹਾਨੂੰ ਪਿੱਛੇ ਲਿਜਾਨੇ ਆ ਪ੍ਰਾਇਮਰੀ ਸਕੂਲ ਦੀ ਯਾਦ ਤੇ ਡੈਫੀਨਿਟਲੀ ਐਕਚੁਅਲੀ ਸਾਡੇ ਪਿੰਡ ਦੇ ਵਿੱਚ ਪਹਿਲਾਂ ਧਰਮਸ਼ਾਲਾ ਦੇ ਵਿੱਚ ਹੀ ਸਕੂਲ ਲੱਗਦਾ ਹੁੰਦਾ ਸੀ ਜੀ, ਔਰ ਸਾਡੇ ਟੀਚਰ ਬਹੁਤ ਸਖਤ ਵੀ ਸਨ। ਸਖਤ ਇਸੇ ਕਰਕੇ ਸੀ ਉਹ ਪੜ੍ਹਾਉਂਦੇ ਅੱਛਾ ਸੀਗੇ। ਜੇ ਕੋਈ ਗਲਤੀ ਕਰਦਾ ਸੀ ਤੇ ਉਹ ਉਸ ਟਾਈਮ ਦੇ ਵਿੱਚ ਈਵਨ ਕੁਝ ਵੀ ਹੋਣਾ ਤੇ ਉਹਨਾਂ ਨੇ ਜ਼ਰੂਰ ਉਹਦੀ ਸਜ਼ਾ ਦਿੰਦੇ ਸੀਗੇ। ਇੱਕ ਵਾਰੀ ਦੀ ਗੱਲ ਹੈ ਕਿ ਉਹ ਪਾਣੀ ਪੀ ਰਹੇ ਸੀ ਤੇ ਕਿਸੇ ਬੱਚੇ ਨੇ ਛੋਟੀ ਜਿਹੀ ਗਲਤੀ ਕਰ ਦਿੱਤੀ, ਉਹਨਾਂ ਨੇ ਗੜਬੀ ਦੇ ਨਾਲ ਹੀ ਉਹੀ ਗੜਬੀ ਚਲਾ ਵੀ ਮਾਰੀ ਤੇ ਉਹ ਬੱਚੇ ਦੇ ਵਿਚਾਰੇ ਦੇ ਲੱਗੀ ਨਹੀਂ ਗੱਲ ਕਰੋ, ਪਰ ਗੱਲ ਕਰੋ ਜੇ ਲੱਗ ਜਾਂਦੀ ਤਾਂ ਪਤਾ ਨਹੀਂ ਕਿੰਨਾ ਨੁਕਸਾਨ ਹੋ ਜਾਂਦਾ। ਇਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਉਸ ਟਾਈਮ ਕਿ ਟੀਚਰ ਨੂੰ ਪੂਰੀ ਛੁੱਟੀ ਸੀ ਕਿ ਵੀ ਕੁਝ ਵੀ ਉਹ ਅਗਰ ਕਹਿ ਦਿੰਦਾ ਸੀ ਬੱਚੇ ਨੂੰ ਤਾਂ ਬੱਚੇ ਸੁਣਦੇ ਵੀ ਸੀ ਔਰ ਬੱਚੇ ਡਰਦੇ ਵੀ ਸੀਗੇ। ਜਿਹੜਾ ਅੱਜ ਕੱਲ੍ਹ ਦਾ ਮਾਹੌਲ ਹੈ, ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਤਾਂ ਅੱਜ ਕੱਲ੍ਹ ਤਾਂ ਕਹਿਣਾ ਹੀ ਬੜਾ ਔਖਾ ਹੈਗਾ, ਜੇ ਕੋਈ ਗੱਲ ਫਾਲਤੂ ਕਹਿ ਵੀ ਦਈਏ ਤਾਂ ਬੜਾ ਦਿੱਕਤ ਆਉਂਦੀ ਹੈਗੀ। ਤੇ ਉਸ ਤੋਂ ਬਾਅਦ ਫਿਰ ਹਾਈ ਸਕੂਲ ਤੁਸੀਂ ਕਿੱਥੋਂ ਕੀਤਾ? ਹਾਈ ਸਕੂਲ ਮੈਂ ਐਕਚੁਅਲੀ ਆਪਣੇ ਨੇੜੇ ਪਿੰਡ ਹੈ ਮੌੜਾਂ, ਢਿਲਮਾ ਮੌੜ ਵੱਜਦਾ ਹੈਗਾ, ਉਹਦੇ ਵਿੱਚ ਫਿਰ ਮੈਂ 6th ਦੇ ਵਿੱਚ ਐਡਮਿਸ਼ਨ ਲਈ। 6th ਤੋਂ ਲੈ ਕੇ 9th ਤੱਕ ਉੱਥੇ ਹੀ ਸਟੱਡੀ ਕੀਤੀ। ਫਿਰ ਨਵਾਂ ਸਕੂਲ ਬਣ ਗਿਆ ਚਾਰੇ ਪਿੰਡਾਂ ਦੇ ਵਿਚਾਲੇ, ਇੱਕ ਬਹੁਤ ਵੱਡਾ ਸਕੂਲ ਬਣਿਆ ਹਾਈ ਸਕੂਲ ਸੁਖਪੁਰ, ਔਰ ਸੁਖਪੁਰ ਦੀ ਸਾਡੀ ਪਹਿਲੀ ਕਲਾਸ ਸੀਗੀ ਜਿਹਦੇ ਵਿੱਚ ਕੁਦਰਤ ਆਈ ਡੋਂਟ ਨੋ, ਮੈਨੂੰ ਇਹ ਨਹੀਂ ਪਤਾ ਕਿ ਵੀ ਕਿਵੇਂ ਹੁੰਦਾ ਸੀ ਕਿਵੇਂ ਨਹੀਂ ਹੁੰਦਾ ਸੀ। ਨਾ ਉਦੋਂ ਕੋਈ ਟਿਊਸ਼ਨਾਂ ਹੁੰਦੀਆਂ ਸੀ ਅਤੇ ਨਾ ਹੀ ਕੋਈ ਆਪਣੇ ਆਪ ਹੀ ਕਰਨਾ ਹੁੰਦਾ ਸੀ। ਜਿਹੜਾ ਸਕੂਲ ਦੇ ਵਿੱਚੋਂ ਸਮਝ ਲੱਗ ਜਾਣਾ ਉਸ ਨੂੰ ਆਪਣੇ ਆਪ ਹੀ ਪੜ੍ਹਨ ਦਾ ਕੋਸ਼ਿਸ਼ ਕਰਨੀ, ਔਰ ਫਿਰ ਵੀ ਉੱਥੇ ਵੀ ਫਸਟ ਡਿਵੀਜ਼ਨ ਆ ਕੇ ਬੋਰਡ ਆਫ ਆਨਰਸ ਦੇ ਉੱਤੇ ਮੇਰਾ ਨਾਮ ਹੁਣ ਵੀ। ਵਾਹ ਵਾਹ, ਕੀ ਬਾਤ ਹੈ, ਬੜੀ ਖੁਸ਼ੀ ਦੀ ਗੱਲ ਆ ਜੀ। ਫਿਰ ਉਸ ਤੋਂ ਬਾਅਦ ਕਿੱਧਰ ਨੂੰ ਚੱਲੇ ਸੈਬੀ ਸਾਹਿਬ? ਉਸ ਤੋਂ ਬਾਅਦ ਫਿਰ ਮਨ ਕੀਤਾ ਕਿ ਆਪਾਂ ਕੋਈ ਜੌਬ ਕਰੀਏ, ਕਿਉਂਕਿ ਨੰਬਰ ਅੱਛੇ ਸਨ। ਅਪਲਾਈ ਕੀਤਾ ਅਤੇ ਕੁਦਰਤੀ ਮੇਰੀ ਜਿਹੜੀ ਸਿਹਤ ਹੈ ਇੰਨੀ ਜ਼ਿਆਦਾ ਬਿਹਤਰ ਨਹੀਂ ਸੀ ਕਿ ਵੀ ਮੈਂ ਮਿਲਟਰੀ ਵਾਸਤੇ ਜਾਂ ਆਰਮੀ ਵਾਸਤੇ ਜੁਆਇਨ ਕਰ ਸਕਦਾ ਜੀ, ਪਰ ਕੁਦਰਤ ਨੇ ਉਹ ਵੀ ਕੀਤਾ ਕਿ ਮੈਂ ਆਰਮੀ ਦੇ ਵਿੱਚ ਵੀ, 에ਅਰ ਫੋਰਸ ਦੇ ਵਿੱਚ ਵੀ ਜਾਣ ਦੀ ਕੋਸ਼ਿਸ਼ ਕੀਤੀ। ਪਰ ਥੋੜ੍ਹੇ ਟਾਈਮ ਦੇ ਵਿੱਚ ਮੈਨੂੰ ਨੇਵੀ ਦੇ ਉੱਥੇ ਰਿਕਰੂਟਮੈਂਟ ਸੀਗੀ ਅੰਬਾਲਾ ਦੇ ਵਿੱਚ ਜੀ, ਉੱਥੋਂ ਮੈਨੂੰ ਕੁਦਰਤੀ, ਮੈਂ ਫਿਜ਼ੀਕਲੀ ਫਿੱਟ ਨਹੀਂ ਸੀਗਾ, ਪਰ ਕੁਦਰਤ ਨੇ ਦੇਖਿਆ ਕਿ ਮੇਰਾ ਜਿਹੜਾ ਦਾਣਾ ਪਾਣੀ ਨੇਵੀ ਦੇ ਵਿੱਚ ਲਿਖਿਆ ਹੋਇਆ ਹੈ, ਜਦ ਕਿ ਮੈਂ 47 kg ਦਾ ਸੀਗਾ, 50 kg ਵਜ਼ਨ ਚਾਹੀਦਾ ਸੀਗਾ। ਹਾਈਟ ਮੇਰੀ ਜ਼ਰੂਰ ਅੱਛੀ ਸੀਗੀ ਪਰ ਵਜ਼ਨ ਘੱਟ ਸੀਗਾ। ਅਤੇ ਉੱਥੇ ਵੀ ਕਿਸੇ ਦੂਸਰੇ ਸਿਪਾਰਸ਼ੀ ਮੁੰਡੇ ਦੀ ਵੀ, ਉਸ ਦੀ ਵੀ ਵੇਟ ਘੱਟ ਸੀਗਾ। ਜਦੋਂ ਉਹਨੂੰ ਰੱਖਣ ਲੱਗੇ ਤਾਂ ਉਹ ਕਹਿੰਦੇ ਇਹਨੂੰ ਵੀ ਰੱਖ ਲਓ, ਅਤੇ ਉਹਦੇ ਕਰਕੇ ਮੈਨੂੰ ਫਿਜ਼ੀਕਲੀ ਫਿੱਟ ਹੋ ਗਿਆ। ਅਤੇ ਐਗਜ਼ਾਮ ਦੇ ਵਿੱਚ ਮੈਂ ਹਮੇਸ਼ਾ ਫਸਟ ਹੁੰਦਾ ਸੀਗਾ ਅਤੇ ਐਗਜ਼ਾਮ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਸੀਗੀ। ਥਿਓਰੀਟੀਕਲੀ ਵੀ ਔਰ ਪ੍ਰੈਕਟੀਕਲੀ ਵੀ ਰਿਟਨ ਐਗਜ਼ਾਮ ਦੇ ਵਿੱਚ ਮੇਰੇ ਸਭ ਤੋਂ ਟੌਪ 'ਤੇ ਸੀਗੇ ਅਤੇ ਮੈਨੂੰ ਸਿਲੈਕਟ ਕਰ ਲਿਆ ਗਿਆ। ਅਤੇ ਨੇਵੀ 'ਚ ਫਿਰ ਕਿੰਨਾ ਕੁ ਚਿਰ ਰਹੇ? ਨੇਵੀ ਦੇ ਵਿੱਚ ਮੈਂ ਜਨਵਰੀ 65 ਦੇ ਵਿੱਚ ਮੈਂ ਜੁਆਇਨ ਕੀਤੀ, ਬੰਬੇ ਆਇਆ ਅਤੇ ਉੱਥੇ ਸਿਰਫ ਇੱਕ ਬੇਸਿਕ ਟ੍ਰੇਨਿੰਗ ਦਿੰਦੇ ਨੇ। ਉਸ ਤੋਂ ਬਾਅਦ ਮੈਨੂੰ ਟੈਕਨੀਕਲ ਕਾਲਜ ਹੈਗਾ INS ਬਲਸੂਰਾ ਜਿਹੜਾ ਜਾਮਨਗਰ ਦੇ ਵਿੱਚ ਹੈ, ਉੱਥੇ ਮੈਂ ਆਇਆ। ਉੱਥੇ ਫਿਰ ਆਪਣੀ ਇਲੈਕਟ੍ਰੋਨਿਕਸ ਦੀ ਟ੍ਰੇਨਿੰਗ ਕੀਤੀ ਔਰ ਟ੍ਰੇਨਿੰਗ ਕਰਨ ਤੋਂ ਬਾਅਦ ਫਿਰ ਮੈਂ ਦਿੱਲੀ ਦੇ ਵਿੱਚ ਮੇਰੀ ਪੋਸਟਿੰਗ ਹੋਈ। ਕਿੰਨਾ ਕੁ ਚਿਰ ਨੇਵੀ ਦੀ ਸੇਵਾ ਕੀਤੀ? ਨੇਵੀ ਦੇ ਵਿੱਚ ਵੀ ਐਸਾ ਹੀ ਸੀਗਾ ਕਿ ਮੈਂ ਜੋ ਵੀ ਕੰਮ ਕਰਨਾ ਆਪਣੇ ਤਹਿ ਦਿਲੋਂ ਕਰਦਾ ਸੀ। ਪਰ ਨੇਵੀ ਦੇ ਵਿੱਚ ਮੈਂ 10 ਸਾਲ ਅਤੇ 6 ਮਹੀਨੇ ਦੇ ਕਰੀਬ ਸਰਵਿਸ ਕੀਤੀ। ਉੱਥੇ ਵੀ ਕੁਝ ਪਾਰਸ਼ੈਲਿਟੀ ਨਜ਼ਰ ਆਉਂਦੀ ਦੇਖੀ ਤਾਂ ਫਿਰ ਮਨ ਨੇ ਸੋਚਿਆ ਇਹ ਅੱਛੀ ਗੱਲ ਨਹੀਂ ਹੈ, ਗਲਤ ਹੈ। ਕਿਉਂਕਿ ਜਦ ਕਿ ਕੰਮ ਮੈਂ ਕਰਨਾ, ਕਿਉਂਕਿ ਮੈਨੂੰ ਟੈਕਨੀਕਲੀ ਕੁਝ ਰੱਬ ਵੱਲੋਂ ਸੂਝ ਸੀਗੀ ਅਤੇ ਮੈਂ ਹਮੇਸ਼ਾ ਕੋਈ ਵੀ ਦਿੱਕਤ ਆਉਣੀ, ਈਵਨ ਇੰਸਟਰਕਟਰਸ ਤੋਂ ਵੀ ਅਗਰ ਕੋਈ ਚੀਜ਼ ਅਟਕ ਜਾਂਦੀ, ਇਹ ਇਕੁਏਸ਼ਨ ਦਾ ਹੱਲ ਕਿਵੇਂ ਲੱਭਿਆ ਜਾਏਗਾ,
ਉਹ ਇੱਕ ਵਾਰੀ ਤਾਂ ਹੱਲ ਨਹੀਂ ਕਰ ਪਾਏ, ਪਰ ਉਸ ਨੂੰ ਮੈਂ ਬਲੈਕ ਬੋਰਡ ਤੇ ਜਾ ਕੇ ਹੱਲ ਕਰ ਦਿੱਤਾ। ਉਹ ਇੰਸਟ੍ਰਕਟਰ ਵੀ ਮੰਨਦੇ ਸੀ ਦੈਟ ਵਾਟ ਟਾਈਪ ਆਫ ਬ੍ਰੇਨ ਯੂ ਗॉट ਇਟ। ਵਾਹ। ਤੇ ਇਸ ਢੰਗ ਨਾਲ ਟੈਕਨੀਕਲੀ ਕਾਫੀ ਮੇਰੇ ਕੋਲ ਨੌਲੇਜ ਸੀ, ਕੰਮ ਵੀ ਕੀਤਾ, ਪਰ ਡਿਸਹਰਟਨ ਹੋ ਗਿਆ ਬਿਕੋਜ਼ ਇੰਡੀਆ ਦੇ ਵਿੱਚ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਕੁਛ ਨਾ ਕੁਛ ਸਮੱਸਿਆ ਹੈ ਨੇ, ਪਾਰਸ਼ੀਅਲਟੀਜ਼ ਹੈ ਨੇ। ਉਸ ਕਰਕੇ ਮੈਨੂੰ ਪ੍ਰਮੋਸ਼ਨਸ ਬਹੁਤ ਲੇਟ ਮਿਲਣੀ, ਪਰ ਇਫੈਕਟਿਵ ਰੇਟ ਉਹੀ ਹੋਣੀ। ਇਹ ਨਹੀਂ ਸੀ ਇਫੈਕਟਿਵ ਰੇਟ ਤਾਂ ਘੱਟ ਕਰ ਨਹੀਂ ਸਕਦੇ ਸੀ ਜੀ। ਤੇ ਪਰ ਮੈਂ ਸੋਚਿਆ ਕਿਉਂ ਨਹੀਂ ਮੈਂ ਹੋਰ ਬਿਹਤਰ ਬਾਹਰ ਕਰ ਸਕਾਂਗਾ। ਫਿਰ ਮੈਂ 10 ਸਾਲ ਤੋਂ ਬਾਅਦ ਰਿਜ਼ਾਈਨ ਕਰਤਾ ਸੀ। ਫਿਰ ਕਿੱਧਰਲੇ ਪਾਸੇ ਨੂੰ ਮੋੜ ਮੁੜਿਆ? ਬਸ ਰਿਜ਼ਾਈਨ ਕਰਨ ਤੋਂ ਬਾਅਦ ਫਿਰ ਮੋੜ ਐਸਾ ਬਣਿਆ ਕਿ ਮੇਰੇ ਬੌਸ ਸਨ ਇੱਕ ਕਮਾਂਡਰ ਸਿਨਹਾ ਕਰਕੇ, ਉਹ ਵੀ ਉਸ ਟਾਈਮ ਰਿਟਾਇਰ ਹੋਣ ਵਾਲੇ ਸੀਗੇ। ਤੇ ਉਹਨਾਂ ਨੇ ਮੇਰੇ ਨਾਲ ਅਸੀਂ ਬੈਠੇ ਰਾਏ ਕੀਤੀ ਵੀ ਆਪਾਂ ਕੁਝ ਕਰੀਏ। ਫਿਰ ਸੋਚਿਆ ਚਲੋ ਟੈਕਨੀਕਲੀ ਕੁਝ ਮੈਨੂਫੈਕਚਰਿੰਗ ਸ਼ੁਰੂ ਕਰਦੇ ਹਾਂ। ਟੈਕਨੀਕਲੀ ਨੌਲੇਜ ਸੀਗੀ ਔਰ ਫਿਰ ਅਸੀਂ ਇੱਕ ਮੈਨੂਫੈਕਚਰਿੰਗ ਪਲਾਂਟ ਲਾਇਆ ਜਿੱਥੇ ਕਿ ਪ੍ਰਿੰਟਡ ਸਰਕਟ ਬੋਰਡਸ, ਜਿਹੜੇ ਕਿ ਆਮ ਟੀਵੀ ਦੇ ਵਿੱਚ, ਕੰਪਿਊਟਰਸ ਦੇ ਵਿੱਚ, ਰੇਡੀਓ ਦੇ ਵਿੱਚ ਕੋਈ ਵੀ ਇਲੈਕਟ੍ਰੋਨਿਕ ਦਾ ਆਈਟਮ ਬਣਦੀ ਹੈ, ਉਹਦੇ ਵਿੱਚ ਪ੍ਰਿੰਟਡ ਸਰਕਟ ਬੋਰਡ ਸਭ ਤੋਂ ਬੇਸ ਚੀਜ਼ ਹੈ ਜਿਹਦੇ ਉੱਤੇ ਸਾਰੇ ਕੰਪੋਨੈਂਟ ਲੱਗਦੇ ਨੇ। ਉਹ ਬਣਾਉਣੇ ਸ਼ੁਰੂ ਕੀਤੇ। ਕਿਹੜੀ ਜਗ੍ਹਾ ਹੈ ਤੁਸੀਂ ਪਲਾਂਟ ਲਾਇਆ? ਇਹ ਦਿੱਲੀ ਦੇ ਵਿੱਚ ਸੀਗਾ, ਗਿਆਨੀ ਬਾਰਡਰ ਤੇ ਸਭ ਤੋਂ ਪਹਿਲਾਂ ਸ਼ੁਰੂ ਕੀਤਾ। ਦਿੱਲੀ ਦੇ ਨਾਲ ਸਹਿਬਾਦ ਹੈ, ਸਹਿਬਾਦ ਦੇ ਵਿੱਚ ਸ਼ੁਰੂ ਕੀਤਾ। ਉਸ ਤੋਂ ਬਾਅਦ ਉਦੋਂ ਬਾਅਦ ਫਿਰ ਅਸੀਂ ਦਿੱਲੀ ਦੇ ਚੋਖਲਾ ਇੰਡਸਟਰੀ ਏਰੀਆ ਦੇ ਵਿੱਚ ਇਹ ਪਲਾਂਟ ਨੂੰ ਦੁਬਾਰਾ ਫਿਰ ਦਿੱਲੀ ਦੇ ਚਾਲੂ ਕੀਤਾ। ਉਹਦੇ ਵਿੱਚ ਕੁਝ ਟੈਕਸਿਸ ਦੇ ਕਾਰਨਾਂ ਕਰਕੇ ਫਿਰ ਸਾਨੂੰ ਦਿੱਲੀ ਦੇ ਵਿੱਚ ਹੀ ਕਰਨਾ ਪਿਆ ਔਰ ਬਹੁਤ ਅੱਛੇ ਚੱਲਿਆ। ਅਸੀਂ ਤਕਰੀਬਨ ਸਾਰੀਆਂ ਕੰਪਨੀਆਂ, ਵੈਸਟਰਨ, ਟੈਲੀਵਿਸਟਾ, ਕਰਾਊਨ, ਟੈਕਸਲਾ, ਜਿੰਨੀਆਂ ਵੀ ਉਸ ਟਾਈਮ ਕੰਪਨੀਆਂ ਕੰਮ ਕਰਦੀਆਂ ਸੀ ਟੈਲੀਵਿਜ਼ਨ ਦੀਆਂ, ਉਹਨਾਂ ਸਭ ਨੂੰ ਸਪਲਾਈ ਕਰਨਾ ਸ਼ੁਰੂ ਕੀਤਾ। ਔਰ ਉਸ ਟਾਈਮ ਤਕਰੀਬਨ 35-40 ਆਦਮੀ ਵੀ ਕੰਮ ਕਰਨ ਲੱਗੇ। ਸੋ ਬੜੇ ਅੱਛੇ ਸਕੇਲ 'ਤੇ ਅਸੀਂ ਕੰਮ ਕੀਤਾ। ਉਹਦੇ ਨਾਲ ਫਿਰ ਤੁਹਾਡੇ ਸਹਿਯੋਗੀ ਕੌਣ ਸੀ ਜਿਹਦੇ ਤੁਸੀਂ ਕੰਪਨੀ ਜਦੋਂ ਚਲਾਉਂਦੇ ਸੀਗੇ? ਉਹ ਐਕਚੁਅਲੀ ਕਮਾਂਡਰ ਸਿਨਹਾ ਸੀਗੇ ਬੌਸ ਸਾਡੇ, ਔਰ ਉਹਨਾਂ ਦੇ ਨਾਲ ਅਸੀਂ ਇਕੱਠੇ ਮਿਲ ਕੇ ਚਲਾਇਆ। ਪਰ ਕੁਝ ਦਿੱਕਤਾਂ ਕਾਰਨ ਫਿਰ ਸਾਨੂੰ ਅਲੱਗ-ਅਲੱਗ ਹੋਣਾ ਪਿਆ ਔਰ ਫਿਰ ਮੈਂ ਆਪਣੀ ਇੰਡੀਪੈਂਡੈਂਟ ਅਲੱਗ ਮੈਨੂਫੈਕਚਰਿੰਗ ਸ਼ੁਰੂ ਕੀਤੀ। ਉਹਨਾਂ ਨੇ ਵੀ ਕੀਤੀ, ਪਰ ਉਹ ਜ਼ਿਆਦਾ ਸਰਵਾਈਵ ਨਹੀਂ ਕਰ ਸਕੇ ਕਿਉਂਕਿ ਟੈਕਨੀਕਲੀ ਤਾਂ ਸਾਰਾ ਕੰਮ ਮੈਂ ਹੀ ਕੋਸ਼ਿਸ਼ ਕਰਦਾ ਸੀ, ਫੈਕਟਰੀ ਮੈਨੂਫੈਕਚਰਿੰਗ ਦੇ ਸੰਭਾਲਦਾ ਸੀ ਔਰ ਇਵਨ ਸੇਲਸ ਦੇ ਵਿੱਚ ਜਾ ਕੇ ਵੀ ਟੈਕਨੀਕਲੀ ਜੋ ਵੀ ਪ੍ਰੋਬਲਮਸ ਹੋਣੀਆਂ ਉਹ ਸਾਰੀਆਂ ਮੈਂ ਸੋਲਵ ਕਰਦਾ ਸੀ। ਇਹ ਤੁਸੀਂ ਕਿਹੜੇ 77 'ਚ ਸ਼ੁਰੂ ਕੀਤਾ, ਕਿਹੜੇ ਸਾਲ? ਇਹ 75 ਜੁਲਾਈ ਦੇ ਵਿੱਚ ਸ਼ੁਰੂ ਕੀਤਾ ਸੀਗਾ। ਠੀਕ ਹੈ। ਉਸ ਤੋਂ ਬਾਅਦ ਇੰਡੀਪੈਂਡੈਂਟਲੀ ਫਿਰ 80 ਦੇ ਵਿੱਚ ਸ਼ੁਰੂ ਕੀਤਾ ਔਰ 80 'ਚ ਸ਼ੁਰੂ ਕਰਨ ਤੋਂ ਬਾਅਦ ਇੰਡੀਪੈਂਡੈਂਟਲੀ ਫਿਰ ਰਾਈਜ਼ ਕੀਤਾ ਹੌਲੀ ਹੌਲੀ, ਜਦ ਕਿ ਮੇਰੇ ਪਾਸ ਰਿਸੋਰਸਿਸ ਨਹੀਂ ਸਨ। ਠੀਕ ਹੈ। ਕੋਈ ਖਾਸ ਪੈਸਾ ਨਹੀਂ ਸੀਗਾ, ਲੇਕਿਨ ਫਿਰ ਵੀ ਇੱਕ ਮਨ ਦੇ ਵਿੱਚ ਸੀਗਾ ਕਿ ਮੈਂ ਕੰਮ ਕਰਨਾ ਹੈ। ਸੋ ਆਈ ਸਟਾਰਟਡ ਵਿਦ ਵੈਰੀ ਲਿਟਲ ਮਨੀ ਔਰ 3 ਆਦਮੀ ਤੋਂ ਲੈ ਕੇ ਫਿਰ ਉਹੀ ਜਗ੍ਹਾ ਜਿਹੜੀ ਹੈਗੀ ਉਹ 30 ਤੇ ਪਹੁੰਚ ਗਈ। ਵਾਹ, ਬਹੁਤ। ਤੇ ਇਸ ਢੰਗ ਨਾਲ ਸਾਰੇ ਜਿੰਨੇ ਵੀ ਕੰਪਨੀ ਸਨ, ਜਿੰਨੇ ਵੀ ਮੈਨੂਫੈਕਚਰਰ ਸਨ, ਉਹਨਾਂ ਨੂੰ ਮੈਂ ਸਪਲਾਈ ਕਰਦਾ ਹੁੰਦਾ ਸੀਗਾ। ਪਰ ਕੁਦਰਤ ਦੇ ਰੰਗ ਨੇ ਇਹ ਆਦਮੀ ਨੂੰ ਕੋਈ ਪਤਾ ਨਹੀਂ ਕਿਹੜੇ ਮੌਕੇ ਕੀ ਹੋ ਜਾਣਾ ਹੈ ਜੀ। ਉਦੋਂ ਬਾਅਦ ਫਿਰ 84 ਰਾਇਟਸ ਹੋ ਗਏ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਸਫ਼ਰ ਕੀਤਾ। ਕਾਫੀ ਮੈਨੂਫੈਕਚਰਿੰਗ ਪਲਾਂਟ ਵੀ ਜਲਾਇਆ ਗਿਆ, ਇੱਕ ਰੈਜ਼ੀਡੈਂਸ਼ੀਅਲ ਏਰੀਆ ਸੀ ਉਹ ਵੀ ਜਲਾਇਆ ਗਿਆ। ਇੱਕ ਮੇਰੇ ਕੋਲ ਫਿਰ ਵੀ 50% ਬਚ ਗਿਆ ਜਿਹਦੇ ਨਾਲ ਮੈਂ ਸਰਵਾਈਵ ਕਰ ਸਕਿਆ। ਇਹ ਸੈਂਬੀ ਸਾਹਿਬ, ਤੁਸੀਂ ਨੇਵੀ ਦਾ ਸਫ਼ਰ ਕਰਦੇ ਕਰਦੇ ਹਾਂ ਮੈਨੂਫੈਕਚਰਿੰਗ ਵਾਲੇ ਪਾਸੇ ਆਏ ਔਰ ਤੁਹਾਡੀ ਕੰਪਨੀ ਨੇ ਬੜੀ ਪ੍ਰੋਗਰੈਸ ਕੀਤੀ, ਬੜੀ ਤਰੱਕੀ ਕੀਤੀ। ਔਰ ਇਹ ਇੱਕ ਦੁਖਦਾਈ ਕਾਂਡ ਆ, ਕੱਲਾ ਉਹ ਸੈਂਬੀ ਸਾਹਿਬ ਨਾਲ ਹੀ ਸੰਬੰਧਿਤ ਨਹੀਂ ਹੈ। ਬਿਲਕੁਲ। ਇਹ ਸਮੁੱਚੀ ਲੁਕਾਈ ਨਾਲ ਸੰਬੰਧਿਤ ਆ ਜਿਹੜਾ ਤੁਸੀਂ 84 ਦੀ ਗੱਲ ਕਰਦੇ ਆ। ਮੈਂ ਜ਼ਰੂਰ ਚਾਹਾਂਗਾ ਕਿ ਤੁਸੀਂ, ਕਿਉਂਕਿ ਚਸ਼ਮਦੀਦ ਗਵਾਹ ਹੋ ਬਿਲਕੁਲ 84 ਦੇ, ਸਾਰੀ ਦੁਨੀਆ ਨੇ ਦੇਖਿਆ ਸੁਣਿਆ, ਇੱਕ ਹਾਹਾਕਾਰ ਜਿਹੜੀ ਆ ਉਹ ਦੁਨੀਆ ਭਰ ਦੇ ਵਿੱਚ ਮੱਚੀ। ਬਿਲਕੁਲ। ਸੋ ਇਹ ਕਿਸ ਕਿਸਮ ਦੇ ਹਾਲਾਤ ਬਣੇ ਸੀਗੇ, ਕਿਉਂਕਿ ਤੁਸੀਂ ਆਪ ਖੁਦ ਵਿੱਚ ਸੀਗੇ ਤੇ ਤੁਸੀਂ ਅਜੇ ਵੀ ਉਹਨਾਂ ਨੂੰ ਬਿਆਨ ਕਰ ਸਕਦੇ ਆ। ਬਿਲਕੁਲ। ਉਹਦੇ ਵਿੱਚ 84 ਰਾਇਟਸ ਹੋਣ ਦੇ ਸਭ ਤੋਂ ਵੱਡੀ ਗੱਲ ਤਾਂ ਕਾਰਨ ਕੀ ਸੀਗੇ? ਇੱਕ ਮੈਂ ਸੈਂਬੀ ਸਾਹਿਬ ਸੋਚਦਾ ਕਿ ਉਹ ਰਾਈਟਸ ਨੇ ਸੀਗੇ। ਹਾਂ। ਉਹ ਰਾਈਟਸ ਤਾਂ ਇਹ ਹੁੰਦੇ ਹੈਗੇ ਆ ਕਿ ਦੋ ਧਿਰਾਂ ਆਪਸ ਦੇ ਵਿੱਚ ਲੜਨ। ਬਿਲਕੁਲ ਠੀਕ ਹੈ। ਇਹ ਤਾਂ ਜਿਹੜੇ ਇੱਕ ਕਮਿਊਨਿਟੀ ਸੀਗੀ, ਸਿੱਖ ਕਮਿਊਨਿਟੀ,
ਉਹਨਾਂ ਨੂੰ ਸੁੱਤਿਆਂ ਪਿਆਂ ਨੂੰ ਇੱਕ ਤਰੀਕੇ ਨਾਲ ਕਹਿ ਲਓ, ਉਹਨਾਂ ਨੂੰ ਪਤਾ ਹੀ ਨਹੀਂ ਕਿਸੇ ਨੂੰ ਕੁਛ ਵੀ। ਬਿਲਕੁਲ। ਉਹਨਾਂ ਨੂੰ ਨਾ ਇਹ ਪਤਾ ਹੈਗਾ ਵੀ ਕੀ ਗੱਲ ਹੋਈ ਆ, ਕਾਹਦੇ ਕਰਕੇ ਹੋ ਰਿਹਾ ਹੈਗਾ। ਉਹ ਤਾਂ ਉਹਨਾਂ ਨੂੰ ਅਣਭੋਲ ਮਤਲਬ ਫੜ ਕੇ ਤੇ ਇਸ ਤਰੀਕੇ ਨਾਲ ਉਹਨਾਂ ਦਾ ਕੀਤਾ ਗਿਆ, ਜਿਹੜਾ ਕਿ ਹੁਣ ਤੁਸੀਂ ਦੱਸੋਗੇ। ਸੋ ਮੈਂ ਇਹ ਸਮਝਦਾ ਵੀ ਇਹਨੂੰ ਨਾ ਮਤਲਬ ਇੱਕ ਪਾਸੜ ਜਿਹੜੀ ਹਮਲਾ ਹੈਗਾ, ਇੱਕ ਨਸਲਕੁਸ਼ੀ ਕਹਿ ਸਕਦੇ ਆ ਆਪਾਂ, ਇੱਕ ਜੈਨੋਸਾਈਡ ਕਹਿ ਸਕਦੇ ਆ, ਜਿਹੜਾ 84 ਦੇ ਵਿੱਚ ਵਾਪਰਿਆ। ਬਿਲਕੁਲ, ਇਹ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਇਹ ਜੈਨੋਸਾਈਡ ਹੀ ਸੀਗਾ, ਕਿਉਂਕਿ ਇੱਕ ਤਰਫਾ ਹੋਇਆ ਜੀ। ਕਿਉਂਕਿ ਸਾਨੂੰ ਤੇ ਪਤਾ ਹੀ ਵੀ ਨਹੀਂ ਸੀਗਾ ਵੀ ਇਹ ਕਾਰਨ ਵੀ ਹੋ ਸਕਦਾ ਹੈ। ਪਰ ਉਸ ਤੋਂ ਪਹਿਲਾਂ ਇਹਦਾ ਹੋਣ ਦਾ ਕਾਰਨ ਜੇ ਆਪਾਂ ਇਕੱਲਾ ਆਖੀਏ ਕਿ ਇੰਦਰਾ ਗਾਂਧੀ ਮਾਰੀ ਗਈ ਤਾਂ ਇਹ ਸਭ ਕੁਝ ਹੋਇਆ, ਨਹੀਂ। ਇਹ ਬੇਸਿਕਲੀ ਭਖਦਾ ਉਹ ਸਟੇਜ ਤੇ ਪਹੁੰਚ ਗਿਆ ਔਰ ਉਸਨੇ ਇਗਨਾਈਟ ਕਰਤਾ। ਉਸਨੇ ਇਸ ਚੀਜ਼ ਨੂੰ ਇਗਨਾਈਟ ਕੀਤਾ ਹੈਗਾ। ਐਕਚੁਅਲੀ ਹਿਊਮਨ ਟੈਂਡੈਂਸੀ ਹੈ ਕਿ ਆਦਮੀ ਜਿਹੜੇ ਪੋਲੀਟੀਸ਼ੀਅਨਸ ਹੈ ਇਹ ਆਪਣੀਆਂ ਕੁਰਸੀਆਂ ਪਿੱਛੇ ਕੁਝ ਵੀ ਕਰ ਸਕਦੇ ਨੇ। ਸਹੀ ਗੱਲ। ਇਹ ਸਾਰਾ ਕੁਝ 84 ਤੱਕ ਪਹੁੰਚਣ ਤੋਂ ਪਹਿਲਾਂ ਇਹ ਸਭ ਕੁਝ ਸ਼ੁਰੂ ਹੋਇਆ ਸੀਗਾ। ਜੋ ਹਾਲਾਤ ਪੰਜਾਬ ਦੇ ਵਿੱਚ ਬਣੇ, ਉਹ ਪੰਜਾਬ ਦੇ ਵਿੱਚ ਹਾਲਾਤਾਂ ਦੇ ਬਣਨ ਦੇ ਕਾਰਨ ਉਹ ਸਭ ਚੀਜ਼ਾਂ ਵੀ ਪੋਲੀਟੀਕਲੀ ਹੀ ਸਨ। ਜਿੰਨੇ ਆਪਣੇ ਪੋਲੀਟੀਕਲ ਲੀਡਰਸ ਹੈ, ਜੇ ਆਪਾਂ ਆਖੀਏ ਬਹੁਤ ਸੱਚੇ ਇਮਾਨਦਾਰ ਲੋਕ ਹੈ, ਨਹੀਂ ਹੈ। ਆਪਣੀ ਕੁਰਸੀ ਵਾਸਤੇ ਕੁਝ ਵੀ ਕਰ ਸਕਦੇ ਨੇ, ਕਿਸੇ ਨੂੰ ਵੀ ਇਗਨਾਈਟ ਕਰ ਸਕਦੇ ਨੇ। ਉਹ ਲੋਕ ਦੂਸਰੇ ਦੇ ਕੰਧੇ ਦੇ ਉੱਤੇ ਚਲਾ ਕੇ ਬੰਦੂਕ ਚਲਾਉਂਦੇ ਨੇ, ਆਪ ਦੇ ਕੰਧੇ ਤੇ ਨਹੀਂ ਚਲਾਉਂਦੇ। ਉਹਨਾਂ ਕਾਰਨਾਂ ਕਰਕੇ ਔਰ ਜਦੋਂ ਇੰਦਰਾ ਗਾਂਧੀ ਮਾਰੀ ਗਈ ਤਾਂ ਉਸਨੇ ਇਸ ਢੰਗ ਨਾਲ ਯੂਨਾਈਟ ਕਰਤਾ ਕਿ ਇਹ ਕੰਮ ਸਾਰਾ ਗੌਰਮੈਂਟ ਨੇ ਆਪਣੇ ਆਪ ਕਰਾਇਆ, ਕਿਉਂਕਿ ਉਹਨਾਂ ਦੀ ਵਜ਼ਾਰਤ ਸੀ। ਔਰ ਸਭ ਤੋਂ ਵੱਡੀ ਦਿੱਕਤ ਇਹ ਆਈ ਕਿ ਗਿਆਨੀ ਜੈਲ ਸਿੰਘ ਨੇ ਰਾਜੀਵ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਬਣਾਇਆ, ਜੋ ਕਿ ਸੰਵਿਧਾਨ ਦੇ ਮੁਤਾਬਿਕ ਬਿਲਕੁਲ ਗਲਤ ਸੀ। ਜੇ ਉਸ ਟਾਈਮ ਹੋਮ ਮਿਨਿਸਟਰ ਨੂੰ ਬਣਾ ਗਿਆ ਹੁੰਦਾ ਤਾਂ ਮਿਲਟਰੀ ਲਾਈ ਹੁੰਦੀ, ਇਹ ਕਾਂਡ ਹੋਣਾ ਨਹੀਂ ਸੀ। ਇਹ ਸਭ ਗਲਤੀਆਂ ਦੇ ਕਾਰਨ ਉਦੋਂ ਪੋਲੀਟੀਸ਼ੀਅਨ ਸਾਰੇ ਕਾਂਗਰਸ ਦੇ ਬਣ ਗਏ, ਰਾਜੀਵ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਬਣਾਤਾ, ਉਹਨਾਂ ਦੇ ਹੱਥ ਬਾਗਡੋਰ ਆ ਗਈ। ਉਹ ਆਉਣ ਦੇ ਕਾਰਨ ਉਹਨਾਂ ਨੇ ਜਿੰਨਾ ਵੀ ਸਾਰੀ ਮਸ਼ੀਨਰੀ ਸੀਗੀ, ਉਹ ਸਾਰੀ ਮਸ਼ੀਨਰੀ ਨੂੰ ਯੂਜ਼ ਕਰਕੇ ਸਿੱਖਾਂ 'ਤੇ ਜਿੱਥੇ ਵੀ ਹੋ ਸਕਿਆ, ਈਵਨ ਆਲ ਓਵਰ ਦਾ ਇੰਡੀਆ ਹੋਇਆ। ਇਹ ਨਹੀਂ ਹੈ ਇਕੱਲਾ ਕਿ ਦਿੱਲੀ 'ਚ ਹੀ ਹੋਇਆ ਹੈਗਾ, ਲਖਨਊ ਵੀ ਹੋਇਆ ਹੈ, ਬਾਕੀ ਸਾਰੇ ਵੱਡੇ ਸਾਰੇ ਸ਼ਹਿਰਾਂ ਦੇ ਵਿੱਚ ਹੋਇਆ ਹੈਗਾ। ਜਿੱਥੇ ਵੀ ਕਿਸੇ ਨੂੰ ਮੌਕਾ ਮਿਲਿਆ ਉਹਨਾਂ ਨੇ ਜ਼ਰੂਰ ਇਹ ਸਿੱਖਾਂ ਦੇ ਉੱਤੇ ਬਹੁਤ ਹਮਲਾ ਕੀਤਾ ਔਰ ਉਹਨਾਂ ਦੀ ਕੋਸ਼ਿਸ਼ ਸੀ ਕਿ ਅਸੀਂ ਸਿੱਖਾਂ ਨੂੰ ਖਤਮ ਕਰ ਦੇਣਾ ਹੈ। ਪਰ ਉਸ ਗੁਰੂ ਨਾਨਕ ਸਾਹਿਬ ਦੀ ਇਸ ਪਨੀਰੀ ਨੂੰ ਕੋਈ ਮਾਰ ਨਹੀਂ ਸਕਿਆ। ਇਹ ਸਹੀ ਗੱਲ ਹੈ ਜੀ ਕਿ ਗੁਰੂ ਸਾਹਿਬਾਨ ਦੀ ਇਹ ਪਨੀਰੀ ਆ। ਤੇ ਇਹ ਸ਼ੁਰੂਆਤ ਕਿਵੇਂ ਹੋਈ? ਮਤਲਬ ਕਿਉਂਕਿ ਜਦੋਂ ਇੱਕ ਅੱਧਾ ਦਿਨ ਤਾਂ ਮੇਰਾ ਖਿਆਲ ਕੁਛ ਨਹੀਂ ਹੋਇਆ, ਤੇ ਉਸ ਤੋਂ ਬਾਅਦ ਇਹ ਪਲੈਨਿੰਗ ਹੋਈ ਆ। ਉਸ ਤੋਂ ਬਾਅਦ ਕਿਉਂਕਿ ਤੁਸੀਂ ਵਿੱਚ ਸੀਗੇ, ਮੈਂ ਤਾਂ ਕਰਕੇ ਤੁਹਾਨੂੰ ਇਹ ਸਵਾਲ ਕਰ ਰਿਹਾ ਹੈਗਾ ਕਿ ਇਹ ਸ਼ੁਰੂਆਤ ਕਿਵੇਂ ਹੋਈ? ਸ਼ੁਰੂਆਤ ਦੇ ਵਿੱਚ ਤਾਂ ਐਕਚੁਅਲੀ ਜਦੋਂ 11 ਕੁ ਵਜੇ ਦੇ ਕਰੀਬ ਪਤਾ ਲੱਗ ਚੱਲਿਆ ਇਸ ਚੀਜ਼ ਦਾ, ਔਰ ਉਸ ਟਾਈਮ ਜਦੋਂ ਗੋਲੀ ਲੱਗ ਗਈ ਤਾਂ ਚਲੋ ਗਿਆਨੀ ਜੈਲ ਸਿੰਘ ਸ਼ਾਮ ਤੱਕ ਉੱਥੇ ਵੀ ਗਏ ਨੇ, ਆਪਣੇ ਇੰਡੀਆ ਮੈਡੀਕਲ ਜਿਹੜਾ ਆਪਣਾ ਹੈਗਾ ਇੰਸਟੀਚਿਊਟ ਹੈਗਾ, ਅਤੇ ਈਵਨ ਉਸ ਟਾਈਮ ਗਿਆਨੀ ਜੈਲ ਸਿੰਘ 'ਤੇ ਵੀ ਹਮਲਾ ਹੋਇਆ। ਉਹ ਕੋਈ ਖਾਸ ਹਮਲਾ ਨਹੀਂ ਸੀ, ਥੋੜ੍ਹੇ ਬਹੁਤ ਪੱਥਰ ਮਾਰੇ ਗਏ, ਇਹਨਾਂ ਇੱਥੋਂ ਤੱਕ ਹੀ ਸੀਮਿਤ ਸੀਗਾ। ਲੇਕਿਨ ਇਹ ਸਾਰਾ ਕਾਂਡ ਦੂਸਰੇ ਦਿਨ ਹੋਇਆ ਹੈਗਾ। ਉਸ ਦਿਨ ਇਹਨਾਂ ਨੇ ਪਲੈਨਿੰਗ ਕੀਤੀ, ਦੂਸਰੇ ਦਿਨ 11 ਵਜੇ ਤੋਂ ਲੈ ਕੇ ਸ਼ੁਰੂ ਹੋਇਆ ਸਾਰਾ। ਔਰ 11 ਵਜੇ ਦਿੱਲੀ ਦੇ ਵਿੱਚ ਜਿੱਥੇ ਵੀ ਕੋਈ ਨਜ਼ਰ ਆਉਂਦਾ ਸੀਗਾ, ਇਕੱਲੇ ਦਿੱਲੀ ਵਿੱਚ ਨਹੀਂ, ਈਵਨ ਰਾਤ ਨੂੰ ਲਖਨਊ ਦੇ ਉੱਤੇ ਮੇਰਾ ਸੇਲਸਮੈਨ ਉੱਥੇ ਗਿਆ ਹੋਇਆ ਸੀ, ਸੇਲਸ ਆਪਣਾ ਉਹ ਸਭ ਕੁਛ ਕੰਮ ਦੇ ਵਾਸਤੇ, ਉੱਥੇ ਅਪਟਾਊਨ ਫੈਕਟਰੀ ਸੀਗੀ ਟੀਵੀ ਦੀ। ਔਰ ਉਹਨੇ ਰਾਤ ਨੂੰ ਦੇਖਿਆ ਕਿ ਉੱਥੇ ਜਿਹੜਾ ਵੀ ਸਰਦਾਰ ਕੋਈ ਸਟੇਸ਼ਨ 'ਤੇ ਮਿਲਿਆਗਾ ਉਸ ਨੂੰ ਫੜ ਕੇ ਉੱਥੇ ਉਹਨੂੰ ਕੁੱਟ ਮਾਰ ਕਰਕੇ ਉੱਥੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਈਵਨ ਇੱਕ ਸਟਾਲ ਸੀਗਾ ਉੱਥੇ ਲਖਨਊ ਦੇ ਵਿੱਚ, ਈਵਨ ਉਹ ਵੀ ਰਾਤ ਨੂੰ ਸਾੜਿਆ ਗਿਆ ਜਿਸ ਦਿਨ ਇੰਦਰਾ ਗਾਂਧੀ ਮਾਰੀ ਗਈ ਹੈ। ਜਦਕਿ ਦਿੱਲੀ ਦੇ ਵਿੱਚ ਰਾਇਟਸ ਦੂਸਰੇ ਦਿਨ ਹੁੰਦੇ ਨੇ 11 ਵਜੇ ਤੋਂ ਬਾਅਦ। ਦਿੱਲੀ ਦੇ ਵਿੱਚ 11 ਵਜੇ ਤੋਂ ਬਾਅਦ ਹੋ ਜਾਂਦਾ, ਔਰ ਬਾਕੀ ਸ਼ਹਿਰਾਂ ਦੇ ਵਿੱਚ ਉਸੇ ਰਾਤ ਨੂੰ ਹੀ ਸ਼ੁਰੂ ਹੋ ਗਿਆ ਸੀਗਾ, ਕਿਉਂਕਿ ਗੌਰਮੈਂਟ ਤੋਂ ਇਹ ਸਭ ਚੀਜ਼ਾਂ ਪਲਾਨ ਕਰਕੇ ਸਭ ਜਗ੍ਹਾ ਇੰਸਟਰਕਸ਼ਨਾਂ ਦੇ ਕੇ ਇਹ ਸਭ ਕੁਝ ਕੀਤਾ ਗਿਆ ਸੀਗਾ। ਇਹ ਮਤਲਬ ਕਿ ਤੁਹਾਡੇ ਦੱਸਣ ਦੇ ਮੁਤਾਬਕ
ਮਤਲਬ ਇਹ ਸਾਰਾ ਪਲੈਨਿੰਗ ਸੀਗੀ ਔਰ ਇਹਦੇ 'ਚ ਸਰਕਾਰ ਦਾ ਤੇ ਰੂਲਿੰਗ ਪਾਰਟੀ ਦਾ ਹੱਥ ਸੀ। ਬਿਲਕੁਲ। ਤੇ ਇਹ ਜਿਹੜੀ ਤੁਸੀਂ ਗਿਆਨੀ ਜੈਲ ਸਿੰਘ ਹੁਣਾਂ ਵਾਲੀ ਗੱਲ ਦੱਸਦੇ ਹੋ, ਹਾਂ, ਗਿਆਨੀ ਜੈਲ ਸਿੰਘ ਉਦੋਂ ਰਾਸ਼ਟਰਪਤੀ ਸੀਗੇ। ਬਿਲਕੁਲ। ਮਤਲਬ ਜੇ ਰਾਸ਼ਟਰਪਤੀ ਦੇ ਅਹੁਦੇ ਤੇ ਬੈਠਾ ਹੋਇਆ ਜਿਹੜਾ ਕਿ ਹੈੱਡ ਆਫ ਦੀ ਸਟੇਟ ਆ, ਪ੍ਰਾਈਮ ਮਿਨਿਸਟਰ ਜਿਹੜਾ ਉਹ ਹੈੱਡ ਆਫ ਦਾ ਗਵਰਨਮੈਂਟ ਆ, ਬਿਲਕੁਲ। ਹੈੱਡ ਆਫ ਦਾ ਸਟੇਟ ਜਿਹੜਾ ਆ ਉਹ ਰਾਸ਼ਟਰਪਤੀ ਆ, ਤੇ ਰਾਸ਼ਟਰਪਤੀ ਦੇ ਉੱਤੇ ਜੇ ਹਮਲਾ ਹੁੰਦਾ ਆ ਤਾਂ ਫਿਰ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਵੀ ਆਮ ਆਦਮੀ ਦਾ ਕੀ ਵੱਟੀ ਦੀ ਹੋਊਗੀ। ਬਿਲਕੁਲ ਸਹੀ ਹੈ। ਤੇ ਤੁਸੀਂ ਫਿਰ ਕਿਵੇਂ, ਤੁਹਾਡੇ ਨਿੱਜੀ ਤੌਰ ਤੇ ਕਿਵੇਂ ਤੁਸੀਂ ਕਿਵੇਂ ਤੁਸੀਂ ਸਾਡੇ ਸਾਹਮਣੇ ਹੁਣ ਬੈਠੇ ਆ, ਤੇ ਕਿਵੇਂ ਤੁਹਾਡਾ ਕਿਵੇਂ ਬਚਾਅ ਹੋਇਆ? ਕਿਉਂਕਿ ਤੁਹਾਡੀ ਫੈਕਟਰੀ ਨੂੰ ਅੱਗ ਲਾਤੀ, ਹੋਰ ਜਿਹੜੇ ਤੁਹਾਡੇ ਕਾਰੋਬਾਰ ਸੀਗੇ ਉਹ ਸਾੜ ਦਿੱਤੇ। ਬਿਲਕੁਲ। ਇਕੱਲੇ ਤੁਹਾਡੇ ਨਹੀਂ, ਸਾਰੇ ਹੀ ਮਤਲਬ ਇੱਕ ਭਾਈਚਾਰਾ ਜਿਹੜਾ ਹੈਗਾ ਸਿੱਖ ਭਾਈਚਾਰਾ, ਉਹਦੀਆਂ ਮਤਲਬ ਸਭ ਕੁਛ, ਘਰ ਬਾਰ ਕਾਰੋਬਾਰ ਸਾਰੇ। ਤੇ ਫਿਰ ਸੈਂਭੀ ਸਾਹਿਬ ਕਿਵੇਂ ਉੱਥੋਂ ਬਚੇ? ਬਸ ਉਹ ਬਚਣ ਦਾ ਮੈਂ ਤਾਂ ਇਹੀ ਕਹਾਂਗਾ ਕਿ ਬਈ ਆਦਮੀ ਸਿਆਣਪ ਦੇ ਨਾਲ ਨਹੀਂ ਬਚਦਾ, ਕੁਦਰਤ ਕੰਮ ਕਰਦੀ ਹੈ। ਅਸੀਂ ਵੀ ਉਸੇ ਚੱਕਰ ਦੇ ਵਿੱਚ ਸੀਗੇ। ਮੇਰਾ ਬ੍ਰਦਰ ਸੀ, ਉਹਨਾਂ ਦੀ ਫੈਮਿਲੀ ਵੀ ਸੀਗੀ। ਉਹ ਫੈਮਿਲੀ ਦੂਸਰੀ ਜਗ੍ਹਾ ਸੀਗੀ, ਦੂਸਰੀ ਫੈਕਟਰੀ ਜਿਹੜੀ ਮੈਂ ਦੱਸਣਾ ਕਿ ਉਹ ਜਲਾ ਦਿੱਤੀ ਗਈ। ਅਤੇ ਮੈਂ ਵੀ ਇੱਕ ਫੈਕਟਰੀ ਦੇ ਵਿੱਚ ਸੰਭਾਲਦਾ ਸੀਗਾ। ਸਾਡੀਆਂ ਉੱਥੇ 2 ਫੈਕਟਰੀਆਂ ਸੀਗੀਆਂ, ਉੱਥੇ ਰਿਹਾਇਸ਼ ਸੀਗੀ। ਔਰ ਮੈਂ ਤੁਹਾਨੂੰ ਦੱਸਦਾ ਕਿ ਜਦੋਂ 11 ਵਜੇ ਪਤਾ ਲੱਗਿਆ ਕਿ ਵੀ ਇਹ ਸ਼ੁਰੂ ਹੋ ਗਿਆ ਹੈ, ਤਾਂ ਸਾਡੇ ਪੜੋਸੀਆਂ ਨੇ ਸਾਡੀ ਹਿਫਾਜ਼ਤ ਕੀਤੀ ਕਿ ਤੁਸੀਂ ਅੰਦਰ ਚੱਲ ਜਾਓ। ਅਸੀਂ ਅੰਦਰ ਚਲੇ ਗਏ, ਸਾਰਾ ਦਿਨ ਲੰਘ ਗਿਆ। ਪਰ ਪੜੋਸੀ ਸਾਡੇ ਬਹੁਤ ਅੱਛੇ ਸੀਗੇ, ਕਿਉਂਕਿ ਜੇ ਤੁਸੀਂ ਅੱਛਾ ਕਰਮ ਕਰਦੇ ਹੋ ਤਾਂ ਤੁਹਾਡੇ ਪੜੋਸੀ ਤੁਹਾਡੀ ਹੈਲਪ ਕਰਦੇ ਹਮੇਸ਼ਾ। ਉਹਨਾਂ ਨੇ ਸਾਨੂੰ ਆਪਣੇ ਘਰੇ ਰੱਖਿਆ, ਅਸੀਂ ਉੱਧਰ ਚਲੇ ਗਏ। ਉਦੋਂ ਬਾਅਦ ਫੈਕਟਰੀ ਦਾ ਸੀਗਾ, ਫੈਕਟਰੀ ਵੀ ਸੜ ਜਾਣੀ ਸੀ ਪਰ ਉਹ ਬਚ ਗਈ। ਸਾਡੇ ਸਾਹਮਣੇ ਦੂਸਰੀਆਂ ਫੈਕਟਰੀਆਂ ਸੀਗੀਆਂ, ਉਹਨਾਂ ਨੂੰ ਅੱਗ ਲਾਈ ਗਈ। ਉਹਨਾਂ ਵਿੱਚੋਂ ਇਕੱਲਾ ਇੱਕ ਲੜਕਾ ਬਚਿਆ ਹੈਗਾ, ਬਾਕੀ ਸਾਰੇ ਵਿਚਾਰੇ ਜਿੰਦਾ ਚਲੇ ਗਏ। ਸਾਡੇ ਬਿਲਕੁਲ ਸਾਹਮਣੇ ਘਰ ਸੀਗਾ, ਉਹਨਾਂ ਦਾ ਬੇਟਾ, ਉਹਨਾਂ ਦੀ ਬੇਟੀ, ਜਵਾਈ, ਦੋਤਾ, ਦੋਤੀ ਸਾਰੇ ਹੀ ਸਾੜੇ ਗਏ। ਔਰ ਉੱਥੇ ਇੰਨਾ ਨੁਕਸਾਨ ਹੋਇਆ ਸਾਡੇ ਬਿਲਕੁਲ ਸਾਹਮਣੇ ਨਜ਼ਦੀਕ। ਪਰ ਪਰਮਾਤਮਾ ਨੇ ਸਾਨੂੰ ਬਚਾਇਆ ਕਿ ਵੀ ਕਿਵੇਂ ਕਿ ਲੋਕ ਆਪਣੇ ਆਪ ਹੀ ਕੁਦਰਤ ਉਕਰਾ ਦਿੰਦੀ ਹੈ। ਸਾਡੀ ਫੈਕਟਰੀ ਨੂੰ ਵੀ ਅੱਗ ਲਾਉਣ ਆਏ ਸੀਗੇ। ਹਾਂਜੀ। ਪਰ ਉੱਥੇ ਡਰਾਈਵਰ ਸੀਗਾ, ਡਰਾਈਵਰ ਨੇ ਕੀ ਦੱਸਿਆ ਕਿ ਇਹ ਸਦਾਨ ਦੀ ਫੈਕਟਰੀ ਜ਼ਰੂਰ ਹੈ, ਜੇ ਤੁਸੀਂ ਇਸ ਫੈਕਟਰੀ ਨੂੰ ਅੱਗ ਲਾਤੀ, ਇਹਦੇ 'ਚ ਕੈਮੀਕਲ ਦਾ ਕੰਮ ਹੁੰਦਾ ਹੈਗਾ, ਸਾਰਾ ਕਬੂਲ ਨਗਰ ਉੱਡ ਜਾਏਗਾ, ਬੰਬ ਦੀ ਤਰ੍ਹਾਂ ਫਟ ਜਾਣਗੇ, ਇਸ ਕਰਕੇ ਬਚ ਗਈ। ਉਸ ਛੋਟੀ ਜਿਹੀ ਗੱਲ ਦੇ ਨਾਲ ਉਹ ਉੱਥੋਂ ਡਿਸਪਰਸ ਹੋ ਗਏ, ਤੇ ਨਹੀਂ ਤਾਂ ਇਹ ਵੀ ਖਤਮ ਹੋ ਜਾਣਾ ਸੀਗਾ। ਇਸ ਢੰਗ ਨਾਲ ਅਸੀਂ ਤੀਸਰੇ ਦਿਨ ਤੱਕ ਰਹੇ ਉਹ ਦੂਜੇ ਪਿਛਲੇ ਪੜੋਸੀਆਂ ਦੇ ਘਰ ਦੇ ਵਿੱਚ। ਉਦੋਂ ਬਾਅਦ ਮਿਲਟਰੀ ਆਈ, 3 ਦਿਨਾਂ ਬਾਅਦ ਮਿਲਟਰੀ ਆਈ ਹੈ। ਮਿਲਟਰੀ ਦੇ ਨਾਲ ਫਿਰ ਸਾਨੂੰ ਉਹ ਮਿਲਟਰੀ ਲੈ ਕੇ ਗਈ। ਫਿਰ ਅਸੀਂ ਕੈਂਪਾਂ ਦੇ ਵਿੱਚ ਰਹੇ 9 ਦਿਨ ਤੱਕ ਕੈਂਪਾਂ 'ਚ ਰਹੇ। ਔਰ ਕੈਂਪਾਂ 'ਚ ਵੀ ਕਿੱਥੇ ਨਾ ਕੋਈ ਕਮਰਾ, ਨਾ ਕੋਈ ਕੁਛ ਵੀ ਨਹੀਂ ਸੀਗਾ। ਬਾਹਰ ਬਰਾਂਡੇ ਦੇ ਬਾਹਰ ਜਿਹੜਾ ਛੋਟਾ ਜਿਹਾ ਇੱਕ ਚਵੇਤਰਾ ਜਿਹਾ ਹੁੰਦਾ, ਜਿੱਥੇ ਸੀਮੈਂਟ ਦਾ ਫਰਸ਼ ਜਿਹਾ ਲੱਗਿਆ ਹੁੰਦਾ ਹੈਗਾ, ਅਸੀਂ ਉੱਥੇ ਹੀ ਆਪਣਾ ਗੁਜ਼ਾਰਾ ਕੀਤਾ। ਔਰ ਆਪਣਾ ਕੀ, ਮੈਂ ਕਹਿੰਦਾ ਉੱਥੇ ਕਿੰਨੇ ਲੋਕ ਹੋਰ ਸੀਗੇ, ਸਭ ਦੀ ਇਹੀ ਕਹਾਣੀਆਂ ਸੀਗੀਆਂ। ਹੌਲੀ ਹੌਲੀ ਕਰਕੇ ਮਿਲਟਰੀ ਨਹੀਂ ਕੱਢੇ ਜਿੰਨੇ ਵੀ ਕੱਢੇ, ਲੇਕਿਨ ਬਾਕੀ ਮਾਰੇ ਬਹੁਤ ਗਏ। ਇਹ ਜਿਹੜੇ ਤੁਸੀਂ ਸੈਂਭੀ ਸਾਹਿਬ ਦੱਸ ਰਹੇ ਆ ਬਈ ਤੁਹਾਡਾ ਕੋਈ ਵਰਕਰ ਸੀ ਜਿਹਨੇ ਉਹਨਾਂ ਨੂੰ ਕਿਹਾ ਬਈ ਇਹਦੇ 'ਚ ਕੈਮੀਕਲ ਦਾ ਕੰਮ ਹੁੰਦਾ ਹੈਗਾ, ਮਤਲਬ ਉਹਦੇ ਕਰਕੇ ਬਚਾਅ ਹੋਇਆ। ਜਿਹੜੇ ਤੁਹਾਡੇ ਗੁਆਂਢੀ ਸੀਗੇ, ਤੁਹਾਨੂੰ ਜਿਹੜੇ ਪਨਾਹ ਦਿੰਦੇ ਸੀਗੇ, ਜਿਹੜੇ ਤੁਹਾਨੂੰ ਬਚਾ ਰਹੇ ਸੀਗੇ, ਉਹ ਗੈਰ ਸਿੱਖ ਸੀਗੇ? ਹਾਂ ਬਿਲਕੁਲ, ਮੇਰੇ 4 ਚਫੇਰੇ ਗੈਰ ਸਿੱਖ ਸੀਗੇ। ਉਹ ਚੋਪੜਾ ਸੀਗੇ, ਪਰ ਸਾਰੇ ਪੰਜਾਬੀ ਸੀਗੇ, ਕੋਈ ਦੂਸਰੀ ਭਾਸ਼ਾ ਕੋਈ ਨਹੀਂ ਸੀਗਾ। ਔਰ ਉੱਥੇ ਉਸ ਟਾਈਮ ਸਾਨੂੰ ਕਿਸੇ ਨੂੰ ਵੀ ਈਵਨ ਕਬੂਲ ਨਗਰ ਦੇ ਵਿੱਚ ਹੁਣ ਵੀ ਚਲੇ ਜਾਈਏ, ਓਨਾ ਹੀ ਪਿਆਰ ਹੈ ਅੱਜ ਵੀ। ਕਿਉਂਕਿ ਜੇ ਅਸੀਂ ਅੜੋਸ ਪੜੋਸ ਦੇ ਨਾਲ ਸਭ ਦੇ ਨਾਲ ਬਣਾ ਕੇ ਰੱਖੋਗੇ, ਤੁਹਾਡਾ ਵਿਚਾਰ ਹਮੇਸ਼ਾ ਅੱਛੇ ਰਹਿਣਗੇ, ਤਾਂ ਤੁਹਾਡੀ ਹੈਲਪ ਜ਼ਰੂਰ ਕਰਨਗੇ। ਔਰ ਉਹਨਾਂ ਨੇ ਆਪਣੀ ਜਾਨ ਦੇ ਉੱਤੇ ਖੇਲ ਕੇ ਬਚਾਇਆ ਸਾਨੂੰ। ਦੂਜੇ ਬੰਨੇ ਦੇਖੋ ਸੈਂਭੀ ਸਾਹਿਬ, ਮੈਨੂੰ ਯਾਦ ਆਉਂਦੀਆਂ ਗੱਲਾਂ, ਮੈਂ ਟੀਵੀ ਤੇ ਦੇਖਦਾ ਸੀਗਾ। ਟੀਵੀ ਦੇ ਉੱਤੇ ਜਿਹੜੀ ਇੰਦਰਾ ਗਾਂਧੀ ਆ ਉਹਦੀ ਲਾਸ਼ ਦਿਖਾ ਰਹੇ ਸੀਗੇ। ਬਿਲਕੁਲ। ਲਾਸ਼ ਦਿਖਾਉਂਦੇ ਜਿਹੜੀ ਕਮੈਂਟਰੀ ਕੀਤੀ ਜਾ ਰਹੀ ਸੀਗੀ, ਇੱਕ ਬਹੁਤ ਵੱਡੇ ਹਿੰਦੀ ਦੇ ਲੇਖਕ ਸੀਗੇ, ਉਹ ਕਮੈਂਟਰੀ ਕਰ ਰਹੇ ਹੈਗੇ ਆ। ਔਰ ਕਮੈਂਟਰੀ ਉਹਨਾਂ ਦੀ ਇਸ ਕਿਸਮ ਦੀ ਆ ਕਿ ਜਿੱਥੇ ਕਿਤੇ ਕੋਈ ਮਾਰ ਧਾੜ ਸ਼ੁਰੂ ਹੋਈ ਆ,
ਵੀ ਜੇ ਕਿਤੇ ਕੋਈ 10 ਬੰਦੇ ਮਾਰੇ ਆ ਤੇ ਉਹ ਕਮੈਂਟਰੀ ਸੁਣ ਕੇ ਉਹ 20 ਬੰਦੇ ਜ਼ਰੂਰ ਮਾਰਨਗੇ। ਇਸ ਕਿਸਮ ਦੀ ਕਮੈਂਟਰੀ ਕੀਤੀ ਜਾ ਰਹੀ ਸੀਗੀ। ਔਰ टीवी ਦੇ ਉੱਤੇ ਮੈਂ ਨਾਰੇ ਲੱਗਦੇ ਸੁਣੇ, खून का बदला खून से लेंगे। बिल्कुल सही, मतलब ਆਪਣੇ ਕੰਨਾਂ ਨਾਲ ਮੈਂ ਸੁਣੇ। बिल्कुल सही कह रहे। ਤੇ ਅੱਜ ਵੀ ਮੇਰੇ ਦਿਮਾਗ 'ਚ ਇਹ ਗੱਲ ਆਉਂਦੀ ਆ ਕਿ 2 ਗਾਰਡ ਜਿਹੜੇ ਹੈਗੇ ਆ, ਹਾਂ, ਬਿਆਨ ਸਿੰਘ ਤੇ ਸਤਵੰਤ ਸਿੰਘ, ਬਿਲਕੁਲ, ਉਹਨਾਂ ਨੇ ਗੋਲੀ ਚਲਾਈ। ਉਹਨਾਂ ਦੇ ਜਜ਼ਬਾਤ ਸੀਗੇ, ਬਿਲਕੁਲ, ਕਿਵੇਂ ਵੀ ਉਹਨਾਂ ਦੇ ਜਜ਼ਬਾਤ ਬਣੇ, ਉਹਨਾਂ ਨੇ ਗੋਲੀ ਚਲਾਈ ਤੇ ਉਹਨਾਂ ਚੋਂ ਇੱਕ ਜਣੇ ਨੂੰ ਉੱਥੇ ਮਾਰ ਮੁਕਾ ਦਿੱਤਾ ਗਿਆ। ਬਿਲਕੁਲ। ਤੇ ਉਹ ਮੁੜ ਕੇ ਬਦਲਾ ਕਿਹਦੇ ਕੋਲੋਂ ਲੈਣਾ ਸੀਗਾ? ਮਤਲਬ ਕਿ ਪ੍ਰਾਈਮ ਮਿਨਿਸਟਰ ਨੂੰ ਗੋਲੀ ਮਾਰਨ ਵਾਲੇ ਜਿਹੜੇ 2 ਬੰਦੇ ਆ, ਉਹਨਾਂ ਚੋਂ ਇੱਕ ਨੂੰ ਤੁਸੀਂ ਮਾਰ ਦਿੱਤਾ, ਬਿਆਨ ਸਿੰਘ ਨੂੰ ਮੌਕੇ ਤੇ ਮਾਰ ਦਿੱਤਾ, ਸਤਵੰਤ ਸਿੰਘ ਤੇ ਵੀ ਗੋਲੀ ਚੱਲੀ। ਤੇ ਹੁਣ ਉਸ ਤੋਂ ਬਾਅਦ ਕਿਹਦੇ ਤੋਂ ਬਦਲਾ ਲੈਣਾ ਸੀਗਾ? ਬਦਲਾ ਤਾਂ ਲੈ ਲਿਆ ਬਈ ਤੁਸੀਂ ਜਿਹਨੂੰ ਕਹਿੰਦੇ ਹੋ ਵੀ ਇਹ ਕਾਤਲ ਆ, ਇਹਨੇ ਮਾਰਿਆ, ਉਹਨੂੰ ਤੁਸੀਂ ਮਾਰ ਦਿੱਤਾ। ਬਿਲਕੁਲ। ਔਰ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਆ ਉਹ ਉਸ ਵੇਲੇ ਹੋਈਆਂ। ਤੇ ਜਦੋਂ ਸਹੁੰ ਚੁਕਾਤੀ ਜੈਲ ਸਿੰਘ ਹੋਰਾਂ ਨੇ ਰਾਜੀਵ ਗਾਂਧੀ ਨੂੰ, ਤੇ ਰਾਜੀਵ ਗਾਂਧੀ प्राइम मिनिस्टर की हैसियत दे विच कह रहा, बिल्कुल, कि जब कोई बड़ा पेड़ गिरता है तो धरती हिलती है, कांपती है। बिल्कुल मैं ਉਹਦੇ ਜਵਾਬ ਦੇ ਵਿੱਚ ਉਹਦੇ ਉੱਤੇ ਕਮੈਂਟ ਕੀਤਾ ਹੈਗਾ ਆਪਣੀ ਇੱਕ ਮੈਂ ਕਵਿਤਾ, ਕਾਫੀ ਲੰਬੀ ਸੀਗੀ। ਠੀਕ ਹੈ। ਉਹਦਾ ਮੈਂ ਤੁਹਾਨੂੰ ਇੱਕ ਹਿੱਸਾ ਥੋੜਾ ਜਿਹਾ ਸੁਣਾਉਣਾ ਹੈ। ਉਹ ਮੇਰੀ ਕਵਿਤਾ ਦਾ ਹਿੱਸਾ ਇਹ ਆ ਕਿ ਉਹ ਬਖੂਬੀ ਜਾਣਦਾ ਏ ਕਿ ਰੁੱਖਾਂ ਦੇ ਡਿੱਗਣ ਨਾਲ ਧਰਤੀ ਕੰਬਦੀ ਏ, ਪਰ ਧਰਤੀ ਮਾਂ ਏ ਜੋ ਸਭ ਰੁੱਖਾਂ ਨੂੰ ਜੰਮਦੀ ਏ ਤੇ ਸਾਵੀਂ ਪੀੜ ਵਿਆਮਦੀ ਏ। ਫਿਰ ਚੰਦਨ ਟਾਹਲੀ ਤੇ ਕਿੱਕਰ 'ਚ ਫਰਕ ਕਿਹਾ, ਚੰਦਨ ਨੂੰ ਖੁਸ਼ਬੂ ਕਿਸ ਬਖਸ਼ੀ, ਉਹ ਪੁੱਛਦਾ ਏ। ਸੋ ਇਸ ਕਿਸਮ ਦੇ ਹੁਕਮਰਾਨ ਜਿਹੜੇ ਆ, ਦੇਖੋ ਇਹ ਸੈਂਬੀ ਸਾਹਿਬ ਬੜਾ ਮਤਲਬ ਇੱਕ ਇਤਿਹਾਸ ਦਾ ਵਿਸ਼ਾ ਆ। ਬਹੁਤ ਸਾਰੀਆਂ ਕਿਤਾਬਾਂ ਇੱਥੇ ਲਿਖੀਆਂ ਗਈਆਂ ਕਿ ਗੋਲਡਨ ਟੈਂਪਲ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਕਿਉਂ ਅਟੈਕ ਕੀਤਾ ਗਿਆ, ਕੀ ਉਹ ਬਚਾਇਆ ਨਹੀਂ ਜਾ ਸਕਦਾ ਸੀਗਾ, ਕੀ ਅਵਾਇਡ ਨਹੀਂ ਸੀ ਕੀਤਾ ਜਾ ਸਕਦਾ, ਇਹਦੇ ਤੇ ਵੀ ਲਿਖਿਆ ਗਿਆ। ਔਰ ਦਿੱਲੀ ਦੇ ਵਿੱਚ ਜਿਹੜਾ ਕਤਲੇਆਮ ਹੋਇਆ ਹੈਗਾ, ਉਸ ਕਤਲੇਆਮ ਬਾਰੇ ਵੀ ਕਾਫੀ ਕੁਝ ਲਿਖਿਆ ਗਿਆ ਆ। ਬਿਲਕੁਲ ਲਿਖਿਆ ਗਿਆ। ਔਰ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਜਿਹੜੀ ਹਿਊਮੈਨਿਟੀ ਆ ਉਹ ਨਹੀਂ ਮਰਦੀ ਹੈ। ਬਿਲਕੁਲ ਸਹੀ। ਤੁਹਾਨੂੰ ਉਹਨਾਂ ਲੋਕਾਂ ਨੇ ਬਚਾਇਆ ਜਿਹੜੇ ਤੁਹਾਡੀ ਕਮਿਊਨਿਟੀ ਦੇ ਨਹੀਂ ਸੀਗੇ। ਬਿਲਕੁਲ। ਔਰ ਦਿੱਲੀ ਦੇ ਜਿਹੜੇ ਕਤਲੇਆਮ ਆ, ਉਹਨੂੰ ਦੱਸਣ ਲਈ ਕਿ ਇੱਕ ਦਾ ਦੋਸ਼ ਸੀਗਾ, ਇੱਕ ਕਿਤਾਬ ਲਿਖੀ ਗਈ ਸੀਗੀ ਦੋਸ਼ੀ ਕੌਣ, ਉਹ ਸਾਰੇ ਦੇ ਸਾਰੇ ਹਿੰਦੂ ਸੀਗੇ। ਬਿਲਕੁਲ। ਜਿਹੜੇ ਸਮਝਦਾਰ ਹਿੰਦੂ ਸੀਗੇ ਉਹਨਾਂ ਨੇ ਕਿਹਾ ਵੀ ਇਹਦੇ ਲਈ ਜ਼ਿੰਮੇਵਾਰੀ ਕਿਹਦੀ ਹੈਗੀ ਆ? ਗੌਰਮੈਂਟ ਦੀ ਆ, ਸਰਕਾਰ ਦੀ ਆ, ਆਪਣੇ ਜਿਹੜੀ ਰੂਲਿੰਗ ਪਾਰਟੀ ਆ ਉਹਦੀ ਆ। ਸੋ ਇਹ ਇੱਕ ਅੱਜ ਤੱਕ ਵੀ ਇਹ ਚੱਲਦਾ ਆ ਰਿਹਾ ਹੈਗਾ ਕਿ ਬਈ ਬੰਦੇ ਮਰ ਜਾਣ ਤਾਂ ਮਰ ਜਾਣ, ਸਾਡੀ ਕੁਰਸੀ ਕਾਇਮ ਰਹਿਣੀ ਚਾਹੀਦੀ ਆ। ਬਿਲਕੁਲ। ਅੱਜ ਵੀ ਮਤਲਬ ਬਦਕਿਸਮਤੀ ਆ ਇਹ ਸਾਡੇ ਦੇਸ਼ ਦੀ ਕਿ ਜਿਹਦਾ ਭਾਰਤ ਦਾ ਸੰਵਿਧਾਨ ਜਿਹੜਾ ਹੈਗਾ ਉਹ ਸੈਕੂਲਰ ਸੰਵਿਧਾਨ ਆ, ਜਿਹਦੇ ਵਿੱਚ ਹਰ ਇੱਕ ਨੂੰ ਬਰਾਬਰ ਦਾ ਹੱਕ ਦਿੱਤਾ ਗਿਆ। ਜਿਹੜਾ ਉਸ ਧਰਤੀ ਤੇ ਪੈਦਾ ਹੋਇਆ, ਬਿਲਕੁਲ, ਉਹਨੂੰ ਆਪਣੇ ਅਕੀਦੇ ਮੁਤਾਬਕ ਧਰਮ ਨੂੰ ਅਪਣਾਉਣ ਦੀ ਆਜ਼ਾਦੀ ਆ। ਬਿਲਕੁਲ। ਉਹਨੂੰ ਆਪਣੇ ਅਕੀਦੇ ਮੁਤਾਬਕ ਪਹਿਰਾਵੇ ਦੀ ਆਜ਼ਾਦੀ ਆ। ਬਿਲਕੁਲ। ਹੁਣ ਵੀ ਤੁਸੀਂ ਦੇਖੋ ਉਹ ਗੱਲ ਲਾਂਭੇ ਜਾਂਦੀ ਹੈਗੀ ਆ। ਹੁਣ ਜਿਹੜਾ ਯੂਨੀਫਾਰਮ ਸਿਵਲ ਕੋਡ ਜਿਹੜਾ ਉਹ ਮਤਲਬ ਭਾਰਤ ਸਰਕਾਰ ਲਿਆਉਣ ਲੱਗੀ ਆ, ਬਿਲਕੁਲ, ਉਹਦੇ ਤੇ ਸਾਰੀ ਦੁਨੀਆ ਜਿਹੜੀ ਆ ਉਹ ਕਹਿ ਰਹੀ ਆ ਵੀ ਇਹ ਇਦਾਂ ਨਹੀਂ ਹੋਣਾ ਚਾਹੀਦਾ। ਬਿਲਕੁਲ ਸਹੀ ਗੱਲ। ਕਿਉਂਕਿ ਹਰ ਬੰਦੇ ਨੂੰ, ਹਰ ਧਰਮ ਦੇ ਆਪਣੇ ਆਪਣੇ ਅਕੀਦੇ ਹੈਗੇ ਆ। ਬਿਲਕੁਲ ਸਹੀ। ਉਹਨਾਂ ਦੇ ਪੂਜਾ ਪਾਠ ਦੇ ਢੰਗ ਵੱਖਰੇ ਵੱਖਰੇ ਆ। ਬਿਲਕੁਲ। ਇਸ ਕਰਕੇ ਭਾਰਤ ਇੱਕ ਸੈਕੂਲਰ ਦੇਸ਼ ਆ। ਬਿਲਕੁਲ। ਇਹਦੇ ਵਿੱਚ ਕਿਸੇ ਕਮਿਊਨਿਟੀ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ। ਬਿਲਕੁਲ। ਤੇ ਹੁਣ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਆ ਉਹ ਤੁਹਾਨੂੰ ਕਸ਼ਟ ਨਹੀਂ ਦਿੰਦੀਆਂ ਕਿ ਅਜੇ ਵੀ ਇਹੀ ਕੁਝ ਹੋ ਰਿਹਾ ਹੈਗਾ? ਜਿਹੜਾ ਹੁਣ ਹੋ ਰਿਹਾ ਉਸ ਤੋਂ ਐਕਚੁਅਲੀ ਵੱਧ ਗਿਆ ਉਲਟਾ। ਉਸ ਟਾਈਮ ਛਲੇ ਫਿਰ ਵੀ ਬਹੁਤ ਅੱਛਾ ਟਾਈਮ ਸੀਗਾ। ਮੈਂ ਤਾਂ ਇਹੀ ਕਹਾਂਗਾ ਜਿਹੜਾ 84 ਰਾਇਟਸ ਹੋਏ ਸੀਗੇ ਉਹ ਇਹ ਕੋਈ ਨਾਰਮਲ ਆਦਮੀਆਂ ਨੇ ਨਹੀਂ ਸੀ ਕੀਤੇ, ਇਹ ਗਵਰਨਮੈਂਟ ਨੇ ਕੀਤੇ ਸੀਗੇ। ਉਹਨਾਂ ਦੇ ਨਾਲ ਇਹ ਹਮੇਸ਼ਾ ਹੁੰਦਾ ਹੈਗਾ ਜਦੋਂ ਕਿਤੇ ਵੀ ਕ੍ਰਾਈਮ ਹੁੰਦਾ ਜਾਂ ਕੁਝ ਵੀ ਹੁੰਦਾ ਹੈ,
ਜਿਹੜੀ ਕ੍ਰਾਈਮ ਪੇਸ਼ਾ ਲੋਕ ਨੇ ਜਾਂ ਗਰੀਬ ਆਦਮੀ ਹੈ ਉਹਦੀ ਹਮੇਸ਼ਾ ਟੈਂਡੈਂਸੀ ਹੁੰਦੀ ਹੈ ਵੀ ਚਲੋ ਮੈਂ ਇੱਥੋਂ ਕੁਝ ਫਾਇਦਾ ਉਠਾ ਲਵਾਂ। ਜਿਹੜੀਆਂ ਝੁੱਗੀ ਝੌਂਪੜੀ ਦੇ ਵਿੱਚ ਲੋਕ ਵਿਚਾਰੇ ਰਹਿ ਰਹੇ ਸੀ, ਗਰੀਬ ਲੋਕ ਸੀਗੇ, ਪੋਲੀਟੀਸ਼ੀਅਨਸ ਦੇ ਆ ਕੇ ਉਹਨਾਂ ਨੂੰ ਇਗਨਾਈਟ ਕਰ ਦਿੱਤਾ। ਉਹਨਾਂ ਨੇ ਹੀ ਆ ਕੇ ਲੁੱਟਮਾਰ ਕੀਤੀ, ਦੁਕਾਨਾਂ ਜਲਾਈਆਂ, ਜਿੰਨਾ ਸਮਾਨ ਸੀ ਕੱਢ ਕੇ ਲਿਜਾਂਦੇ ਰਹੇ। ਜੇ ਆਪਾਂ ਆਖੀਏ ਵੀ ਨਾਰਮਲ ਮਿਡਲ ਕਲਾਸ ਆਦਮੀ ਇਸ ਕੰਮ ਦੇ ਵਿੱਚ ਸੀਗਾ, ਬਿਲਕੁਲ ਨਹੀਂ ਸੀਗਾ। ਜਿੰਨੇ ਵੀ ਨਾਰਮਲ ਉੱਥੇ ਰਹਿਣ ਵਾਲੇ ਲੋਕ ਸੀਗੇ ਹਮੇਸ਼ਾ ਹੁਣ ਵੀ ਪਿਆਰ ਨਾਲ ਕਰਦੇ, ਬਾਅਦ 'ਚ ਵੀ ਪਿਆਰ ਨਾਲ ਹੀ ਰਹਿ ਰਹੇ ਨੇ। ਪਰ ਇਹ ਜਿਹੜਾ ਸਾਡਾ ਕਾਂਡ ਹੋ ਰਿਹਾ ਹੈਗਾ, ਇਹ ਜਿਹੜਾ ਹੁਣ ਦੇ ਇਸ ਮੌਕੇ ਜਿਹੜਾ ਚੱਲ ਰਿਹਾ ਹੈਗਾ ਕਿ ਆਪਣਾ UCC ਲਿਆ ਰਹੇ ਨੇ, ਉਹ UCC ਲਿਆਉਣ ਦਾ ਕਾਰਨ ਇੱਕ ਆਪਣਾ ਏਜੰਡਾ ਇਹਨਾਂ ਨੇ ਬਣਾਇਆ ਹੋਇਆ ਹੈਗਾ ਉਸ ਮੁਲਕ ਨੂੰ ਹਿੰਦੂਤਵ ਬਣਾਉਣ ਵਾਸਤੇ। ਜਿੱਥੇ ਤੱਕ ਮੈਂ ਸੋਚਦਾ ਹੈਗਾ ਇਹ ਉਸ ਪਾਸੇ ਵੱਲ ਨੂੰ ਤੁਰ ਰਹੇ ਨੇ। ਈਵਨ ਜਿਹੜੀ ਬਾਕੀ ਕਮਿਊਨਿਟੀਜ਼, ਕੋਈ ਵੀ ਕਮਿਊਨਿਟੀਜ਼ ਹੈ, ਉਹਨਾਂ ਨੂੰ ਹਮੇਸ਼ਾ ਡੀਗ੍ਰੇਡ ਕਰਨ ਵਾਸਤੇ, ਉਹਨਾਂ ਨੂੰ ਪਿੱਛੇ ਰੱਖਣ ਵਾਸਤੇ। ਇਸ ਕਰਕੇ ਇਹ ਗਲਤ ਹੈ। ਉਹ ਟਾਈਮ 84 ਰਾਈਟਸ ਹੋਏ, ਬਹੁਤ ਭਾਰੀ ਨੁਕਸਾਨ ਹੋਇਆ, ਪਰ ਇਹ ਉਹ ਰਾਈਟਸ ਦੀ ਬਜਾਏ ਦੂਜੇ ਕਾਨੂੰਨ ਤਰੀਕੇ ਦੇ ਹਿਸਾਬ ਨਾਲ ਉਹਨਾਂ ਨੇ ਉਸ ਨੂੰ ਬਿਲਕੁਲ ਬਾਕੀ ਕਮਿਊਨਿਟੀਜ਼ ਨੂੰ ਪਿੱਛਾ ਦਿਖਾਉਣ ਦੇ ਵਾਸਤੇ ਇਹ ਸਭ ਕੁਝ ਕਰ ਰਹੇ ਨੇ। ਔਰ ਇਹ ਪੋਸੀਬਲ ਨਹੀਂ ਹੈ। ਉਹ ਮੁਲਕ ਦੇ ਵਿੱਚ ਜਿਵੇਂ ਇੱਥੇ ਕੈਨੇਡਾ ਦੇ ਵਿੱਚ ਕਿੰਨੇ ਲੋਕ ਰਹਿ ਰਹੇ ਨੇ, ਸਾਰੇ ਪਿਆਰ ਦੇ ਨਾਲ ਰਹੇ, ਕੋਈ ਆਪਣੇ ਆਪਣੇ ਧਰਮ ਨੂੰ ਜਿਵੇਂ ਚੱਲਣਾ ਚਾਹੁੰਦਾ ਚੱਲ ਸਕੇਗਾ, ਪਰ ਉੱਥੇ ਉਸ ਨੂੰ ਕੋਸ਼ਿਸ਼ ਕਰਦੇ ਨੇ ਵੀ ਅਸੀਂ ਲਾਅ ਹੀ ਬਣਾ ਦਈਏ ਤਾਂ ਜੋ ਕਿ ਦੂਸਰੇ ਆਦਮੀ ਆਪਣੇ ਆਪ ਹੀ ਇੱਥੋਂ। ਇਹ ਤੁਸੀਂ ਸੈਂਬੀ ਸਾਹਿਬ ਦਰੁਸਤ ਕਿਹਾ ਹੈਗਾ ਕਿ ਬਈ ਇਹ ਠੀਕ ਆ ਕਿ ਜਿਹੜਾ ਕਤਲੇਆਮ ਸੀਗਾ ਉਹ ਬਹੁਤ ਘਿਨਾਉਣਾ ਸੀਗਾ, ਨਿੰਦਣਯੋਗ ਸੀਗਾ। ਬਿਲਕੁਲ। ਦੁਨੀਆ ਭਰ ਦੇ ਸਿਆਣੇ ਲੋਕਾਂ ਨੇ ਉਹਨੂੰ ਨਿੰਦਿਆ ਵੀ ਆ। ਬਿਲਕੁਲ। ਮਤਲਬ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਲੋਕ ਆ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਖੋਜ ਕਰ ਕਰਕੇ ਜਾ ਕੇ ਪਤਾ ਕਰ ਕਰਕੇ ਲਿਆ ਵੀ ਇਹ ਕਤਲੇਆਮ ਦਾ ਜਿਹੜਾ ਜ਼ਿੰਮਾ ਆ ਉਹ ਕਿਹਦੇ ਤੇ ਆ, ਤੇ ਉਹ ਸਾਰੇ ਦੇ ਸਾਰੇ ਗੈਰ ਸਿੱਖ ਸੀਗੇ। ਮਤਲਬ ਜਿਹੜੇ ਇਹ ਕੋਈ ਵਕੀਲ ਸੀਗੇ, ਕੋਈ ਵੱਡੇ ਜੱਜ ਰਿਟਾਇਰ ਹੋਏ ਸੀਗੇ, ਬਿਲਕੁਲ, ਜਿਹੜੇ ਹਿਊਮਨਿਸਟ ਸੀਗੇ, ਜਿਹੜੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸੀਗੇ। ਬਿਲਕੁਲ। ਤੇ ਹੁਣ ਤੁਹਾਡੀ ਗੱਲ ਠੀਕ ਹੈਗੀ ਆ ਕਿ ਦੇਖੋ ਵੇਖਣ ਨੂੰ ਬੜੀ ਵਧੀਆ ਗੱਲ ਲੱਗਦੀ ਆ ਭਈ ਯੂਨੀਫਾਰਮ ਸਿਵਲ ਕੋਡ ਚਾਹੀਦਾ ਜੀ, ਸਾਰਿਆਂ ਲਈ ਬਰਾਬਰ ਚਾਹੀਦਾ, ਪਰ ਉਹਦੇ ਪਿੱਛੇ ਭਾਵਨਾ ਕੀ ਆ? ਉਹਦੇ ਪਿੱਛੇ ਭਾਵਨਾ ਇਹ ਆ, ਸਿੱਧੀ ਗੱਲ ਆ ਕਿ ਇੱਕ ਵਿਸ਼ੇਸ਼ ਕਮਿਊਨਿਟੀ ਨੂੰ, ਮੁਸਲਿਮ ਕਮਿਊਨਿਟੀ ਨੂੰ ਆਪਾਂ ਨਫ਼ਰਤ ਦੇ ਪਾਤਰ ਬਣਾ ਕੇ ਤੇ ਫਿਰ ਉਹਦੇ ਵਿੱਚ ਜੀ ਅਸੀਂ ਇਸ ਤਰ੍ਹਾਂ ਦੀ ਗੱਲ ਕਰਨੀ ਆ। ਮਤਲਬ ਕਿ ਮੋਟੇ ਤੌਰ ਦੇ ਉੱਤੇ ਆ ਕਿ ਜਿਹੜੀ ਮੈਜੋਰਿਟੀ ਕਮਿਊਨਿਟੀ ਆ ਉਹ ਰਾਜ ਕਰੇ ਤੇ ਮਿਨੋਰਿਟੀ ਕਮਿਊਨਿਟੀ ਜਿਹੜੀ ਹੈਗੀ ਹੈ ਜੀ ਉਹਨਾਂ ਦੇ ਉੱਤੇ ਜ਼ੁਲਮ ਕੀਤਾ ਜਾਵੇ। ਸੋ ਸੈਂਬੀ ਸਾਹਿਬ ਹੁਣ ਅਸੀਂ ਇੱਕ ਲੈਂਦੇ ਹਾਂ ਛੋਟੀ ਜੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਇਸੇ ਤਰ੍ਹਾਂ ਹੀ ਆਪਣੀਆਂ ਗੱਲਾਂ ਬਾਤਾਂ ਜਾਰੀ ਰਹਿਣਗੀਆਂ। ਪਿਆਰੇ ਦਰਸ਼ਕੋ, ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਫਿਰ ਮਿਲਦੇ ਹਾਂ। ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਅਸੀਂ ਗਏ ਤੇ ਹੁਣੇ ਆਏ। ਕੀ ਤੁਸੀਂ ਕਿਸੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਜਾਂ ਨਿਊ ਕਮਰ ਹੋਣ ਕਰਕੇ ਕੈਨੇਡਾ ਵਿੱਚ ਸੈਟਲ ਹੋਣ 'ਚ ਦਿੱਕਤ ਆ ਰਹੀ ਹੈ? ਜ਼ਿੰਦਗੀ ਦੀ ਇਸ ਕਠਿਨਾਈ ਭਰੇ ਦੌਰ 'ਚੋਂ ਲੰਘਣਾ ਸੱਚਮੁੱਚ ਬੜਾ ਮੁਸ਼ਕਿਲ ਹੈ। ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਇੱਕ ਐਸੀ ਸਮਾਜ ਸੇਵੀ ਸੰਸਥਾ ਹੈ ਜੋ ਗ੍ਰੇਟਰ ਟੋਰੰਟੋ ਏਰੀਆ ਵਿੱਚ ਸਿਹਤ ਸਮੱਸਿਆ, ਸੈਟਲਮੈਂਟ ਭਾਸ਼ਾ ਸਿੱਖਣੀ ਹੋਵੇ ਜਾਂ ਨਸ਼ਾ ਛੁਡਾਉਣਾ ਹੋਵੇ, ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਦੀ ਹੈ। ਜੇਕਰ ਤੁਸੀਂ ਵੀ ਇਹਨਾਂ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਸਾਡੇ ਫੋਨ ਨੰਬਰ 9056770889 ਤੇ ਕਾਲ ਕਰੋ। ਜੀ ਹਾਂ, 9056770889 ਤੇ ਕਾਲ ਕਰੋ। ਵਧੇਰੇ ਜਾਣਕਾਰੀ ਲਈ www.pchs4u.com ਤੇ ਜਾਓ। ਈਮੇਲ ਵੀ ਕਰ ਸਕਦੇ ਹੋ info@pchs4u.com। Punjabi Community Health Services, serving diverse communities. ਬ੍ਰੇਕ ਤੋਂ ਪਹਿਲਾਂ ਅਸੀਂ ਸਰਦਾਰ ਜੰਗੀਰ ਸਿੰਘ ਸੈਂਬੀ ਹੋਰਾਂ ਨਾਲ ਗੱਲਾਂ ਬਾਤਾਂ ਕਰ ਰਹੇ ਸਾਂ, ਤੇ ਇਹ ਗੱਲਾਂ ਬਾਤਾਂ ਜਿਹੜੀਆਂ ਇਹ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ। ਸੈਂਬੀ ਸਾਹਿਬ ਇੱਕ ਬਾਲਕ ਸੈਂਬੀ ਸਾਹਿਬ ਜਿਹੜੇ ਆ ਉਹ ਉਗੋਕੇ 'ਚ ਪੈਦਾ ਹੋਏ, ਪ੍ਰਾਇਮਰੀ ਸਕੂਲ 'ਚ ਗਏ, ਫਿਰ ਹਾਈ ਸਕੂਲ 'ਚ ਗਏ, ਫਿਰ ਨੇਵੀ 'ਚ ਗਏ, ਫਿਰ ਕਾਰੋਬਾਰ ਕੀਤਾ, ਫਿਰ ਭਾਰਤੀ ਰਾਜਨੀਤੀ ਦੀ ਜਿਹੜੀ ਕਰੂਰਤਾ ਹੈਗੀ ਆ ਉਹਨੂੰ ਵੀ ਦਿੱਲੀ ਦੇ ਜਿਹੜੇ ਕਤਲੇਆਮ ਸੀਗੇ, ਸਿੱਖਾਂ ਦੀ ਜਿਹੜੀ ਨਸਲ ਕੁਸ਼ੀ ਸੀਗੀ, ਉਸ ਕਤਲੇਆਮ ਦਾ ਵੀ ਤੁਸੀਂ ਜ਼ਿਕਰ ਕੀਤਾ ਹੈਗਾ। ਹੁਣ ਸੈਂਬੀ ਸਾਹਿਬ ਕੈਨੇਡਾ ਕਿਵੇਂ ਆਏ?
ਕੈਨੇਡਾ ਆਉਣ ਦਾ ਵੀ ਸਭ ਰੱਬ ਨੇ ਬਣਾਇਆ। ਜੀ 84 ਰਾਇਟਸ ਹੋ ਗਏ। ਰਾਇਟਸ ਤੋਂ ਬਾਅਦ ਉੱਥੇ ਮਨ ਨਹੀਂ ਕੀਤਾ ਰੁਕਣ ਦਾ। ਫਿਰ ਪੰਜਾਬ ਚਲੇ ਗਏ ਔਰ ਪੰਜਾਬ ਜਾਣਾ ਵੀ ਬੜੇ ਦੁਖਦਾਈ ਸੀਗਾ। ਜਾਣਾ ਪਿਆ ਕਿਉਂਕਿ ਸਭ ਕੁਝ ਛੱਡਣਾ ਪਿਆ ਜੀ। ਤੇ ਛੱਡ ਕੇ ਉਸ ਨੇ ਚਲੇ ਗਏ। ਉੱਥੇ ਜਾ ਕੇ ਸੈਟਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਪੰਜਾਬ ਦੇ ਵਿੱਚ ਵੀ ਇੰਨਾ ਜ਼ਿਆਦਾ ਕਰਨ ਦੇ ਬਾਵਜੂਦ ਵੀ ਪ੍ਰੋਪਰ ਢੰਗ ਨਾਲ ਇਨਕਮ ਦੇ ਸੋਰਸਿਸ ਨਹੀਂ ਬਣ ਸਕੇ। ਠੀਕ ਹੈ। ਉੱਥੇ 2-2.5 ਸਾਲ ਛੋਟੇ ਛੋਟੇ ਕੰਮ ਕਰਦੇ ਰਹੇ। ਈਵਨ ਉਹੀ ਮੈਨੂਫੈਕਚਰਿੰਗ ਵੀ ਸ਼ੁਰੂ ਕੀਤੀ, ਪਰ ਮੈਨੂਫੈਕਚਰਿੰਗ ਉੱਥੇ ਕਾਮਯਾਬ ਨਹੀਂ ਹੋ ਸਕੀ ਕਿਉਂਕਿ ਜੇ ਅਸੀਂ ਮੈਨੂਫੈਕਚਰ ਕੋਈ ਚੀਜ਼ ਕਰ ਵੀ ਲੈਂਦੇ ਹਾਂ ਉਹਨੂੰ ਫਿਰ ਸਪਲਾਈ ਕਰਨ ਵਾਸਤੇ ਤੁਹਾਨੂੰ ਦੂਰ ਦੂਰ ਜਾਣਾ ਪੈਂਦਾ ਹੈਗਾ ਅਤੇ ਉਹਦੇ ਵਿੱਚ ਐਕਸਪੈਂਸਿਸ ਵੱਧ ਹੋਣ ਕਰਕੇ ਫਿਰ ਇਸ ਨੂੰ ਮੈਨੂੰ ਅਖੀਰ ਵਾਪਸ 87 ਦੇ ਵਿੱਚ ਵਾਪਸ ਫਿਰ ਦਿੱਲੀ ਜਾਣਾ ਪਿਆ। ਦਿੱਲੀ ਜਾ ਕੇ ਦੁਬਾਰਾ ਫਿਰ ਉਹੀ ਫੈਕਟਰੀ ਸ਼ੁਰੂ ਕੀਤੀ। ਪਰ ਮੈਂ ਤੁਹਾਨੂੰ ਦੱਸ ਰਿਹਾ ਸੀ ਜਿਹੜਾ ਮੇਰਾ ਬਾਸ ਸੀਗਾ, ਮੇਰੇ ਨਾਲ ਕੰਮ ਕਰਦੇ ਸੀਗੇ, ਉਹਨਾਂ ਦੀ ਫੈਕਟਰੀ ਉਹ ਬੰਦ ਹੋ ਗਈ ਸੀ। ਫਿਰ ਉਹਨਾਂ ਨੇ ਮੇਰੀ ਹੈਲਪ ਕੀਤੀ, ਤੁਸੀਂ ਮੇਰੀ ਫੈਕਟਰੀ ਜੋ ਬੰਦ ਹੋ ਗਈ ਹੈ ਤੁਸੀਂ ਉਹੀ ਚਲਾ ਲਓ, ਤੁਹਾਨੂੰ ਦੇਤੀ। ਠੀਕ ਹੈ। ਉਹਨਾਂ ਨੇ ਮੇਰੀ ਹੈਲਪ ਕੀਤੀ। ਕਿਉਂ ਕੀਤੀ? ਕਿਉਂਕਿ ਜੇ ਉਹਨਾਂ ਨੇ ਬਿਹਾਰ ਹਮੇਸ਼ਾ ਅੱਛਾ ਰੱਖਿਆ, ਉਹ ਨਹੀਂ ਕਰ ਪਾਏ। ਉਹ ਫੈਕਟਰੀ ਫਿਰ ਦੁਬਾਰਾ ਸ਼ੁਰੂ ਕੀਤੀ ਮੈਂ, ਉਹ ਕਰਕੇ ਇੰਡੀਪੈਂਡੈਂਟ ਫੈਕਟਰੀ ਫਿਰ ਬਣਾਈ। ਫਿਰ ਕੁਦਰਤ ਬਹੁਤ ਬੜੀ ਹੈ। ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੇ ਹੋ, ਇਹ ਕੰਮ ਦੇ ਵਿੱਚ ਤੁਹਾਨੂੰ ਵਾਕਫੀਅਤ ਹੈ, ਅੱਛੀ ਨੌਲੇਜ ਹੈ, ਤੇ ਤੁਹਾਨੂੰ ਫਿਰ ਉਹੀ ਪਾਰਟੀਆਂ ਐਸੇ ਮਿਲ ਗਈਆਂ। ਪਰਮਾਤਮਾ ਨੇ ਜੋ ਕੰਮ ਮੈਂ 84 ਆਵਰਸ ਤੱਕ ਛੱਡਿਆ ਸੀਗਾ ਉਸ ਤੋਂ 10 ਗੁਣਾ 5 ਸਾਲਾਂ ਦੇ ਵਿੱਚ ਫਿਰ ਦੁਬਾਰਾ ਬਣਾਤਾ। ਆਪਣੀ ਫੈਕਟਰੀ ਬਣ ਗਈ, ਆਪਣੀ ਕੋਠੀ ਬਣ ਗਈ, ਗੱਡੀਆਂ 4-4 ਹੋ ਗਈਆਂ। ਆਦਮੀ 30 ਦੀ ਬਜਾਏ ਹੁਣ 70 ਆਦਮੀ ਹੋ ਗਏ ਜੀ। ਇਹ ਕੁਦਰਤ ਦੇ ਰੰਗ ਨੇ, ਬਹੁਤ ਅੱਛਾ ਹੋ ਗਿਆ। ਤੇ ਪੰਜਾਬ 'ਚ ਤੁਸੀਂ ਕਿੱਥੇ ਫਿਰ ਰਹੇ 2-3 ਸਾਲ? ਮੈਂ 2-2.5 ਸਾਲ ਬਰਨਾਲਾ ਦੇ ਵਿੱਚ ਰਿਹਾ ਜੀ। ਬਰਨਾਲਾ ਵਿੱਚ ਮੈਨੂਫੈਕਚਰਿੰਗ ਪਹਿਲਾਂ ਮਲੇਰਕੋਟਲੇ ਸ਼ੁਰੂ ਕੀਤੀ। ਉਹ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਦੂਰ ਜਾਣਾ, ਦੂਰੋਂ ਆਉਣਾ ਨਹੀਂ ਉਹਦੇ 'ਚੋਂ ਪ੍ਰੋਫਿਟੇਬਲ ਹੋ ਸਕਿਆ। ਫਿਰ ਬਰਨਾਲੇ ਦੇ ਵਿੱਚ ਵੀ ਪਲਾਂਟ, ਛੋਟਾ ਜਿਹਾ ਪਲਾਂਟ ਲਾਇਆ, ਪਰ ਸਕਸੈਸਫੁਲ ਨਹੀਂ ਹੋ ਸਕੇ। ਇਸ ਕਰਕੇ ਵਾਪਸ ਜਾਣਾ ਪਿਆ। ਵਾਪਸ ਜਾ ਕੇ ਫਿਰ ਉਹੀ ਆਪਣੇ ਕਲਾਇੰਟਸ ਸੀਗੀ, ਵਾਕਫੀਅਤ ਸੀਗੀ, ਅਤੇ ਉਹ ਕੰਮ ਬੜਾ ਚੱਲ ਪਿਆ, ਬਹੁਤ ਸੋਹਣਾ ਕੰਮ ਚੱਲਿਆ। ਪਰ ਉਸ ਤੋਂ ਬਾਅਦ ਫਿਰ ਬਣਨ ਤੋਂ ਬਾਅਦ ਬੱਚੇ ਪੜ੍ਹ ਲਿਖ ਗਏ, ਆਪਣੇ ਆਪ ਹੀ ਇੱਧਰ ਨੂੰ ਕੈਨੇਡਾ ਵੱਲ ਆ ਗਏ। ਮੇਰੀ ਬੇਟੀ ਮੈਰਿਜ ਬੇਸ 'ਤੇ ਆ ਗਈ ਸੀ, ਬਾਕੀ ਪੜ੍ਹ ਲਿਖ ਕੇ ਆਪਣੇ ਆਪ ਹੀ ਕੰਪਿਊਟਰ ਸਾਇੰਸ ਦੇ ਵਿੱਚ ਉਹਨਾਂ ਨੇ ਇੱਧਰ ਆ ਗਏ। ਤੇ ਤੁਸੀਂ ਫਿਰ ਕਿਹੜੇ ਸਾਲ ਪਹੁੰਚੇ ਇੱਥੇ? ਮੈਂ 2000 ਤੱਕ ਉੱਥੇ ਕੰਮ ਕਰਦਾ ਰਿਹਾ ਜੀ। ਪਰ ਮੈਂ ਇਕੱਲਾ ਰਹਿ ਗਿਆ ਸੀ, ਇਸ ਕਰਕੇ ਫਿਰ ਮੈਂ ਸੋਚਿਆ ਚਲੋ ਮੈਂ ਵੀ ਚੱਲ ਜਾਵਾਂਗਾ। ਫਿਰ ਮੈਂ 2000 ਦੇ ਵਿੱਚ ਇੱਥੇ ਆਇਆ। ਪਰ ਇਹ ਵੀ ਇੱਕ ਬਹੁਤ ਵੱਡਾ ਔਖਾ ਟਾਈਮ ਸੀਗਾ। ਬੇਸ਼ੱਕ ਉੱਥੇ ਇੰਨਾ ਵੱਡਾ ਕੰਮ ਛੱਡ ਕੇ ਇੱਥੇ ਆ ਗਏ, ਪਰ ਇੱਥੇ ਦੁਬਾਰਾ ਸਟੈਬਲਿਸ਼ ਹੋਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਸਪੈਸ਼ਲੀ ਉਸ ਉਮਰ ਦੇ ਵਿੱਚ, ਮੈਂ 53 ਦਾ ਸੀਗਾ ਜਦੋਂ ਮੈਂ ਇੱਥੇ ਆਇਆ। ਉਹੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਵੀ ਇੱਥੇ ਮੈਨੂਫੈਕਚਰਿੰਗ ਪਲਾਂਟ ਲਾਈਏ, ਇੱਥੇ ਨੌਲੇਜ ਲਈਏ, ਪਰ ਇੱਥੇ ਦੇ ਜਿਹੜੇ ਕਾਇਦੇ ਕਾਨੂੰਨ ਹੈ ਬਹੁਤ ਕੁਛ ਹੋਰ ਹੈ। ਇੱਥੇ ਮੈਨੂਫੈਕਚਰਿੰਗ ਹੋਰ ਹੈ। ਬੇਸ਼ੱਕ PCB ਇੱਥੇ ਵੀ ਬਣਦੇ ਨੇ, ਪਰ ਸਾਰੇ ਬਹੁਤ ਸੋਫਿਸਟੀਕੇਟਡ ਬਣਦੇ ਨੇ। ਉਹ ਨਹੀਂ ਕਰ ਪਾਏ ਤਾਂ ਫਿਰ ਗੈਸ ਸਟੇਸ਼ਨ ਲਿਆ, ਗੈਸ ਸਟੇਸ਼ਨ ਲੈ ਕੇ ਚਲੋ ਚਲਾਉਂਦੇ ਰਹੇ। ਬੱਚੇ ਫਿਰ ਆਪਣੀ ਆਪਣੀ ਜਗ੍ਹਾ ਸੈਟਲ ਹੋ ਗਏ, ਪੜ੍ਹ ਲਿਖ ਕੇ ਉਹਨਾਂ ਨੇ ਆਪਣੀ ਆਪਣੀ ਜਗ੍ਹਾ ਅੱਛੇ ਕੰਮ ਕਰਨ ਲੱਗੇ, ਮਾਸਟਰਸ ਕਰ ਲਈ ਐਂਡ ਆਲ ਦੈਟ। ਸਾਰੇ ਸੈਟਲ ਹੋਣ ਤੋਂ ਬਾਅਦ ਫਿਰ ਮੈਂ ਰਿਟਾਇਰਮੈਂਟ ਲੈ ਲਈ। ਤੁਸੀਂ ਬੜੇ ਜ਼ਿੰਦਗੀ ਦੇ ਰੰਗ ਦੇਖੇ ਯਾ ਇੱਥੇ ਆ ਕੇ ਵੀ। ਤੁਸੀਂ ਨਵੇਂ ਥਾਂ ਵੀ ਸਾਰਾ ਕੁਝ ਮੁੜ ਕੇ ਰੀਇਸਟੈਬਲਿਸ਼ ਹੋਣ ਦੀ ਕੋਸ਼ਿਸ਼ ਕੀਤੀ। ਕਿਵੇਂ ਹੋਇਆ? ਜਿਹੜੀ ਇੱਕ ਸੇਵਾ ਦੀ ਭਾਵਨਾ ਹੈਗੀ ਆ, ਕਿਉਂਕਿ ਮੈਂ ਜਦੋਂ ਤੋਂ ਤੁਹਾਨੂੰ ਦੇਖਦਾ ਹਾਂ, ਮੈਂ ਤੁਹਾਨੂੰ ਐਸੋਸੀਏਸ਼ਨ ਆਫ ਸੀਨੀਅਰ ਕਲੱਬਸ ਦੇ ਵਿੱਚ ਐਕਟਿਵ ਦੇਖਦਾ ਹਾਂ। ਮੈਨੂੰ ਵੀ ਕੁਛ ਚਿਰ ਇਹਦੇ ਨਾਲ ਐਸੋਸੀਏਟ ਹੋਣ ਦਾ ਮੌਕਾ ਮਿਲਦਾ ਰਿਹਾ ਹੈਗਾ। ਬਿਲਕੁਲ। ਤੇ ਇਹ ਜਿਹੜੀ ਭਾਵਨਾ ਹੈਗੀ ਆ ਕਮਿਊਨਿਟੀ ਦੀ ਸੇਵਾ ਕਰਨ ਦੀ, ਸੀਨੀਅਰਸ ਦੀ ਸੇਵਾ ਕਰਨ ਦੀ, ਇਹ ਤੁਹਾਡੇ ਮਨ ਦੇ ਵਿੱਚ ਕਿਵੇਂ ਵਿਚਾਰ ਆਇਆ? ਇਹ ਗੁੜਤੀ ਐਕਚੁਅਲੀ ਪੇਰੈਂਟਸ ਤੋਂ ਹੀ ਆਉਂਦੀ ਹੈਗੀ ਜੀ। ਸ਼ੁਰੂ ਤੋਂ ਹੀ ਮਤਲਬ ਸਾਡਾ ਹਮੇਸ਼ਾ ਗੁਰਦੁਆਰੇ ਨਾਲ ਜੁੜੇ ਰਹਿਣਾ, ਅੱਛੇ ਕਰਮ ਕਰਨੇ, ਉੱਥੋਂ ਚੱਲਦੀ ਰਹੀ। ਉਸ ਤੋਂ ਬਾਅਦ ਫਿਰ ਜੋ ਦਿੱਲੀ ਵਾਪਸ ਦੁਬਾਰਾ ਅਸੀਂ ਗਏ 84 ਰਾਈਟਸ ਤੋਂ ਬਾਅਦ, ਉਸ ਤੋਂ ਬਾਅਦ ਉੱਥੇ ਬੰਗਲਾ ਸਾਹਿਬ ਜਾਣ ਦਾ ਮੌਕਾ ਮਿਲਦਾ ਸੀਗਾ। ਉੱਥੇ ਹਰ ਰੋਜ਼ ਹੀ ਸੁਬਾਹ ਅਸੀਂ ਆਪਣਾ ਸੇਵਾ ਭਾਵ ਦੇ ਨਾਲ 2 ਘੰਟੇ ਮਿੱਟੀ ਨਾਲ ਮਿੱਟੀ ਹੋਣਾ ਹੁੰਦਾ ਸੀਗਾ। ਔਰ ਉਹ ਚੀਜ਼ ਨੇ ਬਹੁਤ ਪੇ ਕੀਤਾ, ਉਸਨੇ ਬਹੁਤ ਸਪੋਰਟ ਕੀਤੀ ਉਸ ਚੀਜ਼ ਨੇ।
ਔਰ ਉਹ ਉਸੇ ਸੇਵਾ ਦੇ ਮਨ ਦੇ ਲਾਲਚ ਦੇ ਨਾਲ ਇੱਥੇ ਜਦੋਂ ਹੁਣ ਰਿਟਾਇਰ ਹੋਣ ਤੋਂ ਬਾਅਦ ਸੋਚਿਆ ਹੁਣ ਆਪਾਂ ਨੂੰ ਮਤਲਬ ਤਾਂ ਐਕਚੁਅਲੀ ਮੇਨ ਪੈਸਾ ਕਮਾਉਣਾ ਨਹੀਂ ਹੈ, ਹੁਣ ਇਸ ਲਾਈਫ ਨੂੰ ਆਪਾਂ ਕਿਸੇ ਅੱਛੇ ਕੰਮ 'ਤੇ ਲਾਈਏ। ਤਾਂ ਇਸ ਕਰਕੇ ਕਲੱਬਾਂ ਦੇ ਨਾਲ ਜੁੜਨਾ ਸ਼ੁਰੂ ਕੀਤਾ। ਉਹ ਵੀ ਮੈਂ ਇੱਥੇ ਐਕਚੁਅਲੀ ਪਾਨਾਹਿਲ ਸਟਰੀਟ 'ਤੇ ਰਹਿੰਦਾ ਸੀਗਾ ਅਤੇ ਉੱਥੇ ਆਮ ਇੱਕ ਛੋਟਾ ਜਿਹਾ ਕਲੱਬ ਬਣਾਇਆ ਸੀਗਾ, ਪਰ ਉਹ ਕੁਛ ਕਰ ਨਹੀਂ ਸੀ ਪਾਉਂਦੇ। ਪਰ ਮੈਨੂੰ ਬੜਾ ਦੁੱਖ ਹੁੰਦਾ ਸੀ ਵੀ ਜੇ ਆਪਾਂ ਇਕੱਠੇ ਹੁੰਦੇ ਹਾਂ ਤਾਂ ਕੁਛ ਨਾ ਕੁਛ ਆਪਾਂ ਕਰਮ ਕਰੀਏ ਜੀ। ਉੱਥੋਂ ਫਿਰ ਸ਼ੁਰੂਆਤ ਕੀਤੀ ਪਾਨਾਹਿਲ ਸੀਨੇ ਕਲੱਬ ਦੀ, ਔਰ ਉਹ ਉੱਥੇ ਉਹਨਾਂ ਨੂੰ ਇਹ ਪ੍ਰੇਰਿਤ ਕੀਤਾ ਕਿ ਜਿੱਥੇ ਆਪਾਂ ਰਹਿ ਰਹੇ ਹਾਂ ਉੱਥੇ ਸਾਫ਼ ਸਫਾਈਆਂ ਕਰੀਏ ਜਾਂ ਕੋਈ ਹੋਰ ਕੋਈ ਕੰਮ ਜਿਹੜਾ ਇਕੱਠੇ ਮਿਲ ਕੇ ਕਰੀਏ ਤਾਂ ਜੋ ਕਿ ਲੋਕਾਂ ਨੂੰ ਵੀ ਅੱਛਾ ਲੱਗੇ। ਉੱਥੋਂ ਇਹ ਇਗਨੀਸ਼ਨ ਹੋਈ ਅਤੇ ਕਰਦਿਆਂ ਪਾਨਾਹਿਲ ਤੋਂ ਬਾਅਦ ਫਿਰ ਇਹ ਐਸੋਸੀਏਸ਼ਨ ਆਫ ਸੀਨੀਅਰ ਕਲੱਬ ਦੇ ਵਿੱਚ ਮੌਕਾ ਮਿਲਿਆ ਅਤੇ ਕੋਸ਼ਿਸ਼ ਕੀਤੀ ਵੀ ਇਹਦੇ 'ਚ ਵੀ ਆਪਾਂ ਸੇਵਾ ਕਰੀਏ। ਇਹ ਦੇਖੋ ਜੀ, ਐਸੋਸੀਏਸ਼ਨ ਜਿਹੜੀ ਕਲੱਬ ਬਣਦੇ ਹੈਗੇ ਆ ਉਹ ਬੜੀ ਵਧੀਆ ਆ, ਪਰ ਮੈਨੂੰ ਪਤਾ ਇਹ ਲੱਗਾ ਵੀ ਜਿਹੜੀ ਐਸੋਸੀਏਸ਼ਨ ਕਲੱਬਸ ਨੂੰ ਜੋੜਨ ਵਾਲੀ ਗੱਲ ਜਿਹੜੀ ਕੀਤੀ ਆ ਜਾਂ ਜਿਹੜੇ ਇਹਦੇ 'ਚ ਕੰਮ ਇੱਕ ਚੌਧਰੀ ਸ਼ਿੰਗਾਰਾ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਸੀਗੇ, ਉਹਨਾਂ ਨੇ ਵੀ ਕਾਫੀ ਯੋਗਦਾਨ ਪਾਇਆ। ਬਿਲਕੁਲ। ਜਦੋਂ ਕਿ ਮੈਂ ਆਇਆ ਜੀ ਉਦੋਂ ਤੁਸੀਂ ਐਕਟਿਵ ਹੋ ਚੁੱਕੇ ਸੀਗੇ, ਔਰ ਜਿਹੜੇ ਵੀ ਦੇਖੋ ਕਿਸੇ ਵੀ ਆਰਗੇਨਾਈਜੇਸ਼ਨ 'ਚ ਕੰਮ ਕਰਨਾ ਮਤਲਬ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨਸ ਹੈਗੀਆਂ, ਇਹ ਬੜੀ ਵੱਡੀ ਪੇਸ਼ੈਂਸ ਵਾਲੀ ਗੱਲ ਹੈਗੀ ਆ ਔਰ ਬੜੀ ਕੁਰਬਾਨੀ ਵਾਲੀ ਗੱਲ ਹੈਗੀ ਆ। ਤੇ ਮੈਂ ਤੁਹਾਨੂੰ ਇਹ ਦੇਖਦਾ ਰਿਹਾ ਕਿ ਅਸੀਂ ਜਦੋਂ ਮਿਲਣ ਜਾਂਦੇ ਸੀਗੇ ਮੰਤਰੀਆਂ ਨੂੰ, MLAs ਨੂੰ, MPs ਨੂੰ, ਤੇ ਉਦੋਂ ਇਹ ਆ ਕਿ ਗੱਡੀ ਜਿਹੜੀ ਆ ਉਹ ਸੈਂਪੀ ਸਾਹਿਬ ਦੀ ਹੁੰਦੀ ਸੀਗੀ ਤੇ ਗੱਡੀ ਚਲਾਉਂਦੇ ਵੀ ਸੈਂਪੀ ਸਾਹਿਬ ਸੀਗੇ ਤੇ ਗੈਸ ਵੀ ਜਿਹੜੀ ਆ ਜੀ ਉਹ ਕਦੀ ਸੈਂਪੀ ਸਾਹਿਬ ਨੇ ਕਿਸੇ ਨੂੰ ਪਵਾਉਣ ਨਹੀਂ ਸੀ ਦਿੱਤੀ। ਇਹ ਤੁਹਾਡਾ ਜਿਹੜਾ ਕਾਰਜ ਹੈਗਾ, ਮੈਨੂੰ ਲੱਗਦਾ ਇਹ ਆ ਵੀ ਇਸੇ ਨੇ ਹੀ ਅਲਟੀਮੇਟਲੀ ਫਿਰ ਸੈਂਪੀ ਸਾਹਿਬ ਨੂੰ ਇਸ ਮੁਕਾਮ ਤੇ ਪਹੁੰਚਾਇਆ ਕਿ ਹੁਣ ਜਿਹੜੀ ਐਸੋਸੀਏਸ਼ਨ ਆਫ ਸੀਨੀਅਰ ਕਲੱਬਸ ਆ, ਸੀਨੀਅਰ ਕਲੱਬਾਂ ਦੀ ਜਿਹੜੀ ਅੰਬਰੇਲਾ ਆਰਗੇਨਾਈਜੇਸ਼ਨ ਆ, ਕਿ ਉਹਦੀ ਜਿਹੜੀ ਸੇਵਾ ਆ ਪ੍ਰਧਾਨ ਦੀ ਉਹ ਸੈਂਪੀ ਸਾਹਿਬ ਕਰਨ। ਤੇ ਸੈਂਪੀ ਸਾਹਿਬ ਇਹ ਬੜਾ ਵੱਡਾ ਪੁੰਨ ਵਾਲਾ ਕੰਮ ਆ, ਕਿਉਂਕਿ ਸਾਡੇ ਸੀਨੀਅਰ ਜਿਹੜੇ ਆ ਉਹਨਾਂ ਨੂੰ ਬਹੁਤਿਆਂ ਨੂੰ ਪੜ੍ਹਨਾ ਲਿਖਣਾ ਵੀ ਨਹੀਂ ਆਉਂਦਾ। ਬਿਲਕੁਲ। ਬਹੁਤੇ ਜਿਹੜੇ ਆ ਉਹ ਪੇਂਡੂ ਬੈਕਗਰਾਊਂਡ ਦੇ ਆ। ਅੱਛਾ, ਜਿਹੜੇ ਕੋਈ ਥੋੜ੍ਹੇ ਬਹੁਤੇ ਜਾਣਕਾਰ ਵੀ ਆ ਉਹਨਾਂ ਨੂੰ ਵੀ ਪਹਿਲਾਂ ਇੱਥੋਂ ਦੇ ਕਾਨੂੰਨਾਂ ਦਾ ਨਹੀਂ ਪਤਾ ਲੱਗਦਾ। ਬਿਲਕੁਲ। ਹੁਣ ਜਿਹੜੇ ਸੀਨੀਅਰਸ ਨੇ ਜਿਹਦੇ ਤੁਸੀਂ ਹੁਣ ਪ੍ਰਧਾਨ ਹੋ, ਮਤਲਬ ਤੁਹਾਡੀਆਂ ਮਤਲਬ 38 ਕਲੱਬਾਂ ਜਿਹੜੀਆਂ ਉਹ ਹੋ ਗਈਆਂ ਹੁਣ ਇਹਦੇ ਨਾਲ ਐਫੀਲੀਏਟਡ ਨੇ, ਇਹਨਾਂ ਦੀਆਂ ਕੀ ਮੁੱਖ ਸਮੱਸਿਆਵਾਂ ਕੀ ਨੇ ਮਤਲਬ ਜਿਨ੍ਹਾਂ ਨੂੰ ਤੁਸੀਂ ਟੇਕ ਅਪ ਕਰਦੇ ਹੋ? ਇਸ ਤਰ੍ਹਾਂ ਕਲੱਬਾਂ ਹਰ ਇੱਕ ਪਾਰਕ ਦੇ ਵਿੱਚ ਤਕਰੀਬਨ ਆਪਣੇ ਬਰੈਂਪਟਨ ਦੇ ਵਿੱਚ ਹਰ ਇੱਕ ਪਾਰਕ ਦੇ ਵਿੱਚ ਕਲੱਬ ਬਣ ਚੁੱਕੀ ਹੈ। ਔਰ ਕਲੱਬ ਦਾ ਮੇਨ ਮਕਸਦ ਇਹ ਹੈ ਕਿ ਆਦਮੀ ਸਾਰੇ ਰਿਟਾਇਰਡ ਨੇ, ਸੀਨੀਅਰਸ ਨੇ, ਉਹਨਾਂ ਨੇ ਕੋਈ ਕੰਮ 'ਤੇ ਨਹੀਂ ਜਾਣਾ, ਉਹਨਾਂ ਨੂੰ ਆਪਾਂ ਅੱਛੀ ਗਾਈਡੈਂਸ ਦੇ ਸਕੀਏ, ਉਹ ਆਪਣੀ ਸਿਹਤ ਦਾ ਪ੍ਰੋਪਰ ਖਿਆਲ ਰੱਖ ਸਕਣ ਔਰ ਉਹ ਜੇ ਮਿਲ ਜੁਲ ਕੇ ਬੈਠਣਗੇ, ਗੱਲਾਂ ਬਾਤਾਂ ਠੀਕ ਕਰਨਗੇ, ਆਪਦਾ ਵਿਹਾਰ ਅੱਛਾ ਕਰਨਗੇ ਤਾਂ ਉਹਨਾਂ ਦਾ ਟਾਈਮ ਪਾਸ ਅੱਛਾ ਹੋਏਗਾ। ਪਹਿਲਾਂ ਜਦੋਂ ਕਲੱਬ ਨਹੀਂ ਸੀ ਹੁੰਦੇ ਉਸ ਟਾਈਮ ਪ੍ਰੋਬਲਮ ਇਹੀ ਹੁੰਦੀ ਸੀ ਕਿ ਲੋਕਾਂ ਨੂੰ ਇੱਥੇ ਮੈਂਟਲ ਟੈਨਸ਼ਨ ਹੋ ਜਾਂਦੀ ਸੀ। ਮੈਂਟਲ ਟੈਨਸ਼ਨ ਦਾ ਕਾਰਨ ਇਹ ਹੁੰਦਾ ਸੀ ਕਲਪਨਾ ਸਭ ਤੋਂ ਵੱਡਾ ਰੋਗ ਹੈ ਜੀ। ਉਹ ਕਲਪਨਾ ਦੂਰ ਕਰਨ ਵਾਸਤੇ ਆਪਾਂ ਇੱਕ ਕਲੱਬ ਬਣਾਏ, ਪਰ ਕਲੱਬ ਤਾਂ ਬਹੁਤ ਬਣ ਗਏ ਪਰ ਉਹ ਕੰਮ ਨਹੀਂ ਸਨ ਕਰ ਸਕਦੇ ਜੋ ਕਿ ਯੂਨਾਈਟ ਹੋ ਕਰਕੇ ਤਾਂ ਕਿ ਆਪਾਂ ਗੌਰਮੈਂਟ ਤੋਂ ਜਾਂ ਜਿਹੜੇ ਆਪਣੇ ਮੁੱਖ ਆਪਣੇ ਰਿਪਰੈਜ਼ੈਂਟੇਟਿਵ ਹੈਗੇ ਨੇ, MPs ਨੇ, MPP ਨੇ ਜਾਂ ਆਪਣੇ ਕੌਂਸਲਰ ਨੇ, ਉਹਨਾਂ ਤੱਕ ਪਹੁੰਚ ਕਰਕੇ ਜਿਹੜੇ ਆਪਣੇ ਦਿੱਕਤਾਂ ਨੇ ਉਹਨਾਂ ਨੂੰ ਅਸੀਂ ਦੂਰ ਕਰ ਸਕੀਏ। ਉਸ ਮੁੱਦੇ ਨੂੰ ਮੁੱਖ ਰੱਖਦੇ ਹੋਏ ਇਹ ਐਸੋਸੀਏਸ਼ਨ ਆਫ ਸੀਨੀਅਰਸ ਕਲੱਬ ਬਣੀ ਤਾਂ ਕਿ ਆਪ ਸਾਰੇ ਕਲੱਬ ਆਪਾਂ ਜੇ ਬੈਠੀਏ ਸਾਰੀਆਂ ਆਪਣੀਆਂ ਦਿੱਕਤਾਂ ਜੋ ਵੀ ਪਰੇਸ਼ਾਨੀਆਂ ਹੈਗੀਆਂ ਨੇ ਉਹਨਾਂ ਨੂੰ ਦੇਖੀਏ, ਸਕੂਟਨਾਈਜ਼ ਕਰੀਏ ਕਿ ਇਹ ਮੁੱਦਾ ਕਿਹਦੇ ਤੱਕ ਜਾਣ ਵਾਸਤੇ ਹੈ, ਕੀ ਇਹ ਪ੍ਰੋਵਿੰਸ ਦਾ ਮੁੱਦਾ ਹੈ ਜਾਂ ਇਹ ਸਿਟੀ ਦਾ ਮੁੱਦਾ ਹੈ ਜਾਂ ਫਿਰ ਇਹ ਫੈਡਰਲ ਦਾ ਮੁੱਦਾ ਹੈ। ਉਹਨਾਂ ਨੂੰ ਅਲੱਗ-ਅਲੱਗ ਲਿਖ ਕੇ ਉਹਨਾਂ ਤੱਕ ਪਹੁੰਚਾਇਆ ਜਾਵੇ ਔਰ ਉਸ ਦੇ 'ਤੇ ਪੈਰਵੀ ਕੀਤੀ ਜਾਵੇ ਕਿ ਉਸ ਨੂੰ ਹੱਲ ਕਰਾਇਆ ਜਾਵੇ। ਇਸ ਢੰਗ ਨਾਲ ਬਹੁਤ ਸਾਰੇ ਮੁੱਦੇ ਆਪਾਂ ਠੀਕ ਕਰ ਚੁੱਕੇ ਹਾਂ। ਉਸ ਤੋਂ ਇਲਾਵਾ ਯੂਨਾਈਟਿਡ ਮੁੱਦਾ ਹੁਣ ਸਪੈਸ਼ਲੀ ਆਪਾਂ ਨੂੰ ਗ੍ਰਾਂਟ ਵੀ ਮਿਲੀ ਹੈ ਜਿਹਦੇ ਵਿੱਚ ਫੈਡਰਲ ਗੌਰਮੈਂਟ ਤੋਂ ਸਾਨੂੰ ਗ੍ਰਾਂਟ ਵੀ ਦਿੱਤੀ ਗਈ ਹੈ। ਈਵਨ ਪਹਿਲਾਂ ਸਿਟੀ ਵੀ ਦਿੰਦਾ ਸੀ, ਹੁਣ ਵੀ ਦੇ ਰਿਹਾ ਹੈਗਾ। ਔਰ ਇਹਨਾਂ ਦੇ ਨਾਲ ਆਪਾਂ ਅੱਛੇ ਕਰਮ ਕਰ ਸਕੀਏ, ਅੱਛੇ ਇਮਾਨਦਾਰੀ ਨਾਲ ਕਰਮ ਜੋ ਚਾਹੀਦੇ ਨੇ।
ਸਭ ਤੋਂ ਪਹਿਲਾ ਵੱਡਾ ਮੁੱਦਾ ਤਾਂ ਇਹ ਸੀਗਾ ਵੀ ਸਿਟੀ ਦੇ ਨਾਲ ਕਿੰਨੇ ਸਾਰੀ ਚੀਜ਼ਾਂ ਆਪਾਂ ਠੀਕ ਕਰਵਾ ਸਕੇ ਜੀ। ਪ੍ਰੋਵਿੰਸ ਤੋਂ ਵੀ ਅਸੀਂ ਡੈਂਟਲ ਸੇਵਾ ਲੈ ਸਕੇ, ਉਹਨਾਂ ਨੂੰ ਵੀ ਪਰਸਿਊ ਕਰਨਾ ਪਿਆ ਤਾਂ ਹੀ ਉਹ ਡੈਂਟਲ ਸੇਵਾ ਉਹਨਾਂ ਨੂੰ ਸ਼ੁਰੂ ਕੀਤੀ ਹੈ। ਖੈਰ ਹੁਣ ਤੇ ਫੈਡਰਲ ਗਵਰਨਮੈਂਟ ਵੀ ਡੈਂਟਲ ਸਰਵਿਸਿਜ਼ ਵਾਸਤੇ ਬਹੁਤ ਤਤਪਰ ਹੈ ਔਰ ਉਹ ਸ਼ਾਇਦ ਮੈਨੂੰ ਉਮੀਦ ਹੈ ਕਿ ਦਸੰਬਰ ਤੱਕ ਉਹਨਾਂ ਦਾ ਵੀ ਪਲਾਨ ਆ ਜਾਏਗਾ, ਜਿਹਦੇ ਨਾਲ ਜਿਹੜੀਆਂ ਸਮੱਸਿਆ ਹੈਗੀਆਂ ਨੇ, ਕਿਉਂਕਿ ਪ੍ਰੋਵਿੰਸ ਪਹਿਲਾਂ ਜਦੋਂ ਸ਼ੁਰੂ ਦੇ ਵਿੱਚ ਡੈਂਟਲ ਸਰਵਿਸਿਜ਼ ਸ਼ੁਰੂ ਹੋਈ ਸੀ ਉਦੋਂ ਆਦਮੀ ਥੋੜ੍ਹੇ ਹੁੰਦੇ ਸਨ, ਸਰਵਿਸਿਜ਼ ਮਿਲ ਜਾਂਦੀ ਸੀ। ਸਿਰਫ 2 ਹੀ ਕਲੀਨਿਕ ਨੇ ਬਰੈਂਪਟਨ ਦੇ ਵਿੱਚ ਜਿਹੜੇ ਆਪਣੇ ਨਜ਼ਦੀਕ ਆਪਣਾ ਸਰਵ ਕਰ ਰਹੀਆਂ ਨੇ। ਪਰ ਹੁਣ ਕਿਉਂਕਿ ਸੀਨੀਅਰ ਜ਼ਿਆਦਾ ਨੇ, ਸਭ ਦੇ ਕਾਰਡ ਬਣ ਗਏ ਨੇ, ਇਸ ਕਰਕੇ ਸਰਵਿਸਿਜ਼ ਬਹੁਤ ਲੇਟ ਮਿਲਦੀਆਂ ਨੇ। ਪਰ ਉਹਨਾਂ ਨੂੰ ਹੱਲ ਮੈਨੂੰ ਲੱਗਦਾ ਜਦ ਤੱਕ ਕਿ ਫੈਡਰਲ ਗਵਰਨਮੈਂਟ ਦਾ ਹੁਣ ਜਿਹੜਾ ਪਲਾਨ ਆਉਣ ਦੇ ਨਾਲ ਦੋਨੇ ਮਿਲ ਕੇ ਜ਼ਰੂਰ ਇਹਦਾ ਵੀ ਹੱਲ ਹੋ ਜਾਏਗਾ। ਤੇ ਬਾਕੀ ਇਕੱਲਾ ਆਪਾਂ ਇਹ ਨਹੀਂ ਹੈ ਕਿ ਵੀ ਗਵਰਨਮੈਂਟ ਤੱਕ ਅਪਰੋਚ ਕਰਨ ਵਾਸਤੇ ਹੀ ਆਪਾਂ ਇਹ ਐਸੋਸੀਏਸ਼ਨ ਬਣਾਈ ਹੈਗੀ। ਇਹ ਤਾਂ ਸਾਰੇ ਕਲੱਬਾਂ ਨੂੰ ਗਾਈਡੈਂਸ ਦੇਣ ਵਾਸਤੇ ਕਿ ਕਿਵੇਂ, ਕਿਸ ਢੰਗ ਨਾਲ ਕਿਵੇਂ ਬਿਹਤਰ ਆਪਾਂ ਹੋਰ ਇਹਨਾਂ ਦੀ ਸੇਵਾ ਕਰ ਸਕਦੇ ਹਾਂ। ਇਹਦੇ 'ਚ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ ਡੈਂਟਲ ਦੀ, ਹਾਂਜੀ, ਇਹ ਮਤਲਬ ਲੋਕ ਸ਼ਿਕਾਇਤ ਕਰਦੇ ਆ ਸੀਨੀਅਰਜ਼ ਬਿਲਕੁਲ ਕਿ ਬਈ ਦੇਖੋ ਜੀ ਇਹ ਸਫੀਸ਼ੀਐਂਟ ਨਹੀਂ ਹੈ, ਬਿਲਕੁਲ ਠੀਕ ਹੈ। ਤੇ ਇਹਨੂੰ ਵਧਾਉਣ ਲਈ ਜਿੱਦਾਂ ਤੁਸੀਂ ਕਹਿੰਦੇ ਆ ਵੀ ਕੋਈ ਪ੍ਰਪੋਜ਼ਲ ਹੈਗੀ ਆ ਫੈਡਰਲ ਗਵਰਨਮੈਂਟ ਦੀ, ਕੋਈ ਕੰਕਰੀਟ ਜਾਣਕਾਰੀ ਤੁਹਾਡੇ ਕੋਲ ਹੈ ਜਾਂ ਮਤਲਬ ਤੁਸੀਂ ਵੈਸੇ ਹੀ ਸਪੈਕੂਲੇਟ ਕਰ ਰਹੇ ਹੈਗੇ ਆ? ਨਹੀਂ, ਮੈਂ ਸਪੈਕੂਲੇਟ ਨਹੀਂ ਕਰ ਰਿਹਾ। ਐਕਚੁਅਲੀ ਇਹਦੇ ਵਾਸਤੇ ਆਲਰੇਡੀ ਪਿਛਲੇ ਸਾਲ ਤੋਂ ਹੀ ਕੰਮ ਚੱਲ ਰਿਹਾ ਸੀਗਾ, ਤਾਂ ਫਿਰ ਪ੍ਰੋਵਿੰਸ ਨੇ ਫੰਡਸ ਅਲਾਟ ਕੀਤੇ ਸਪੈਸ਼ਲੀ ਫॉर 3rd ਕਲੀਨਿਕ, ਤਾਂ ਜੋ ਕਿ ਜੇ ਬਰੈਂਪਟਨ ਦੇ ਵਿੱਚ ਜ਼ਿਆਦਾ ਆਪਣੇ ਸੀਨੀਅਰਸ ਨੇ ਤਾਂ ਉਹਨਾਂ ਵਾਸਤੇ 2 ਦੀ ਬਜਾਏ 3 ਕਲੀਨਿਕ ਹੋਣਗੀਆਂ ਜੀ। ਪਰ ਉਹ ਫੰਡਸ ਆਉਣ ਦੇ ਵਾਸਤੇ ਥੋੜ੍ਹਾ ਲੇਟ ਹੋ ਗਏ। ਇਸ ਅਪ੍ਰੈਲ ਦੇ ਵਿੱਚ ਉਹ ਫੰਡਸ ਆਏ ਨੇ ਔਰ 3rd ਕਲੀਨਿਕ ਖੁੱਲ੍ਹਣੀ ਹੈ। ਉਹਦੇ ਨਾਲ ਇਸ ਚੀਜ਼ ਦੇ ਉੱਤੇ ਬਹੁਤ ਫਰਕ ਪਏਗਾ ਕਿ ਜਿੱਥੇ 2 ਕਲੀਨਿਕ ਸਨ ਉੱਥੇ ਹੁਣ ਤੀਸਰੀ ਕਲੀਨਿਕ ਵੀ ਆਉਣ ਵਾਲੀ ਹੈ, ਕਿਉਂਕਿ ਫੰਡਸ ਲੇਟ ਆਏ। ਉਸ ਤੋਂ ਇਲਾਵਾ ਮੈਂ ਸਪੈਕੂਲੇਟ ਨਹੀਂ ਕਰ ਰਿਹਾ, ਮੈਨੂੰ ਆਪਣੇ ਫੈਡਰਲ ਮਿਨਿਸਟਰ, ਆਪਣੇ ਸੀਨੀਅਰਸ ਜਿਹੜੇ ਫੈਡਰਲ ਮਿਨਿਸਟਰ ਨੇ ਕਮਲ ਖੈਰਾ ਜੀ, ਉਹਨਾਂ ਨੇ ਮੈਨੂੰ ਸਪੈਸ਼ਲੀ ਮੈਂ ਉਹਨਾਂ ਤੋਂ ਪਤਾ ਕੀਤਾ ਹੈਗਾ। ਉਹਨਾਂ ਨੇ ਕਿਹਾ ਹੈਗਾ, ਉਹਨਾਂ ਨੇ ਦੱਸਿਆ ਹੈਗਾ ਕਿ ਦਸੰਬਰ ਤੱਕ ਸਾਡਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਡੈਂਟਲ ਸਰਵਿਸਿਜ਼ ਫਾਰ ਸੀਨੀਅਰਸ ਉਹ ਆ ਜਾਏਗਾ, ਜਿਹਦੇ ਨਾਲ ਉਹ ਲੇਕਿਨ ਇਹ ਨਹੀਂ ਹੋਏਗਾ ਕਿ ਵੀ 2 ਪ੍ਰੋਗਰਾਮ ਇਕੱਠੇ ਰਨ ਕਰਦੇ ਰਹਿਣਗੇ, ਦੋਨਾਂ ਨੂੰ ਕੰਬਾਈਨ ਕਰਨਗੇ ਤਾਂ ਜੋ ਕਿ ਸਾਰਿਆਂ ਨੂੰ ਬੈਨੀਫਿਟ ਪ੍ਰੋਪਰਲੀ ਮਿਲ ਸਕੇ। 2 ਗੱਲਾਂ ਜਿਹੜੀਆਂ ਜੀ ਸੈਂਪੀ ਸਾਹਿਬ, ਵੈਸੇ ਤਾਂ ਬਜ਼ੁਰਗਾਂ ਨੂੰ ਹੋਰ ਵੀ ਕਈ ਕਿਸਮ ਦੀਆਂ ਪ੍ਰੋਬਲਮਸ ਆਉਂਦੀਆਂ ਆ, ਪਰੰਤੂ 2 ਜਿਹੜੀਆਂ ਵੱਡੀਆਂ ਆ ਉਹ ਬਜ਼ੁਰਗੀ ਦੇ ਵਿੱਚ ਐਡਵਾਂਸ ਏਜ ਦੇ ਵਿੱਚ ਇੱਕ ਦੰਦਾਂ ਦੀ ਆਉਂਦੀ ਆ, ਇੱਕ ਨਿਗਾਹ ਦੀ ਆਉਂਦੀ ਹੈਗੀ ਆ। ਠੀਕ ਹੈ, ਮਤਲਬ ਇਹ 2 ਸਰਵਿਸਿਜ਼ ਜਿਹੜੀਆਂ ਆ ਇਹ ਮਹਿਸੂਸ ਕੀਤਾ ਜਾਂਦਾ ਹੈ ਵੀ ਇਹ ਕਵਰ ਹੋਣੀਆਂ ਚਾਹੀਦੀਆਂ ਹੈਗੀਆਂ। ਠੀਕ ਹੈ। ਤੇ ਇਹਦੇ ਬਾਰੇ ਕੋਈ ਤੁਹਾਡੀ ਐਸੋਸੀਏਸ਼ਨ ਕਰ ਰਹੀ ਕੁਝ? ਇਹਦੇ ਬਾਰੇ ਇਸ ਤਰ੍ਹਾਂ ਹੈ ਕਿ ਅਸੀਂ ਐਸੋਸੀਏਸ਼ਨ ਅਸੀਂ ਜ਼ਰੂਰ ਪੁੱਟ ਅਪ ਕੀਤਾ ਇਸ ਚੀਜ਼ ਵੀ, ਈਵਨ ਆਈਜ਼ ਦੇ ਵਾਸਤੇ ਵੀ ਹੋਰ ਸਰਵਿਸਿਜ਼ ਬਿਹਤਰ ਹੋਣੀਆਂ ਚਾਹੀਦੀਆਂ ਨੇ। ਲੇਕਿਨ ਸਿਰਫ ਹਾਲ ਤੱਕ ਇਹ ਹੈ ਕਿ ਜਿਹੜੇ ਸੀਨੀਅਰਸ ਨੇ ਉਹ 2 ਸਾਲ ਦੇ ਵਿੱਚ ਇੱਕ ਵਾਰੀ, ਜਦ ਕਿ ਪਹਿਲਾਂ 1 ਸਾਲ ਦੇ ਵਿੱਚ ਹਰ ਸਾਲ ਹੀ ਤੁਸੀਂ ਜਾ ਕੇ ਚੈੱਕ ਕਰਾ ਸਕਦੇ ਸੀਗੇ, ਪਰ ਇਸ ਸਾਲ ਕੋਈ ਇਹਨਾਂ ਦੇ ਕੁਝ ਫੰਡਿੰਗ ਦਾ ਜਾਂ ਪ੍ਰੋਵਿੰਸ ਨੇ ਕੱਟ ਕੀਤਾ ਹੈ, ਜਿਹਦੇ ਕੱਟਣ ਕਰਕੇ ਇਹ 2 ਸਾਲ ਦੇ ਵਾਸਤੇ ਕੀਤਾ ਹੈ। ਪਰ ਅਸੀਂ ਇਸ ਚੀਜ਼ ਨੂੰ ਟੇਕ ਅਪ ਕਰਕੇ ਅਸੀਂ ਫੈਡਰਲ ਤੱਕ ਜਾਵਾਂਗੇ ਤਾਂ ਜੋ ਕਿ ਸਾਨੂੰ ਇਹ ਸਰਵਿਸਿਜ਼ ਬਿਹਤਰ ਹੋ ਸਕਣ ਅੱਜ ਦੇ ਵਾਸਤੇ ਵੀ। ਲੇਕਿਨ ਜਿਹੜਾ ਬਾਕੀ ਚੀਜ਼ਾਂ ਨੇ ਜਿਵੇਂ ਐਕਚੁਅਲੀ ਇਹ ਜਿਹੜਾ ਹੈਲਥ ਦਾ ਸਾਰਾ ਮੁੱਦਾ ਹੈ ਪ੍ਰੋਵਿੰਸ ਦਾ ਮੁੱਦਾ ਹੈ, ਔਰ ਇਹਨਾਂ ਤੱਕ ਅਸੀਂ ਜ਼ਰੂਰ ਅਪਰੋਚ ਕਰਕੇ ਇਸ ਨੂੰ ਕੋਸ਼ਿਸ਼ ਕਰਾਂਗੇ ਕਿ ਵੀ ਇਹ ਵੀ ਕਵਰ ਕੀਤਾ ਜਾ ਸਕੇ। ਤੇ ਇਹ ਕੀ ਮਤਲਬ ਆਪਣੀ ਪਲਾਨ ਦੇ ਵਿੱਚ ਨਹੀਂ ਹੈ ਕਿ ਜਿੱਦਾਂ ਹੁਣ ਆਈਜ਼ ਦਾ ਵੀ 1 ਸਾਲ ਦੀ ਬਜਾਏ 2 ਸਾਲਾਂ ਦੇ ਵਿੱਚ ਕਰਨਾ, ਭਈ ਫੰਡਿੰਗ ਜਿਹੜੀ ਹੈਗੀ ਆ ਉਹ ਸੀਨੀਅਰਸ ਤੇ ਕੱਟ ਲਾ ਕੇ ਤਾਂ ਕੋਈ ਬਹੁਤਾ ਮੇਰਾ ਖਿਆਲ ਬਚਤ ਹੋ ਨਹੀਂ ਸਕਦੀ। ਕਿ ਸਾਨੂੰ ਪ੍ਰੋਵਿੰਸ ਨੂੰ, ਤੁਹਾਡੀ ਐਸੋਸੀਏਸ਼ਨ ਨੂੰ ਪਹੁੰਚ ਕਰਨੀ ਨਹੀਂ ਚਾਹੀਦੀ ਕਿ ਭਈ ਇੱਦਾਂ ਨਾ ਕਰੋ ਤੁਸੀਂ? ਬਿਲਕੁਲ ਕਰ ਰਹੇ ਹਾਂ। ਅਸੀਂ ਆਲਰੇਡੀ ਉਹਨਾਂ ਨਾਲ ਅਪਾਇੰਟਮੈਂਟ ਬਣਾਈ ਹੋਈ ਹੈਗੀ। ਹੁਣ ਤੱਕ ਅਸੀਂ ਨਹੀਂ ਜਾ ਪਾਏ ਸਾਨੂੰ, ਕਿਉਂਕਿ ਇਸ ਚੀਜ਼ ਦਾ 2 ਸਾਲ ਦੇ ਮੁੱਦੇ ਦਾ ਪਤਾ ਵੀ ਹੁਣ ਹੀ ਲੱਗਿਆ ਹੈਗਾ। ਪਹਿਲਾਂ ਨਹੀਂ ਸੀ ਪਤਾ ਲੱਗਿਆ। ਪਹਿਲਾਂ ਸਿਰਫ ਅਸੀਂ ਹੁੰਦਾ ਸੀ ਕਿ 1 ਸਾਲ ਤੋਂ ਬਾਅਦ ਅਸੀਂ ਹਰ ਵਾਰੀ ਚੈੱਕਅਪ ਕਰਾ ਸਕਦੇ ਹਾਂ ਫ੍ਰੀ ਆਫ ਕਾਸਟ ਫਰੋਮ ਐਨੀ ਡਾਕਟਰ। ਔਰ ਉਸ ਤੋਂ ਬਾਅਦ ਅਗਰ ਤੁਹਾਡੀ ਕੋਈ ਵੀ ਬਿਮਾਰੀ ਹੈ, ਮੰਨ ਲਓ ਕੋਈ ਅੱਖ ਨੂੰ ਕੋਈ ਡਿਜ਼ੀਜ਼ ਹੈ, ਫਿਰ ਤੁਸੀਂ ਇਮੀਡੀਏਟਲੀ ਇਹ ਨਹੀਂ ਹੈ ਕਿ ਤੁਸੀਂ 1 ਸਾਲ 'ਚ ਇੱਕ ਵਾਰੀ ਕਰਾ ਸਕੋਗੇ। ਫਿਰ ਜਿੰਨੀਆਂ ਵੀ ਤੁਹਾਡੀ ਅਪਾਇੰਟਮੈਂਟਸ ਹੋਣਗੀਆਂ ਸਾਰੀਆਂ ਫ੍ਰੀ ਆਫ ਕਾਸਟ ਹੀ ਹੋਣਗੀਆਂ, ਉਹਦੇ ਵਿੱਚ ਕਵਰ ਅਪ ਹੋਣਗੀਆਂ ਸਾਰੀਆਂ, ਹੁਣ ਵੀ ਹੈਗੀਆਂ। ਹੁਣ ਦੇਖੋ ਜਿਹੜੀ ਸੀਨੀਅਰਸ ਦੀ ਪੋਜੀਸ਼ਨ ਹੈਗੀ ਆ
ਉਹ ਸਾਡੀ ਕਮਿਊਨਿਟੀ ਦੇ ਵਿੱਚ ਵੀ ਹੁਣ ਇਸ ਕਿਸਮ ਦੀ ਜਿਹੜੀ ਆ ਉਹ ਵਰਤਾਰਾ ਆ ਰਿਹਾ ਹੈਗਾ ਕਿ ਅੱਗੇ ਹੁੰਦਾ ਸੀਗਾ ਕਿ ਜਿਹੜੇ ਸੀਨੀਅਰਸ ਆ ਉਹ ਮਾਂ-ਬਾਪ ਹੀ ਹੁੰਦੇ ਆ, ਮਤਲਬ ਕਿ ਉਹਨਾਂ ਦੀ ਔਲਾਦ ਜਿਹੜੀ ਆ ਉਹ ਉਹਨਾਂ ਨੂੰ ਇੰਡੀਆ ਵਾਂਗੂ ਹੀ ਮਾਪਿਆਂ ਨੂੰ ਟਰੀਟ ਕਰਦੀ ਸੀਗੀ। ਪਰ ਹੁਣ ਬਹੁਤ ਸਾਰੀਆਂ ਇਸ ਕਿਸਮ ਦੀਆਂ ਵੀ ਗੱਲਾਂ ਬਾਤਾਂ ਆ ਰਹੀਆਂ ਕਿ ਉਹ ਹੁਣ ਜਦੋਂ ਮਾਂ ਪਿਓ ਰਿਟਾਇਰ ਹੋ ਜਾਂਦੇ ਆ, ਸੀਨੀਅਰਸ ਹੋ ਜਾਂਦੇ ਆ, ਕੰਮ ਕਾਰੋ ਕੋਈ ਨਹੀਂ ਕਰ ਸਕਦੇ, ਕੋਈ ਆਮਦਨ ਜਨਰੇਟ ਨਹੀਂ ਕਰ ਸਕਦੇ, ਤੇ ਉਹਨਾਂ ਨਾਲ ਥੋੜਾ ਬਹੁਤਾ ਮਤਲਬ ਫਿਰ ਉਹਨਾਂ ਨੂੰ ਮੁਸ਼ਕਲਾਂ ਜਿਹੜੀਆਂ ਉਹ ਆਉਂਦੀਆਂ ਹੈਗੀਆਂ। ਔਰ ਜਿਹੜੀ ਉਹਨਾਂ ਨੂੰ ਜਿਹਨੂੰ ਅਸੀਂ ਪੈਨਸ਼ਨ ਕਹਿੰਦੇ ਆ ਜਾਂ 올ਡ ਏਜ ਸਿਕਿਉਰਿਟੀ ਵਗੈਰਾ ਹੈਗੀ ਆ ਬਈ ਉਹਦੇ ਨਾਲ ਸਾਡੇ ਜਿਹੜੇ ਸੀਗੇ ਕਮਿਊਨਿਟੀ ਵਾਲੇ ਉਹ ਕਿਉਂਕਿ ਸਾਂਝੇ ਪਰਿਵਾਰ 'ਚ ਰਹਿੰਦੇ ਸੀਗੇ, ਬਿਲਕੁਲ, ਇਸ ਕਰਕੇ ਉਹਨਾਂ ਦਾ ਕੰਮ ਚੱਲ ਜਾਂਦਾ ਸੀਗਾ। ਬਿਲਕੁਲ। ਹੁਣ ਜਦੋਂ ਉਹ ਇਕੱਲੇ ਰਹਿਣਗੇ ਤਾਂ ਕੀ ਉਹ ਸਰਵਾਈਵ ਕਰ ਸਕਣਗੇ? ਹਾਂ, ਇਹ ਗੱਲ ਤੁਹਾਡੀ ਬਿਲਕੁਲ ਸੱਚ ਹੈ ਕਿ ਵੀ ਅਗਰ ਜਿਵੇਂ ਇੱਥੇ ਦਾ ਟ੍ਰੈਂਡ ਹੈ, ਜੇ ਉਸ ਢੰਗ ਨਾਲ ਸੀਨੀਅਰ ਰਹਿਣਾ ਪਵੇ ਤਾਂ ਉਹ ਸਫੀਸ਼ੀਐਂਟ ਨਹੀਂ ਹੈ। ਪਰ ਜਦ ਤੱਕ ਮੈਂ ਦੇਖਦਾ ਹੈਗਾ ਆਪਣੇ 90% ਪਰਿਵਾਰ ਕਹਿ ਸਕਦੇ ਹਾਂ ਕਿ ਸਾਰੇ ਹੀ ਆਪਾਂ ਇਕੱਠੇ ਰਹਿਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਇਕੱਠੇ ਰਹਿਣ ਦੇ ਨਾਲ ਇਕੱਲਾ ਇਹ ਹੀ ਨਹੀਂ ਹੈ ਐਕਚੁਅਲੀ ਰਹਿਣਾ ਇਹ ਕਿ ਵੀ ਆਪਾਂ ਅਲੱਗ ਅਪਾਰਟਮੈਂਟ ਲੈ ਲਿਆ ਅਤੇ ਅਪਾਰਟਮੈਂਟ ਲੈ ਕੇ ਰਹਿਣ ਲੱਗ ਗਏ। ਇਕੱਲਾ ਅਪਾਰਟਮੈਂਟ ਲੈ ਕੇ ਇਕੱਲੇ ਪੇਰੈਂਟਸ ਦਾ ਰਹਿਣਾ ਇਹ ਕੋਈ ਫਾਇਦੇਮੰਦ ਵਾਲੀ ਗੱਲ ਨਹੀਂ ਹੈ। ਕਿਉਂ? ਉਹਨਾਂ ਨੂੰ ਮੈਂਟਲ ਸਮੱਸਿਆ ਸਭ ਤੋਂ ਜ਼ਿਆਦਾ ਹੋਣੀਆਂ। ਜੇ ਇੱਕ ਪਰਿਵਾਰ ਦੇ ਵਿੱਚ ਰਹਿਣਗੇ, ਉਹ ਦੋ ਆਦਮੀਆਂ ਨੂੰ ਮਿਲਣਗੇ, ਬੱਚਿਆਂ ਨੂੰ ਮਿਲਣਗੇ, ਪੋਤੇ ਪੋਤੀਆਂ ਨੂੰ ਮਿਲਣਗੇ, ਤਾਂ ਉਹਨਾਂ ਦੀਆਂ 100 ਬਿਮਾਰੀਆਂ ਦੂਰ ਹੁੰਦੀਆਂ ਨੇ। ਆਪਾਂ ਨੂੰ ਜਿਹੜੀ ਆਪਣੀ ਕਲਚਰ ਹੈ ਉਸ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਰਵਾਈਵ ਕਰੀਏ, ਉਸ ਢੰਗ ਨਾਲ ਰਹੀਏ ਤਾਂ ਬਿਹਤਰ ਹੈ। ਹਾਂ, ਇਹ ਮੈਂ ਮੰਨਦਾ ਕਿ ਇਹਦੇ ਵਿੱਚ ਵੀ ਸਮੱਸਿਆ ਬਹੁਤ ਜ਼ਿਆਦਾ ਨੇ, ਕਿਉਂਕਿ ਮੈਨੂੰ ਕੱਲ੍ਹ ਹੀ ਇੱਕ ਸਪੈਸ਼ਲ ਮਿਲਿਆ ਸੀ ਆਦਮੀ, ਉਹ ਐਲਡਰ ਅਬਿਊਜ਼ ਦੀਆਂ ਬਹੁਤ ਸਮੱਸਿਆਵਾਂ ਨੇ ਆਪਣੀ ਕਮਿਊਨਿਟੀ ਦੇ ਵਿੱਚ। ਉਹਨਾਂ ਦੀ ਸੋਚ ਅੱਛੀ ਨਹੀਂ ਹੈ। ਬਹੁਤ ਕੁਛ ਔਰਤਾਂ ਦੀ, ਕੁਛ ਦੀ ਕਹਿ ਸਕਦੇ ਹਾਂ, ਸਾਰਿਆਂ ਦੀ ਨਹੀਂ, ਕੁਛ ਪਰਸੈਂਟ ਹੀ ਹੁੰਦਾ ਹੈ, ਜਿਹਦੇ ਕਰਕੇ ਸੀਨੀਅਰਸ ਨੂੰ ਬਹੁਤ ਦਿੱਕਤਾਂ ਆਉਂਦੀਆਂ ਨੇ। ਉਹਦੇ ਵਾਸਤੇ ਹੁਣ ਅਸੀਂ ਕਿੰਨੇ ਹੀ ਸੈਮੀਨਾਰਸ, ਤਕਰੀਬਨ ਇਸ ਸਾਲ ਦੇ ਵਿੱਚ ਅਸੀਂ 8 ਸੈਮੀਨਾਰ ਲਾਉਣੇ ਨੇ, ਜਿਹਦੇ ਵਿੱਚ ਦੋ ਸੈਮੀਨਾਰ ਲਾ ਚੁੱਕੇ ਹਾਂ। ਤੀਸਰਾ ਸੈਮੀਨਾਰ ਜਿਹੜਾ ਸਾਡਾ ਹੈ ਇਹ 22 ਜੁਲਾਈ ਨੂੰ ਆ ਰਿਹਾ ਹੈਗਾ। ਉਹਦੇ ਵਿੱਚ ਓਰਲ ਹੈਲਥ ਐਂਡ ਮੈਂਟਲ ਹੈਲਥ ਵੀ ਆਉਣੀ ਹੈਗੀ। ਇੱਕ ਤੁਸੀਂ ਕੀਤਾ ਵੀ ਹੈ ਸੈਮੀਨਾਰ ਮੈਂਟਲ ਹੈਲਥ? ਅਸੀਂ ਦੋ ਸੈਮੀਨਾਰ ਕਰ ਚੁੱਕੇ ਹਾਂ। ਅਸੀਂ ਐਕਚੁਅਲੀ ਇਹ ਸੈਮੀਨਾਰ ਜਿਹੜੇ ਨੇ ਉਹ ਬਰੈਂਪਟਨ ਦੇ ਸਾਰੇ ਹੀ ਕਮਿਊਨਿਟੀ ਸੈਂਟਰ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਹਿਲਾ ਸੈਮੀਨਾਰ ਅਸੀਂ ਕਮਿਊਨਿਟੀ ਸੈਂਟਰ ਕੈਸੀ ਕੈਂਬਲ ਦੇ ਉੱਤੇ ਜਿਹੜਾ ਹੈ ਉਹਦੇ ਵਿੱਚ ਮੈਂਟਲ ਹੈਲਥ ਦੇ ਉੱਤੇ ਸੈਮੀਨਾਰ ਕੀਤਾ ਸੀਗਾ, ਜਿਹਦੇ ਵਿੱਚ ਕਾਫੀ ਸਾਰਾ ਗਿਆਨ, ਅੱਛੇ ਜਿਹੜੇ ਸਮਝਦਾਰ ਡਾਕਟਰ ਨੇ ਉਹਨਾਂ ਨੇ ਆ ਕੇ ਉਹਨਾਂ ਦੀ ਉਹ ਆਪਣੀ ਇਨਪੁਟ ਦਿੱਤੀ ਤਾਂ ਕਿ ਲੋਕਾਂ ਨੂੰ ਕੁਝ ਪਤਾ ਲੱਗ ਸਕਿਆ ਵੀ ਕਿਵੇਂ ਅਸੀਂ ਇਸ ਤੋਂ ਬਚ ਸਕਦੇ ਹਾਂ। ਦੂਸਰਾ ਸੈਮੀਨਾਰ ਅਸੀਂ ਫਿਰ ਆਪਣਾ ਕੀਤਾ ਸੀਗਾ ਇਹਦੇ ਉੱਤੇ, ਕਿਹੜਾ ਸੀਗਾ ਮੈਂ ਇਹ ਵੀ ਭੁੱਲ ਗਿਆ, ਖੈਰ ਹੁਣ ਭੁੱਲ ਜਾਂਦਾ ਹੈਗਾ ਕਿਉਂਕਿ ਆਫਟਰ ਆਲ ਮੈਂ ਰਿਵਰਸਟੋਨ 'ਤੇ ਵੀ ਕਰ ਚੁੱਕੇ ਹੈਗੇ, ਅਤੇ ਉਹਦੇ ਵਿੱਚ ਵੀ ਕਾਫੀ ਅੱਛੇ ਲੋਕਾਂ ਨੂੰ ਫਾਇਦਾ ਹੋਏਗਾ। ਔਰ ਦੂਸਰਾ ਹੁਣ ਸੈਮੀਨਾਰ ਸਾਡੇ ਹੋਰ ਵੀ ਆ ਰਹੇ ਨੇ, ਕਿਉਂਕਿ ਇੱਕ ਸੈਮੀਨਾਰ ਅਸੀਂ ਦੂਸਰੇ ਪਾਸੇ ਕੀਤਾ ਸੀ ਵੈਸਟ ਦੇ ਵਿੱਚ, ਹੁਣ ਈਸਟ ਦੇ ਵਿੱਚ ਵੀ ਕਰਨ ਲੱਗੇ ਹੈਗੇ, ਜਿਹੜਾ ਕਮਿਊਨਿਟੀ ਰਿਵਰਸਟੋਨ ਕਮਿਊਨਿਟੀ ਸੈਂਟਰ ਦੇ ਵਿੱਚ ਆਉਣਾ ਹੈਗਾ। ਉਹਦੇ 'ਚ ਓਰਲ ਹੈਲਥ ਵੀ ਹੋਏਗੀ ਔਰ ਮੈਂਟਲ ਹੈਲਥ ਦੇ ਉੱਤੇ ਵੀ, ਤਾਂ ਜੋ ਕਿ ਇੱਧਰਲੇ ਪਾਸੇ ਦੇ ਲੋਕ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਵੀ ਬਿਹਤਰ ਕੁਝ ਪਤਾ ਲੱਗ ਸਕੇ, ਕਿਉਂਕਿ ਸਾਰੇ ਦੂਰ ਲੋਕ ਜਾ ਨਹੀਂ ਸਕਦੇ। ਇਸ ਪਾਸੇ ਦੇ ਏਰੀਆ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ। ਇਹ ਜਿਹੜੀ ਸੈਮੀ ਸਾਹਿਬ ਤੁਸੀਂ ਇੱਕ ਸ਼ੁਭ ਇੱਛਾ ਰੱਖਦੇ ਹਾਂ ਕਿ ਸਾਡਾ ਭਾਈਚਾਰਾ ਇਕੱਠਾ ਰਵੇ, ਮਾਪਿਆਂ ਦੀ ਕਦਰ ਕੀਤੀ ਜਾਵੇ, ਇਹ ਤਾਂ ਸਾਡੀ ਵਿਸ਼ਫੁਲ ਥਿੰਕਿੰਗ ਆ। ਦਿਸ ਇਜ਼ ਨਾਟ ਅ ਰਿਐਲਿਟੀ, ਕਿਉਂਕਿ ਸਾਡੇ ਸੋਚਣ ਨਾਲ ਕੁਝ ਨਹੀਂ ਹੁੰਦਾ ਹੈਗਾ। ਜੋ ਵਾਪਰ ਰਿਹਾ ਹੈਗਾ, ਜੋ ਰਿਐਲਿਟੀ ਆ, ਜਿਹੜੀ ਤੁਸੀਂ ਇਹ ਗੱਲ ਕੀਤੀ ਆ ਕਿ ਜੇ ਮਾਪੇ ਵੱਖਰੇ ਰਹਿੰਦੇ ਆ ਤਾਂ ਵੱਖਰੇ ਰਹਿਣ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਨੂੰ ਇਕੱਲੇਪਣ ਦਾ ਆਏਗਾ, ਉਹਦੇ ਲਈ ਤੁਸੀਂ ਤਾਂ ਇਲਾਜ ਹੈਗੇ ਆ। ਤੁਸੀਂ ਜਿਹੜੀਆਂ ਕਲੱਬਸ ਹੈਗੀਆਂ ਉਹ ਇਸੇ ਕਰਕੇ ਆਰਗੇਨਾਈਜ਼ ਕੀਤੀਆਂ ਹੈਗੀਆਂ, ਔਰ ਜਿਹੜੀ ਅੰਬਰੇਲਾ ਆਰਗੇਨਾਈਜੇਸ਼ਨ ਆ ਉਹ ਵੀ ਇਸ ਕਰਕੇ ਆ, ਜਿੱਦਾਂ ਤੁਸੀਂ ਦੱਸ ਰਹੇ ਆ ਵੀ ਅਸੀਂ ਸੈਮੀਨਾਰ ਕਰਾਉਂਦੇ ਆ, ਤੁਸੀਂ ਕਲੱਬਾਂ ਜਿਹੜੀਆਂ ਹੈਗੀਆਂ ਉਹ ਟੂਰ ਵੀ ਲਿਜਾਂਦੀਆਂ ਹੈਗੀਆਂ, ਉਹ ਐਂਟਰਟੇਨਮੈਂਟ ਦੇ ਕੰਮ ਵੀ ਕਰਦੀਆਂ ਹੈਗੀਆਂ। ਸੋ ਇੱਕ ਜਿਹੜੀ ਗਾਂ ਆਉਣ ਵਾਲੀ ਸਮੱਸਿਆ ਕੁਝ ਆ ਵੀ ਰਹੀ ਆ, ਉਹ ਹਾਊਸਿੰਗ ਦੀ ਹੈਗੀ ਆ ਕਿ ਸੀਨੀਅਰਸ ਲਈ ਇਹ ਮਤਲਬ ਮੈਂ ਮਹਿਸੂਸ ਕਰਦਾ ਕਿ ਕੁਛ ਜਿਹੜੇ ਬਣਦੇ ਹੈਗੇ ਆ ਨਾ ਨਵੀਆਂ ਆਪਣੇ ਕੁਝ ਪਲਾਨਸ ਆਉਂਦੀਆਂ ਹੈਗੀਆਂ ਜਿੱਥੇ 'ਚ ਹਾਊਸਿੰਗ, ਉਹਦੇ 'ਚ ਕੁਝ ਹਿੱਸਾ ਜਿਹੜਾ ਹੈਗਾ ਉਹ ਛੋਟੇ ਛੋਟੇ ਘਰ ਜਿਹੜੇ ਆ ਉਹ ਸੀਨੀਅਰਸ ਲਈ ਬਣਾਏ ਜਾਣ, ਜਿੱਦਾਂ ਕੋਈ ਲਾਟ ਸ਼ੁਰੂ ਕਰਦੇ ਹੈਗੇ ਆ। ਬਿਲਕੁਲ। ਉਹਦੇ 'ਚ
ਕੋਈ 2% ਕੋਈ 4% ਕੋਈ ਸਮਥਿੰਗ ਲਾਈਕ ਪਰਸੈਂਟੇਜ ਮਿੱਥ ਕੇ ਬਿਲਕੁਲ। ਵੀ ਜਿਹੜਾ ਵੀ ਬਿਲਡਰ ਜਿਹੜਾ ਹੈਗਾ ਉਹਨੂੰ ਪਰਮਿਟ ਤਾਂ ਮਿਲੇ ਜੇ ਉਹਨਾਂ ਦੇ ਵਿੱਚ ਇਹਨਾਂ ਦੀ ਕੋਈ ਰਿਜ਼ਰਵੇਸ਼ਨ ਹੋਵੇ, ਕਿਉਂਕਿ ਉਹਦੇ 'ਚ ਦੇਖੋ ਇਹ ਆ ਕਿ ਅਸੀਂ ਚਾਹੁੰਦੇ ਆ, ਇਹ ਸਾਡੀ ਕਦੀ ਵੀ ਇੱਛਾ ਨਹੀਂ ਹੁੰਦੀ ਕਿ ਮਾਪਿਆਂ ਦੀ ਦੁਰਗਤ ਹੋਵੇ ਜਾਂ ਜਿਹੜੀ ਉਹਨਾਂ ਨੂੰ ਲੁੱਕ ਆਫਟਰ ਨਾ ਕਰਨ, ਪਰ ਇਹਦੇ ਵਿੱਚ ਇਹ ਸਮੱਸਿਆ ਆ ਰਹੀ ਹੈਗੀ ਆ। ਬਿਲਕੁਲ। ਸੋ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਉਹਦੇ ਬਾਰੇ ਦੱਸਾਂਗੇ। ਇਹ ਜਿਹੜਾ ਮੁੱਦਾ ਹੈ ਅਸੀਂ ਸਿਟੀ ਨਾਲ ਆਲਰੇਡੀ ਚੁੱਕ ਚੁੱਕੇ ਹਾਂ, ਕਿਉਂਕਿ ਜਿਹੜੇ ਪਰਮਿਟ ਨੇ ਉਹ ਤਾਂ ਸਿਟੀ ਨੇ ਦੇਣੇ ਆ, ਔਰ ਇਹਨਾਂ ਨੂੰ ਅਸੀਂ ਆਲਰੇਡੀ ਕਹਿ ਚੁੱਕੇ ਹਾਂ ਵੀ ਜਿੱਥੇ ਵੀ ਤੁਸੀਂ ਅਲਾਟਮੈਂਟ ਅੱਗੇ ਘਰ ਬਣਦੇ ਨੇ ਉਹਨਾਂ ਦੇ ਵਿੱਚ 10% 5% ਕੁਛ ਵੀ ਰੱਖੋ, ਤਾਂ ਜੋ ਕਿ ਸੀਨੀਅਰ ਦੇ ਛੋਟੇ ਘਰ ਵੀ ਬਣ ਸਕਣ ਔਰ ਉਹ ਸੀਨੀਅਰਸ ਉਸ ਨੂੰ ਲੈ ਸਕਣ। ਉਸ ਤੋਂ ਇਲਾਵਾ ਜਿਹੜੇ ਹੁਣ ਅੱਗੇ ਆਪਣੇ ਕੇਅਰ ਸੈਂਟਰਸ ਬਣ ਰਹੇ ਨੇ, ਆਪਣੇ ਕੋਲ ਇੱਥੇ ਗੌਰਬੇ 'ਚ ਵੀ ਬਣ ਰਿਹਾ, ਮੈਂ ਮੰਨਦਾ ਹੈਗਾ ਕਿ ਵੀ ਇਹ ਜ਼ਰੂਰ ਬਣ ਰਹੇ ਨੇ, ਪਰ ਸੀਨੀਅਰਸ ਕੁਝ ਸੀਨੀਅਰਸ ਹੀ ਅਫੋਰਡ ਕਰ ਸਕਦੇ, ਸਾਰੇ ਸੀਨੀਅਰਸ ਨਹੀਂ ਅਫੋਰਡ ਕਰ ਸਕਦੇ। ਜੇ ਸਬਸਿਡਾਈਜ਼ ਢੰਗ ਦੇ ਨਾਲ ਸੀਨੀਅਰਸ ਵਾਸਤੇ ਹੋਮ ਬਣਨ ਤਾਂ ਇਹਨਾਂ ਨੂੰ ਫਾਇਦਾ ਹੋ ਸਕਦਾ ਹੈ। ਉਹਦੇ ਵਿੱਚ ਇੱਕ ਆਲਰੇਡੀ 2 ਜਗ੍ਹਾ ਦੇ ਵਿੱਚ ਪ੍ਰੋਵਿੰਸ ਨੇ ਅਲਾਟ ਕੀਤੇ ਨੇ, ਜਿਹਦੇ ਵਿੱਚ ਪ੍ਰੋਵਿੰਸ ਹੈਲਪ ਕਰ ਰਿਹਾ ਹੈਗਾ, ਔਰ ਉਹ ਸੀਨੀਅਰ ਦੇ ਨੂੰ ਸਬਸਿਡਾਈਜ਼ ਰੇਟ ਦੇ ਉੱਤੇ ਜ਼ਰੂਰ ਮਿਲਿਆ ਕਰਨਗੇ। ਆਪਣੀ ਕਮਿਊਨਿਟੀ ਸਾਬੀ ਸਾਹਿਬ ਬੜੀ ਹਿੰਮਤ ਵਾਲੀ ਆ। ਬਿਲਕੁਲ। ਇਹ ਬੜੇ ਵੱਡੇ ਗੁਰਦੁਆਰੇ ਬਣਾ ਦਿੰਦੇ ਆ, ਬੜੇ ਵੱਡੇ ਹਸਪਤਾਲ ਬਣਾ ਦਿੰਦੇ ਆ। ਬਿਲਕੁਲ। ਔਰ ਦੁਨੀਆ ਭਰ ਦੇ ਵਿੱਚ ਜਿੱਥੇ ਕਿਤੇ ਕੋਈ ਮੁਸ਼ਕਲ ਆਉਂਦੀ ਆ ਉੱਥੇ ਜਾ ਕੇ ਮਦਦ ਕਰਦੇ ਆ। ਬਿਲਕੁਲ। ਮਤਲਬ ਬੜੀ ਹਿੰਮਤ ਵਾਲੀ ਔਰ ਦਾਨੀ ਕਮਿਊਨਿਟੀ ਹੈਗੀ ਆ, ਇੱਕ ਯੂਨੀਕ ਵਿਲੱਖਣ ਕਮਿਊਨਿਟੀ ਆ। ਕੀ ਇਦਾਂ ਦੀ ਕੋਈ ਕਮਿਊਨਿਟੀ ਪੱਧਰ ਤੇ ਨਹੀਂ ਕੋਈ ਸੋਚਦੇ ਵੀ ਕੋਈ ਇਸ ਕਿਸਮ ਦੇ ਜਿਹੜੇ 올ਡ ਏਜ ਹੋਮ ਹੈਗੇ ਆ ਉਹ ਇਸ ਤਰ੍ਹਾਂ ਚੈਰੀਟੇਬਲ ਟਾਈਪ ਜਿਹੜੇ ਆ ਉਹ ਬਣਾਉਣ ਦੀ ਕੋਈ ਗੱਲ ਕਰ ਸਕਦੇ ਹੋ? ਬਿਲਕੁਲ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ ਕਿ ਆਪਾਂ ਬਣਾਉਣ ਨੂੰ ਬਹੁਤ ਕੁਝ ਬਣਾ ਲੈਂਦੇ ਆ। ਕਿੰਨੇ ਵੱਡੇ ਗੁਰਦੁਆਰਾ ਸਾਹਿਬ ਬਣੇ ਨੇ ਇੱਥੇ, ਮਿਸਾਲ ਹੈ, ਔਰ ਉਹ ਬਹੁਤ ਸਹੀ ਢੰਗ ਨਾਲ ਚੱਲ ਰਹੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਜੇ ਆਪਾਂ ਆਖੀਏ, ਜੇ ਮੈਂ ਖੁਦ ਅਪਰੋਚ ਕੀਤੀ 1-2 ਜਗ੍ਹਾ ਨੂੰ, ਕਿਉਂਕਿ ਇਹ ਐਕਚੁਅਲੀ ਗੁਰਦੁਆਰਾ ਸਾਹਿਬ ਸਾਰੇ ਆਪਾਂ ਜੇ ਆਖੀਏ ਨਾ ਵੀ ਕਮੇਡੀ ਦੇ ਵਾਸਤੇ ਹੀ ਬਣੇ ਜਾਂ ਕਮੇਡੀ ਦੀ ਰਿਪੀਟ ਕਰ ਰਹੀ ਹੈ, ਨਹੀਂ ਹੈ। ਕੁਝ ਪਰਸਨਲਸ ਵੀ ਹੈ ਨੇ, ਜਦ ਕਿ ਉਹ ਕਰ ਸਕਦੇ ਨੇ। ਜੇ ਉਹ 10% ਵੀ ਅਗਰ ਉਸ ਦੇ ਵਿੱਚ ਸਪੋਰਟ ਕਰਨ ਤਾਂ ਪ੍ਰੋਵਿੰਸ ਬਾਕੀ 90% ਕਰਦਾ ਹੈ। ਪਰ ਆਪਾਂ ਹਿੰਮਤ ਨਹੀਂ ਕਰਦੇ ਜਦ ਤੱਕ ਮੈਂ ਦੇਖਿਆਗਾ। ਆਪਣੀ ਕਮਿਊਨਿਟੀ ਵੈਸੇ ਹੈ ਬਹੁਤ ਅੱਛੀ, ਕੋਸ਼ਿਸ਼ ਵੀ ਕਰ ਸਕਦੀ ਹੈ, ਪਰ ਜ਼ਿੰਮੇਵਾਰੀ ਲੈਣ ਨੂੰ ਕੋਈ ਤਿਆਰ ਨਹੀਂ ਹੁੰਦਾ ਹੈਗਾ। ਮੈਂ ਸੈਮੀ ਸਾਹਿਬ ਤੁਹਾਡੀ ਗੱਲ ਸਮਝਦਾ ਹਾਂ, ਪਰ ਮੇਰੀ ਫੀਲਿੰਗ ਇਹ ਵੀ ਆ ਕਿ ਕਮਿਊਨਿਟੀ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਲੈਣ ਵਾਲੀ ਗੱਲ ਆ ਨਾ, ਉਹ ਤਾਂ ਸ਼ਾਇਦ ਤੁਹਾਡੇ ਵਰਗੀਆਂ ਸ਼ਖਸੀਅਤਾਂ ਬਹੁਤ ਹੈਗੀਆਂ ਕਮਿਊਨਿਟੀ ਜਿਹੜੀਆਂ ਜ਼ਿੰਮੇਵਾਰੀ ਲੈ ਸਕਦੀਆਂ। ਸਾਡੀ ਜਿਹੜੀ ਆ, ਮਤਲਬ ਮੈਨੂੰ ਦੁੱਖ ਨਾ ਕਹਿਣਾ ਪੈਂਦਾ ਆ, ਉਹ ਇਹ ਆ ਵੀ ਕਿ ਸੇਵਾ ਵਾਲੀ ਗੱਲ ਜਿਹੜੀ ਆ ਉਹ ਕੋਈ ਹੋਰ ਕਰੇ ਤੇ ਚੌਧਰ ਜਿਹੜੀ ਉਹ ਮੇਰੇ ਕੋਲ ਹੋਵੇ। ਇਹ ਭਾਵਨਾ ਜਿਹੜੀ ਆ ਤੁਹਾਨੂੰ ਲੱਗਦਾ ਵੀ ਸਾਡੇ 'ਚ ਰੁਕਾਵਟ ਪੈਦਾ ਕਰਦੀ ਆ? ਬੇਸ਼ੱਕ ਇਹ ਤਾਂ ਹਮੇਸ਼ਾ ਰਹੇਗੀ, ਇਹ ਕੁਦਰਤ ਨੇ ਦਿੱਤੀ ਹੈਗੀ, ਮੈਂ ਹੁਣ ਇਹ ਕਹਿ ਨਹੀਂ ਸਕਦਾ। ਤੇ ਪਰ ਇਹ ਹੈਗਾ ਵੀ ਫਿਰ ਵੀ ਆਪਣੀ ਕਮੇਟੀ ਬਹੁਤ ਬਿਹਤਰ ਹੈ, ਜ਼ਰੂਰ ਕਰੇਗੀ। ਔਰ ਇਹ ਜੇ ਆਦਮੀ ਬਣਨਗੇ, ਕਮਿਊਨਿਟੀ ਬੇਸ ਦੇ ਨਾਲ ਵੀ ਬਣਨੇ ਸ਼ੁਰੂ ਹੋ ਜਾਣਗੇ, ਆਪਾਂ ਇੱਕ ਮੰਤਵ ਲੈ ਕੇ ਚੱਲੀਏ ਤੇ ਸਾਰੇ ਇਕੱਠੇ ਹੋਵਾਂਗੇ ਤੇ ਜ਼ਰੂਰ ਇਸ ਨੂੰ ਕਰ ਸਕਾਂਗੇ। ਮੇਰੀ ਤੇ ਸਲਾਹ ਇਹੋ ਹੀ ਆ ਜੀ ਤੁਹਾਨੂੰ ਕਿ ਤੁਸੀਂ, ਕਿਉਂਕਿ ਇੱਕ ਜ਼ਿੰਮੇਵਾਰ ਅਹੁਦੇ ਤੋਂ ਤੁਹਾਡੇ ਕੋਲ ਇੰਨੀਆਂ ਕਲੱਬਾਂ ਹੈਗੀਆਂ, ਤੁਹਾਡਾ ਇੰਨਾ ਰਸੂਖ ਆ ਤੇ ਤੁਹਾਡੀ ਸ਼ਖਸੀਅਤ ਦਾ ਪ੍ਰਭਾਵ ਆ, ਮੈਂ ਸਮਝਣਾ ਵੀ ਦੋਨਾਂ ਪੱਧਰ ਤੇ ਕੋਸ਼ਿਸ਼ ਕਰਨੀ ਚਾਹੀਦੀ ਆ। ਸਰਕਾਰੀ ਪੱਧਰ ਤੇ ਵੀ ਕਰਨੀ ਚਾਹੀਦੀ ਆ ਕਿ ਗਵਰਨਮੈਂਟ ਜਿਹੜੀ ਹੈਗੀ ਆ ਉਹ ਸੀਨੀਅਰਸ ਵਾਸਤੇ ਹਾਊਸਿੰਗ ਦੀ ਹੋਰ ਜਿਹੜੀਆਂ ਉਹਨਾਂ ਦੀਆਂ ਨੀਡਸ ਹੈਗੀਆਂ ਉਹਨਾਂ ਲਈ ਕਰਦੇ। ਤੇ ਦੂਜਾ ਮੇਰਾ ਖਿਆਲ ਹੈ ਵੀ ਇਕੱਲਾ ਸਰਕਾਰ ਤੇ ਵੀ ਨਹੀਂ ਨਿਰਭਰ ਕਰਨਾ ਚਾਹੀਦਾ, ਸਾਨੂੰ ਆਪਣੀ ਕਮਿਊਨਿਟੀ ਵੱਲੋਂ ਵੀ ਕੋਸ਼ਿਸ਼ ਕਰਨੀ ਚਾਹੀਦੀ ਆ। ਚਲੋ ਠੀਕ ਆ, ਅੱਜ ਕਾਮਯਾਬ ਨਹੀਂ ਹੁੰਦੇ, ਕੱਲ ਹੋ ਜਾਓਗੇ, ਪਰਸੋਂ ਹੋ ਜਾਓਗੇ, ਹੌਲੀ ਫੀਲਿੰਗ ਜਿਹੜੀ ਆ ਉਹ ਕਮਿਊਨਿਟੀ ਦੇ ਵਿੱਚ ਆਏਗੀ। ਮੈਂ ਵੈਨਕੂਵਰ ਦੇ ਵਿੱਚ ਇੱਕ ਘਰ ਦੇਖਿਆ ਸੀਗਾ ਜੀ, ਉਹਨੂੰ ਸੀਨੀਅਰ ਹੋਮ ਕਹਿ ਲਓ, ਉਹਨੂੰ ਕੋਈ ਆਪਣੇ ਭਾਈਚਾਰੇ ਦਾ ਬੰਦਾ ਜਿਹੜਾ ਉਹ ਚਲਾ ਰਿਹਾ ਹੈਗਾ। ਮੈਂ ਉੱਥੇ ਵਿਜ਼ਿਟ ਕੀਤਾ ਸੀਗਾ ਤੇ ਉੱਥੇ ਸਾਡੇ ਸੀਨੀਅਰ ਰਾਈਟਰ ਵੀ 1-2 ਰਹਿੰਦੇ ਆ। ਉਹ ਕਮਰੇ ਬਣੇ ਹੈਗੇ ਆ ਤੇ ਉਹਨਾਂ ਦੇ ਵਿੱਚ ਉਹ ਮਤਲਬ ਉਹਨਾਂ ਨੂੰ ਰਹਿਣ ਦਾ ਮੌਕਾ ਮਿਲਦਾ ਆ। ਉਹ ਕੁਛ ਨੋਮੀਨਲ ਜਿਹਾ ਉਹਦਾ ਰੈਂਟ ਜਿਹੜਾ ਹੈਗਾ ਉਹਨਾਂ ਕੋਲ ਲੈਂਦੇ ਆ ਤੇ ਰੋਟੀ ਪਾਣੀ ਦਾ ਵੀ ਉਹ ਕੰਟਰੀਬਿਊਟਰੀ ਕੁਛ ਕਰ ਲੈਂਦੇ ਹੈਗੇ ਆ। ਤੇ ਚਲੋ ਜੇ ਕੋਈ ਬਿਲਕੁਲ ਹੀ ਚੈਰੀਟੇਬਲ ਨਹੀਂ, ਜੇ ਬਿਲਕੁਲ ਹੀ ਮੁਫਤ ਨਹੀਂ ਹੈ ਤੇ ਘੱਟੋ ਘੱਟ ਅਫੋਰਡੇਬਲ ਹੀ ਆ। ਹੁਣ ਜਿਹੜੇ ਇੱਥੇ ਬਣਦੇ ਆ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਆ ਉਹ ਬਹੁਤ ਮਹਿੰਗੇ ਆ। ਬਿਲਕੁਲ ਠੀਕ ਹੈ। ਉਹ ਮੇਰਾ ਖਿਆਲ ਆ ਵੀ ਜਿਹੜੇ ਸਾਡੇ ਬਜ਼ੁਰਗ ਹੈਗੇ ਆ
ਉਹ ਇੰਨਾ ਅਫੋਰਡ ਨਹੀਂ ਕਰ ਸਕਦੇ, ਨਹੀਂ ਕਰ ਪਾਉਂਦੇ। ਸੋ ਇਸ ਕਿਸਮ ਦੀ ਗੱਲ ਹੈਗੀ, ਜੇ 100% ਚੈਰੀਟੇਬਲ ਨਾ ਵੀ ਹੋਵੇ, ਚਲੋ ਘੱਟੋ ਘੱਟ ਸਬਸਿਡਾਈਜ਼ਡ ਹੋਵੇ ਇਸ ਕਿਸਮ ਦਾ, ਵੀ ਜਿਹੜਾ ਕੋਈ ਉੱਥੇ ਉਹਨਾਂ ਨੂੰ ਫਿਕਰ ਨਾ ਹੋਵੇ, ਮਤਲਬ ਆਪਣਾ ਬੁਢਾਪਾ ਜਿਹੜਾ ਹੈਗਾ ਉਹ ਚੰਗੀ ਤਰ੍ਹਾਂ ਕੱਢ ਸਕਦੇ ਹੋਣ। ਬਿਲਕੁਲ। ਸੋ ਸੈਂਬੀ ਸਾਹਿਬ, ਤੁਸੀਂ ਅੱਜ ਸਾਡੇ ਸਟੂਡੀਓ 'ਚ ਆਏ ਹੋ, Thank you, ਬੜੀਆਂ ਵਧੀਆ ਗੱਲਾਂ ਕੀਤੀਆਂ। ਉਗੋਕੇ ਤੋਂ ਚੱਲ ਕੇ ਤੁਸੀਂ ਕਿੱਥੇ ਕਿੱਥੇ ਨੇਵੀ ਦੇ ਚੱਕਰ ਸਾਨੂੰ ਕਢਾਏ ਆ, ਫਿਰ ਦਿੱਲੀ ਦੀ ਜਿਹੜੀ ਕਤਲੇਆਮ ਆ ਸਿੱਖਾਂ ਦਾ, ਉਹਦੀ ਗੱਲ ਦੱਸੀ ਹੈਗੀ ਆ, ਕਿਵੇਂ ਉੱਥੋਂ ਤੁਸੀਂ ਫਿਰ ਪੰਜਾਬ ਆਏ ਹੋ, ਪੰਜਾਬ ਤੋਂ ਫਿਰ ਦਿੱਲੀ ਗਏ ਹੋ, ਦਿੱਲੀੋਂ ਤੁਸੀਂ ਕੈਨੇਡਾ ਆਏ ਹੋ। ਇੱਥੇ ਤੁਸੀਂ ਬਹੁਤ ਇੱਕ ਵਧੀਆ ਕੰਮ ਕਰ ਰਹੇ ਹੈਗੇ ਹੋ, ਜਿਹਦੇ ਵਿੱਚ ਕਮਿਊਨਿਟੀ ਦੀ ਬੜੀ ਸੇਵਾ ਆ, ਔਰ ਸੇਵਾ ਭਾਵਨਾ ਤੁਹਾਡੀ ਜਿਹੜੀ ਆ ਉਹ ਕੱਲੀ ਕਲੱਬਾਂ ਤੱਕ ਹੀ ਨਹੀਂ ਪਹੁੰਚਦੀ, ਜਿਹੜੇ ਲੋਕ ਤੁਹਾਡੇ ਨਾਲ ਵਾਬਸਤਾ ਨੇ ਉਹ ਪ੍ਰੇਰਨਾ ਵੀ ਲੈਂਦੇ ਆ। ਸਾਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਸਾਡੇ ਕੰਮ ਨੂੰ ਕਿੰਨੀ ਮਾਨਤਾ ਮਿਲ ਰਹੀ ਹੈਗੀ ਆ। ਸੋ ਅਸੀਂ ਤੁਹਾਡੇ ਸੈਂਬੀ ਸਾਹਿਬ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਸਟੂਡੀਓ ਵਿੱਚ ਆ ਜਾਓ, ਤੇ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਥੈਂਕ ਯੂ ਭਾਈ, ਥੈਂਕ ਯੂ ਭਾਈ। ਪਿਆਰੇ ਦਰਸ਼ਕੋ, ਇਹ ਸਨ ਸਰਦਾਰ ਜੰਗੀਰ ਸਿੰਘ ਸੈਂਬੀ, ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਜ਼ਿੰਦਗੀ ਦੇ ਵੱਖਰੇ ਵੱਖਰੇ ਰੰਗਾਂ ਦੇ ਵਿੱਚ ਵਿਚਰਨ ਵਾਲੇ, ਅਨੇਕ ਰੰਗਾਂ ਵਾਲੇ ਜਿਹੜੇ ਵਿਅਕਤੀ ਨੇ, ਜਿਹੜੀਆਂ ਸ਼ਖਸੀਅਤਾਂ ਨੇ, ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਵਾਂਗੇ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ।